ਐਸ ਲਹਿਰਾ ਗਾਗਾ ਹਲਕੇ 'ਚ ਜੇ ਮਾੜੀ ਜੀ ਅਣਖ ਹੋਵੇ ਇੱਥੋਂ ਦੇ ਅਕਾਲੀ ਲੀਡਰਾਂ 'ਚ, ਇੱਕ ਵੀ ਬੰਦਾ ਕਾਬਲ ਨਹੀਂ ਸਮਝਦੇ ਹੋ ਕਿ ਜਿਹੜਾ ਅਕਾਲੀ ਟਿਕਟ ਤੇ ਲੜ ਸਕੇ। ਹਰ ਵਾਰ ਬਾਹਰਲੇ ਪਹਾੜੇ ਦੇ ਟੱਟੂ ਲੈ ਕੇ ਆਉਂਦੇ ਆ। ਐਵੇਂ ਸ਼ਾਹ ਅਬਦਾਲੀ ਵਾਂਗੂ ਆਓ ਪੰਜਾਬ 'ਚੋਂ ਵੋਟਾਂ ਲੁੱਟੋ ਤੇ ਬਾਹਰ ਵਗ ਜਾਓ। ਕਿੰਨੇ ਖੜੇ ਆ ਇੱਥੇ, ਕਦੇ ਚੰਦੂ ਮਾਜਰਾ, ਕਦੇ ਢੀਂਡਸਾ, ਕਦੇ ਅੱਜ ਲੌਂਗੋਵਾਲ ਆ ਗਿਆ। ਇਹ ਇੱਥੇ ਕਾਲ ਪੈ ਗਿਆ। ਕੈਪਟਨ ਅੰਮ੍ਰਿਤਸਰ ਜਾਂਦੇ ਨੇ ਕਿ ਕੈਪਟਨ ਆਪਣਾ ਹਲਕਾ ਛੱਡ ਕੇ ਗਏ ਪਟਿਆਲਾ, ਤੇ ਕੈਪਟਨ ਲੰਬੀ ਜਾਂਦੇ ਨੇ, ਦੋ ਥਾਂ ਤੋਂ ਲੜੇ। ਪੰਜਾਬ ਤਾਂ ਪੂਰਾ ਹੀ ਆ ਨਾ, ਕੋਈ ਕਿਤੋਂ ਵੀ ਲੜ ਸਕਦਾ। ਕੈਪਟਨ ਵੀ ਤਾਂ ਤੁਹਾਡੀ ਪਾਰਟੀ ਸੀ, ਉਹ ਵੀ ਤਾਂ ਲੜੇ, ਲੰਬੀ ਤੋਂ ਵੀ ਲੜੇ, ਅੰਮ੍ਰਿਤਸਰ ਤੋਂ ਵੀ ਲੜੇ। ਕੈਪਟਨ ਤਾਂ ਅੱਜ ਕਾਂਗਰਸ ਪਾਰਟੀ ਵੀ ਛੱਡ ਕੇ ਵਾਗੇ ਆ। ਇਹ ਬੰਦੇ ਜਿਹੜੇ ਹੁੰਦੇ ਨੇ ਹਲਕੇ ਛੱਡਣੇ, ਪਾਰਟੀਆਂ ਛੱਡਣੀਆਂ ਕਿ ਕਿਸਮ ਹੁੰਦੀ ਹੈ। ਇਹ ਕੈਪਟਨ ਉਸੇ ਕਿਸਮ ਦਾ, ਉਸੇ ਕਿਸਮ ਦੇ ਢੀਂਡਸੇ ਆ। ਡਾਇਰੈਕਟ ਤੇ ਇਨਡਾਇਰੈਕਟ ਸ਼ਰੇਆਮ ਆਪਦੇ ਦਿਲ ਦੇ ਪਾਲੇ ਨਾਲ, ਡਰ ਦੇ ਨਾਲ ਕੈਪਟਨ ਸਾਹਿਬ ਨੂੰ ਹੁੰਦਾ ਸੀ ਕਿ ਪੱਠਲ ਨਾਮੇ ਦੀ ਕੁਰਸੀ ਖੋਹ ਲਵੇ। ਇਹ ਲੋਕ ਕੁਰਸੀ ਦੇ ਪੁਜਾਰੀ ਹੈ, ਇਹ ਕੁਝ ਵੀ ਕਰ ਸਕਦੇ ਆ, ਕਿਸੇ ਹੱਦ ਤੱਕ ਜਾ ਸਕਦੇ ਆ ਆਪਦੀ ਕੁਰਸੀ ਬਚਾਉਣ ਵਾਸਤੇ। ਪਾਰਟੀ ਛੱਡੋ, ਦੇਸ਼ ਛੱਡੋ, ਗਦਾਰੀ ਕਰੋ, ਦੇਸ਼ ਨਾ ਕਰੋ, ਹਲਕੇ ਨਾ ਕਰੋ, ਪਾਰਟੀ ਨਾ ਕਰੋ। ਮੈਨੂੰ ਉਹਨਾਂ ਨੇ ਕਿਹਾ ਸੀ ਮੈਂ ਧਰਮ ਭੈਣ ਬਣਾਉਣ ਆਇਆ ਤੇ ਰਿਸ਼ਤਾ ਨਿਭਾਊਂਗਾ। ਤੇ ਇੱਕ ਧਰਮ ਭੈਣ ਨੂੰ ਇਹਨੇ ਕਿਸ ਤਰ੍ਹਾਂ ਦੁੱਖਾਂ ਦੇ ਵਿੱਚ ਬੈਠੀ ਦੇ ਉੱਤੇ ਬਾਰ-ਬਾਰ ਵਾਰ ਕੀਤੇ। ਮੈਨੂੰ ਵੀ ਤਾਂ ਭਰੋਸਾ ਤੋੜਿਆ ਨਾ ਕੈਪਟਨ ਨੇ। ਮੈਂ ਸਿਰਫ ਤੇ ਸਿਰਫ ਕੈਪਟਨ ਨੂੰ ਹੀ ਕਹਿੰਦੀ ਸੀ, 2 ਵਾਰੀ ਮੁਲਾਕਾਤ, 3 ਵਾਰੀ ਮੁਲਾਕਾਤ ਕਰਕੇ ਕਿ ਮੇਰੇ ਨਾਲ ਵਰਤਾਓ ਕਿਉਂ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ, ਮੈਨੂੰ ਕਿਉਂ, ਮੇਰੇ ਨਾਲ ਕਰ ਲਓ, ਮੇਰੇ ਹਲਕੇ ਦਾ ਨੁਕਸਾਨ ਨਾ ਕਰੋ। ਠੀਕ ਹੈ, ਤੁਸੀਂ ਕਹਿੰਦੇ ਹੋ ਤੈਨੂੰ ਤਾਂ ਹਲਕੇ ਨੇ MLA ਵੀ ਨਹੀਂ ਬਣਾਇਆ। ਮੈਨੂੰ ਉਹ ਆਪਣਾ ਖਤਰਾ ਸਮਝਦੇ ਰਹੇ ਕਿ ਤੁਹਾਨੂੰ ਲੱਗਦਾ ਫਿਰ ਤਾਂ ਹਰਾਉਂਦੇ ਨੇ ਤੁਹਾਨੂੰ, ਕਰਕੇ ਮੈਨੂੰ ਹਰਾਉਂਦੇ ਰਹੇ। ਮੈਂ ਤਾਂ ਜਦੋਂ ਮੇਰੇ ਕੈਪਟਨ ਮਿਲਣ ਆਇਆ ਘਰੇ, ਉਦੋਂ ਵੀ ਮੈਂ ਇਹਨੂੰ ਰਾਏ ਦਿੱਤੀ ਸੀ। ਇਹ ਆਪਣੀ ਬੇਟੀ ਨੂੰ, ਆਪਣੀ ਦੋਤਿਆਂ ਨੂੰ ਲੈ ਕੇ ਆਇਆ। ਇਹਨੂੰ ਜਦੋਂ ਉਤਾਰਿਆ ਗਿਆ ਉਦੋਂ ਹਫ਼ਤਾ ਕੁ ਪਹਿਲਾਂ ਮੇਰੇ ਘਰੇ, ਤੇ ਹਾਲਾਂਕਿ ਮੈਂ ਨਹੀਂ ਸੱਦਿਆ ਸੀਗਾ, ਬਿਨਾਂ ਸੱਦੇ ਜਦੋਂ ਲੋੜ ਹੁੰਦੀ ਆਪੇ ਪਹੁੰਚ ਜਾਂਦਾ ਕਿ ਦੱਸੋ ਜੀ ਮੈਂ ਹੁਣ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ, ਮੈਂ ਹਾਲਤ ਕੀ ਹੈ। ਕਹਿੰਦਾ ਮੈਂ ਰਹਿਣਾ, ਮੈਨੂੰ ਕੋਈ ਨਹੀਂ ਹਟਾ ਸਕਦਾ। ਬੀਬੀ ਰਜਿੰਦਰ ਕੌਰ ਭੱਠਲ ਪੰਜਾਬ ਦੀ ਸਿਆਸਤ ਦਾ ਵੱਡਾ ਨਾਂ, ਜਿਨ੍ਹਾਂ ਨੂੰ ਪੰਜਾਬ ਦੇ ਇੱਕੋ ਇੱਕ ਮਹਿਲਾ ਮੁੱਖ ਮੰਤਰੀ ਹੋਣ ਦਾ ਮਾਣ ਹਾਸਲਾ, ਤੇ ਦੇਸ਼ ਦੇ ਉਹ 8ਵੇਂ ਮਹਿਲਾ ਮੁੱਖ ਮੰਤਰੀ ਬਣੇ। ਤਾਂ ਬੀਬੀ ਰਜਿੰਦਰ ਕੌਰ ਭੱਠਲ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬੀਬੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਰੋਨਾ ਤੋਂ ਹੋ ਕੇ ਹਟਿਆ, ਕਿਵੇਂ ਸਿਹਤ, ਕਿਵੇਂ ਠੀਕ ਹੋ? ਹਾਂਜੀ, ਮੈਨੂੰ ਪਿਛਲੇ 2 ਸਾਲ ਕਰੋਨਾ ਹੋਇਆ ਸੀਗਾ ਤੇ ਹੁਣ ਬਿਲਕੁਲ ਠੀਕ ਹੈਗਾ ਤੇ ਐਂਟੀਬਾਡੀ ਬਣੀ ਹੈ, ਰੱਬ ਦੀ ਮਿਹਰ ਨਾਲ ਤੰਦਰੁਸਤ ਹਾਂ। ਸਿਆਸਤ ਤੇ ਆਉਂਦੇ ਆ। ਇਸ ਵਾਰ ਲਹਿਰਾ ਹਲਕਾ ਤੁਸੀਂ 25 ਸਾਲ ਲਗਾਤਾਰ ਜਿੱਤ ਕੇ ਲਾਸਟ ਵਾਰੀ ਹਾਰ ਗਏ ਜਦੋਂ ਤੁਹਾਡੀ ਸਰਕਾਰ ਬਣੀ। ਕਿੱਥੇ ਕਮੀ ਰਹਿ ਗਈ ਲਾਸਟ ਵਾਰੀ? ਦੇਖੋ, 25 ਸਾਲ ਜਿਹੜੇ ਗਿਣਦੇ ਹੈ ਉਹਦੇ ਵਿੱਚੋਂ ਯਾਦ ਰੱਖਣਾ ਚਾਹੀਦਾ ਹੈ ਕਿ 2 ਟਰਮਾਂ ਹੀ ਮੈਂ ਪਾਵਰ ਵਿੱਚ ਰਹੀ ਹਾਂ। ਪਹਿਲੀ ਟਰਮ ਜਿਹੜੀ 96 ਵਾਲੀ ਸੀ, 92 ਤੋਂ 96 ਵਾਲੀ, ਉਹਦੇ ਵਿੱਚ ਪਾਵਰ 'ਚ ਰਹਿ ਕੇ ਇੱਕ ਵੱਡਾ ਏਜੰਡਾ ਸੀ ਸਾਡੇ ਸਾਹਮਣੇ, ਜਿਹਦੇ 'ਚ ਸਾਰੀਆਂ ਹੀ ਪਾਰਟੀਆਂ ਭੱਜ ਗਈਆਂ ਸੀਆਂ। ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਕਤਲੋ ਗਾਰਦ ਹੁੰਦੀ ਸੀ। ਕਈ ਥਾਵਾਂ ਤੇ ਸਰਕਾਰੀ, ਜਿਵੇਂ ਆਮ ਕਹਿੰਦੇ ਆ ਕਿ ਪੁਲਿਸ ਵੱਲੋਂ, ਕਈ ਥਾਵਾਂ ਤੇ ਅੱਤਵਾਦੀਆਂ ਵੱਲੋਂ ਨਜਾਇਜ਼ ਬੇਕਸੂਰ ਲੋਕਾਂ ਦੇ ਨਾਲ ਜਿਸ ਤਰ੍ਹਾਂ ਦਾ ਹਾਲਾਤ ਕੀਤੇ ਗਏ। ਸਾਡੇ ਹਰ ਰੋਜ਼ ਸਿਵੇ ਬਲਦੇ ਸੀ। ਇਹ ਸਿਵਿਆਂ ਨੂੰ ਬੁਝਾਉਣ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ। ਸਾਡੀ ਕਾਂਗਰਸ ਪਾਰਟੀ ਨੇ ਸਰਦਾਰ ਬੇਅੰਤ ਸਿੰਘ ਦੀ ਰਹਿਨੁਮਾਈ ਦੇ ਨੀਚੇ, ਜਿਹਦੇ ਵਿੱਚ ਮੈਂ ਰਾਈਟ ਹੈਂਡ ਬਣ ਕੇ ਇੱਕ ਔਰਤ ਜਿਹੜੀ ਹੈਗੀ ਆ ਉਹ ਉਹਨਾਂ ਦੇ ਨਾਲ ਖੜੀ ਸੀ, ਤੇ ਅਸੀਂ ਇਹ ਟੀਚਾ ਜਿਹੜਾ ਮੱਥਿਆ ਸੀ, ਖਤਮ ਕਰਕੇ ਅੱਤਵਾਦ ਦਾ ਦੌਰ, ਇੱਥੇ ਅਮਨ ਸ਼ਾਂਤੀ ਲਿਆਂਦੀ। ਪਹਿਲੀ ਟਰਮ ਦੀ ਤਾਂ ਇਹ ਹਿਸਾਬ ਕਿਤਾਬ ਹੈ ਮੇਰਾ। ਉਸ ਤੋਂ ਬਾਅਦ ਦੂਜੀ ਟਰਮ ਜਿਹੜੀ ਹੈ ਉਹ ਮੈਂ ਜਦੋਂ ਨਾਰਮਲ ਹਾਲਾਤ ਵਿੱਚ ਮਿਨਿਸਟਰ ਬਣੀ ਆ 2002 ਤੋਂ 2007 ਤੱਕ, ਮੈਂ ਇਹ ਗੱਲ ਬੜੇ ਫਖਰ ਨਾਲ ਕਹਿ ਸਕਦੀਆਂ, ਮਾਣ ਨਾਲ ਕਹਿ ਸਕਦੀਆਂ ਕਿ ਉਹਦੇ ਵਿੱਚ ਅੱਜ ਤੱਕ ਦੇ ਸਾਰੇ ਮੇਰੇ ਵਿਰੋਧੀ, ਚਾਹੇ ਅਕਾਲੀ ਹੋਣ, ਦੂਜੇ ਤੀਜੇ ਹੋਣ, ਉਹਨਾਂ ਸਾਰਿਆਂ ਨੂੰ 75% ਤੋਂ ਵੱਧ ਕੰਮ ਮੈਂ ਇਸ ਹਲਕੇ ਵਿੱਚ ਕੀਤਾ ਹੈ। ਜਿਹੜਾ ਹਲਕਾ ਬਿਲਕੁਲ ਐਨ ਛੱਡਿਆ ਪਿਆ ਸੀਗਾ ਕਿ ਇਹ ਲਾਵਾਰਸ ਹੈ, ਇਹਦਾ ਕੋਈ ਵਾਰਸ ਨਹੀਂ, ਇਹ ਹਰਿਆਣੇ ਦਾ ਬਾਰਡਰ ਹੈ, ਇਹ ਘੱਗਰ ਦੀ ਮਾਰ ਥੱਲੇ ਆਇਆ ਵਾ, ਇੱਥੇ ਕੋਈ ਫਸਲ ਹੁੰਦੀ ਹੈ, ਰੱਬ ਦੇ ਰਹਿਮ ਤੇ ਲੋਕ ਵੱਸਦੇ ਸੀ, ਸਰਕਾਰਾਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਸੀ। ਮੈਂ ਉੱਥੇ ਮੱਥਾ ਲਾਇਆ, ਫਿਰ ਪਹਿਲਾਂ ਅੱਤਵਾਦ ਨਾਲ ਮੱਥਾ, ਫਿਰ ਇੱਥੇ ਮੱਥਾ ਲਾਇਆ। ਔਰ ਇਸ 5 ਸਾਲ ਦੀ ਟਰਮ ਵਿੱਚ ਤੁਸੀਂ ਕਿਸੇ ਤੋਂ ਪੁੱਛਿਓ, ਬਲਕਿ ਮੇਰੇ ਵਿਰੋਧੀਆਂ ਤੋਂ ਵੀ ਪੁੱਛਿਓ, ਔਰ ਕਈ ਵਾਰੀ ਕਹਿ ਦਿੰਦੇ ਜੀ ਕੀ ਕੀਤਾ। ਜਿਹੜਾ ਨੇ ਕੀ ਕੀਤਾ ਕਹਿਣਾ ਉਹ ਸੌੜੀ ਸਿਆਸਤ ਨਾ ਕਰਨ, ਕਿਸੇ ਸਿਆਸੀ ਨਜ਼ਰੀਏ ਜੇ ਜਾਂ ਕਿਸੇ ਬੰਦੇ ਦੀ ਪੇਰੋਲ ਤੇ ਆ ਕੇ ਇਹ ਜੇ ਕੰਮ ਨਾ ਕਰਨ। ਕੀ ਉਹਨਾਂ ਸਾਰਿਆਂ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਰਜਿੰਦਰ ਕੌਰ ਭੱਠਲ ਤੋਂ ਪਹਿਲਾਂ ਦਾ ਲਹਿਰਾ ਗਾਗਾ, ਜਿੱਥੇ ਸਿਰਫ ਡੰਡੀਆਂ ਤੇ ਪਿਆਂ ਵਾਲਾ ਸੀਗਾ, ਉੱਥੇ ਮੈਂ ਸੜਕਾਂ ਦਾ ਜਾਲ ਵਿਛਾ ਕੇ ਇੱਕ ਪਿੰਡ ਨੂੰ 4-4 ਸੜਕਾਂ ਨਹੀਂ ਲਾਈਆਂ, ਨੰਬਰ 1। ਨੰਬਰ 2, ਇੱਥੇ ਮੈਂ ਸਕੂਲ ਤੇ ਕਾਲਜ, ਜਿਹਨੂੰ ਅਨਪੜ੍ਹਾਂ ਦਾ ਹਲਕਾ ਗਿਣਿਆ ਜਾਂਦਾ ਸੀ, ਉਹਦੀ ਭਰਮਾਰ ਨਹੀਂ ਲੈ ਕੇ ਆਈ, ਜਿਹਦੇ ਵਿੱਚ ਇਕੱਲੇ ਹੀ ਨਹੀਂ ਕਿ +2 ਤੱਕ ਦੇ ਜਾਂ ਕਿਵੇਂ ਹਾਈ ਸਕੂਲ ਤੱਕ ਦੇ, ਇਹਦੇ ਵਿੱਚ ਮੈਂ ਕਾਲਜਿਸ,
ਮੈਂ ਆਪਣਾ ਡਿਗਰੀ ਕਾਲਜ ਆਪਣਾ ਮੂਨਕ ਲੈ ਕੇ ਆਈਆਂ, ITI ਮੂਨਕ ਲੈ ਕੇ ਆਈਆਂ, ਲਹਿਰਾ ਗਾਗਾ ਦੇ ਵਿੱਚ ਇੰਜੀਨੀਅਰਿੰਗ ਕਾਲਜ ਲੈ ਕੇ ਆਈਆਂ। ਮੈਂ 8-7 ਐਜੂਕੇਸ਼ਨਲ ਤੇ ਹੈਲਥ ਜਿਹੜੇ ਹੈਗੇ ਨੇ ਉਹ ਇੰਸਟੀਚਿਊਸ਼ਨ ਐਸ ਲਹਿਰੇ ਜਿਹੜੀ ਕਦੇ ਸੁਣਿਆ ਹੀ ਨਹੀਂ ਸੀ, ਉਹ ਮੈਂ ਲੈ ਕੇ ਆਈਆਂ। ਇੱਥੇ ਲਹਿਰਾ ਗਾਗਾ ਦੇ ਵਿੱਚ ਦਾਣਾ ਮੰਡੀ ਦਾ ਬਹੁਤ ਭਾਰੀ ਮੰਗ ਸੀ, ਸਾਡੀ ਕੋਈ ਥਾਂ ਨਹੀਂ ਸੀ, ਝੀਲ ਵਾਂਗੂ ਪਾਣੀ ਵਗਦਾ ਸੀ, ਉਹ ਸਾਰਾ ਕੋਲੇ ਖੜ ਕੇ ਭਰ ਕੇ ਜਿਵੇਂ ਆਪਣਾ ਘਰ ਦਾ ਕੰਮ ਕਰੀਦਾ ਹੈ। ਅੱਜ ਮੈਂ ਬਹੁਤ ਵੱਡੀ ਦਾਣਾ ਮੰਡੀ ਸਰਦਾਰ ਬਿਆਨ ਸਿੰਘ ਜੀ ਨਾਲ ਲਿਆ ਕੇ ਬਣਾਈ ਸੀ, ਜਿਹਦੇ ਚ ਮੇਰੇ ਤੋਂ ਬਾਅਦ ਆਉਣ ਵਾਲੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਉਹਨੂੰ ਹੋਰ ਤਾਂ ਸੋਹਣਾ ਵੱਡਾ ਕੀ ਬਣਾਉਣਾ ਸੀ, ਤੋੜ ਕੇ 4-5 ਟੁਕੜਿਆਂ ਚ ਵੰਡਤੀ। ਪਰ ਤੁਸੀਂ ਇੰਨੇ ਕੰਮ ਗਣਾਤੇ, ਜੇ ਤੁਸੀਂ ਇੰਨੇ ਕੰਮ ਕੀਤੇ ਸੀਗੇ, ਹਲਕੇ ਨੇ ਤੁਹਾਨੂੰ ਇੰਨਾ ਮਾਣ ਬਖਸ਼ਿਆ ਸੀ, ਤਾਂ ਫਿਰ 25 ਸਾਲ ਜਿਤਾਉਣ ਤੋਂ ਬਾਅਦ ਤੁਹਾਨੂੰ ਹਰਾਇਆ ਕਿਉਂ ਜੇ ਤੁਸੀਂ ਇੰਨੇ ਕੰਮ ਕੀਤੇ ਸੀ? ਮੈਂ ਇਹੀ ਗੱਲ ਪਹਿਲਾਂ, ਕਿਉਂਕਿ ਮੇਰੀ ਗੱਲ ਪੂਰੀ ਕਦੇ ਇਹ ਨਾ ਸੁਣਦੇ ਆ ਤੇ ਨਾ ਸੁਣਾਉਂਦੇ ਹੈਗੇ ਕੋਈ ਲੋਕ, ਮੈਂ ਮੋਟੀਆਂ ਗੱਲਾਂ ਤੁਹਾਨੂੰ ਦੱਸਦੀਆਂ ਜਿਹੜੀਆਂ ਬਾਕੀ ਛੱਡ ਦਿੰਦੀਆਂ। ਚਲੋ ਜਿਵੇਂ ਬੱਸ ਡੀਪੂ ਬਣਾਇਆ ਸੀਗਾ ਤੇ 1 ਕਰੋੜ 30 ਲੱਖ ਮੈਂ 2006 ਚ ਦਿੱਤਾ ਸੀ ਇੱਥੇ, ਤਾਂ ਕਿ 50-60 ਤੋਂ ਉੱਪਰ 100 ਤੱਕ ਬੱਸਾਂ ਹੋਣਗੀਆਂ, ਕੀੜੀਆਂ ਵਾਂਗੂ ਪਿੰਡਾਂ 'ਚ ਫਿਰਨਗੀਆਂ। ਮੇਰੇ ਤੋਂ ਬਾਅਦ ਵਾਲਿਆਂ ਨੇ ਤੋੜੀਆਂ, ਮੈਂ ਤਾਂ ਦੱਸਦੀ ਹਾਂ ਕਿ ਮੈਂ ਬਣਾਉਣ ਵਾਲਿਆਂ 'ਚ ਤੇ ਦੂਜੇ ਤੋੜਨ ਵਾਲਿਆਂ 'ਚ। ਅੱਜ ਲੋਕਾਂ ਨੇ ਫੈਸਲਾ ਕਰਨਾ ਕਿ ਉਹਨਾਂ ਦੇ ਕੰਮ ਤੋੜਨ ਵਾਲਿਆਂ ਦੇ ਨਾਲ ਖੜਨਾ ਕਿ ਉਹਨਾਂ ਦੇ ਕੰਮ ਬਣਾਉਣ ਵਾਲਿਆਂ ਨਾਲ ਖੜਨਾ। ਉਹ ਬੱਸ ਡੀਪੂ ਤੋੜ ਕੇ ਕਰੋੜ ਰੁਪਇਆ ਲੈ ਗਏ, 30,000 ਰੱਖਤਾ। ਆ ਕਾਲਜ ਸੀ ਜਿਹੜਾ ਇੰਜੀਨੀਅਰ ਕਾਲਜ ਦੇਸ਼ ਭਗਤ ਦੇ ਨਾਂ ਤੇ ਸੀ, ਮੈਂ ਬਣਾਇਆ ਸੀ, ਕਿੰਨੇ ਵੱਡੇ 100 ਤੋਂ ਵੱਧ ਸਾਡੇ ਇੱਥੇ ਬੰਦਿਆਂ ਨੂੰ ਪਲੇਸਮੈਂਟ ਮਿਲੀ, ਬਾਹਰ ਜਾ ਕੇ ਰੁਜ਼ਗਾਰ ਮਿਲਿਆ, ਮੈਨੂੰ ਦੱਸਦੇ ਆ ਨੌਕਰੀਆਂ ਮਿਲੀਆਂ। ਔਰ ਇੱਥੇ 200 ਤੋਂ ਵੱਧ ਬੰਦੇ ਜਿਹੜੇ ਆਪਣੇ ਲੱਗੇ ਹੋਏ, 300 ਬੰਦੇ ਜਿਹੜੇ ਇੱਥੇ EMPLOYEES ਨੇ। ਕਿੰਨਾ ਫਾਇਦਾ ਸੀ, ਉਹਨੂੰ ਤੋੜ ਕੇ ਸ਼ਾਖਾਂ ਵੱਢ ਕੇ ਕਾਲਜ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਤੇ ਮਗਰ ਪੈ ਬਾਰ-ਬਾਰ ਪਹਿਲਾਂ ਵੀ ਤਨਖਾਹਾਂ ਮੈਂ ਦਵਾਈਆਂ, ਹੁਣ ਵੀ ਤਨਖਾਹਾਂ ਦਵਾਉਣ ਵਾਸਤੇ ਜਿਹੜੀਆਂ ਮੇਰੇ ਨਾਲ ਵਿਤਕਰਾ ਕੀਤਾ ਗਿਆ ਕੈਪਟਨ ਸਾਹਿਬ ਦੀ ਸਰਕਾਰ ਨੇ। ਕਿਉਂਕਿ ਪਹਿਲਾਂ ਇਹ ਵੀ ਢੀਂਡਸਾ ਤੇ ਕੈਪਟਨ ਮਿਲੇ ਹੋਏ ਸੀ ਅੰਦਰੋਂ ਗਤੀ, ਮੇਰੇ ਕੰਮ ਹੋਣ ਨਹੀਂ ਸੀ ਦਿੰਦੇ ਢੀਂਡਸਾ ਜੀ, ਉਹਨਾਂ ਦੇ ਕਹਿਣ ਤੇ ਕੈਪਟਨ ਸਾਹਿਬ ਕਰਦੇ ਨਹੀਂ ਸੀ, ਉਹ ਬੰਦ ਕਰਾਈ ਜਾਂਦੇ ਸੀ। ਤੇ ਮੈਂ ਆਪਣੇ ਥਾਵਾਂ ਤੇ ਆਪਦੀ ਨਿੱਜੀ ਕੋਸ਼ਿਸ਼ ਕਰਦੀ ਰਹੀ, ਕਰਕੇ ਆ ਕੇ ਮੈਂ ਇੱਥੇ ਇਹਨਾਂ ਨੂੰ ਫੇਰ ਵੀ ਅਜੇ ਵੀ ਹੁਣ 5 ਕਰੋੜ ਦੀ ਕਿਸ਼ਤ ਪਵਾਈ ਹੈ ਤੇ ਨਾ 60-40 ਦੀ ਰੇਸ਼ੋ ਦੇ ਵਿੱਚ ਕਰਾਇਆ। ਇਹ 7 ਵੱਡੇ ਪੁਲ ਸੂਏ ਕੱਸੀਆਂ ਦੇ ਬਣਾਉਣੇ ਔਖੇ ਨੇ, 7 ਵੱਡੇ ਘੱਗਰ ਦੇ ਪੁਲ ਬਣਾਏ ਨੇ ਮੈਨੂੰ ਮੇਰੇ ਵਿਰੋਧੀ ਸਾਰੇ ਹੀ, ਤੇ ਪਲੱਸ ਢੀਂਡਸਾ ਜੀ ਜਿਹੜੇ ਲਗਾਤਾਰ 10 ਸਾਲ ਸਿਆਸਤ ਰਹੇ। ਕੋਈ ਬੰਦਾ ਸਿਆਸਤ 'ਚ ਰਿਹਾ ਨਹੀਂ ਲਗਾਤਾਰ ਸਰਕਾਰ 'ਚ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ, 7 ਪੁਲ ਮੈਂ ਬਣਾਏ ਨੇ, 10-15 ਕਾਲਜ ਮੈਂ ਬਣਾਏ ਨੇ, ਇਸ ਤਰ੍ਹਾਂ 8-9 ਮੈਂ ਗ੍ਰਿਡ ਬਣਾਏ ਨੇ, ਸਬ ਡਿਵੀਜ਼ਨ ਮੂਨਕ ਬਣਾਈ ਤਾਂ ਕਿ ਅਸੀਂ ਲਹਿਰਾ ਜ਼ਿਲ੍ਹਾ ਬਣਾ ਸਕੀਏ। ਮੈਂ ਮੋਟੇ ਕੰਮ ਗਿਣਾ ਰਹੀ ਹਾਂ। ਇਹਨਾਂ ਦੇ ਮੁਤਾਬਕ ਮੈਨੂੰ ਇਹ ਦੱਸਣ ਢੀਂਡਸਾ ਜੀ ਜਾਂ ਜਿਹੜੇ ਇਹ ਕਿਤੇ ਪਾਉਣ ਵਾਲੇ ਪੋਸਟਾਂ ਕਿਸੇ ਦੇ ਪੇਡ ਨੇ, ਇਹ ਕਹਿੰਦੇ ਕੋਈ ਕੰਮ ਨਹੀਂ ਹੋਇਆ, ਕੀ ਇਹ ਸਾਰੇ ਕੰਮ ਜਿਹੜੇ ਗਰਾਊਂਡ ਤੇ ਪਏ ਨਜ਼ਰ ਨਹੀਂ ਆ ਰਹੇ, ਜਾਂ ਕੀ ਇਹਨਾਂ ਵਿੱਚੋਂ ਕੋਈ ਇੱਕ ਕੰਮ ਜਿਹਦੀ ਪੇ ਤੇ ਰੋਲ ਕੰਮ ਕਰਦੇ ਨੇ, ਇੱਕ ਕੰਮ ਉਹਦਾ ਗਿਣਿਆ ਦੇਣ। ਇਹ ਤਾਂ ਹੈਗੇ ਮੇਰੇ ਕੰਮਾਂ ਦੀ ਗੱਲ। ਦੂਜੀ ਗੱਲ, ਕਿਉਂ ਇਸ ਤਰ੍ਹਾਂ ਹੋਇਆ, ਤੁਸੀਂ ਕਿਹਾ ਹਾਰਿਆ। ਇੱਥੇ ਲੋਕਾਂ ਦਾ ਮੈਨੂੰ ਬਹੁਤ ਬੇਹੱਦ ਪਿਆਰ ਮਿਲਿਆ। ਇੱਥੇ ਅਕਾਲੀ ਦਲ ਨੇ ਬਦਲਵੇਂ ਉਮੀਦਵਾਰ ਲਿਆਂਦੇ, ਇਲਾਕੇ ਜਿਹੜੇ ਬੜੇ ਆਪਣੇ ਚੰਦੂ ਮਾਜਰਾ ਵਰਗੇ ਘਾਗ ਸਿਆਸਤਦਾਨ ਉਹੋ ਜਿਹੇ ਵੀ ਲਿਆਂਦੇ ਬਾਹਰਲੇ ਜ਼ਿਲ੍ਹਿਆਂ ਤੋਂ, ਤੇ ਅਮੀਰ ਢੀਂਡਸੇ ਵਰਗੇ ਵੀ ਲਿਆਂਦੇ ਜਿਹੜੇ ਆਪਣਾ ਹਲਕਾ ਛੱਡਿਆ। ਲੋਕਾਂ ਨੂੰ ਇਹ ਪਤਾ ਸੀ ਕਿ ਸਾਡੇ ਕਿਵੇਂ ਹੋ ਜਾਣਗੇ ਜਿਹੜੇ ਉਹਨਾਂ ਦੇ ਨਹੀਂ ਹੋਏ, ਲੇਕਿਨ ਹਾਰ ਦਾ ਕਾਰਨ ਇਹ ਸਾਰੇ ਇਕੱਠੇ ਹੋ ਕੇ ਵੀ ਸ਼ਾਇਦ ਹਰਾ ਨਾ ਸਕਦੇ। ਸਾਡੇ ਇੱਕ ਧਾਰਮਿਕ ਸੰਸਥਾ ਦਾ ਇਹ ਫੈਸਲਾ ਹੋ ਗਿਆ, ਕਿਉਂਕਿ ਮੇਰੀ ਇਹ ਇਲੈਕਸ਼ਨ ਜਿਹੜਾ ਹਲਕਾ ਹੈ ਹਰਿਆਣੇ ਦੇ ਬਾਰਡਰ ਤੇ ਪੈਂਦਾ ਹੈ, ਬਹੁਤ ਵੱਡੀ ਗਿਣਤੀ ਵਿੱਚੋਂ ਧਾਰਮਿਕ ਸੰਸਥਾ ਦੇ ਪ੍ਰਸ਼ੰਸਕ ਸੀ ਇੱਥੇ, ਜਿਹਨੂੰ ਆਪਾਂ ਕਹਿੰਦੇ 25-26 ਹਜ਼ਾਰ ਤੱਕ। ਉਹਨਾਂ ਦਾ ਫੈਸਲਾ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਪਤਾ ਨਹੀਂ ਕਿਵੇਂ ਹੋਇਆ, ਉਹ ਇਹਨਾਂ ਨੇ ਅਕਾਲੀ ਦਲ ਦੇ ਹੱਕ 'ਚ ਕਰਾ ਲਿਆ। ਇਹੀ ਪਰਮਿੰਦਰ ਢੀਂਡਸਾ ਜਿਹੜਾ ਕਹਿੰਦਾ ਬੇਅਦਬੀ ਕਰਕੇ ਅਕਾਲੀ ਦਲ ਛੱਡਿਆ, ਉਸੇ ਅਕਾਲੀ ਦਲ ਦੀ ਟਿਕਟ ਤੇ ਲੜਿਆ, ਉਸੇ ਅਕਾਲੀ ਦਲ ਨਾਲ ਰਿਹਾ, ਔਰ ਉਹ ਸੰਸਥਾ ਦਾ ਫੈਸਲੇ ਦੇ ਮੁਤਾਬਕ ਜਿੱਤ ਸਕਿਆ, ਜਿਹਦੇ ਕਰਕੇ ਮੈਨੂੰ ਇਸ ਵਾਰ ਨੁਕਸਾਨ ਹੋਇਆ। ਮੈਨੂੰ ਤੁਸੀਂ ਕਿਹਾ ਸੀ ਕਿ ਮੈਂ ਹਲਕੇ ਨੂੰ ਜੋੜਿਆ ਤੇ ਦੂਜਿਆਂ ਨੇ ਹਲਕੇ ਨੂੰ ਤੋੜਿਆ, ਤੇ ਫਿਰ ਤੁਹਾਡਾ ਇਲਜ਼ਾਮ ਆ ਕਿ ਉਹਨਾਂ ਨੇ ਹਲਕੇ ਨੂੰ ਤੋੜਿਆ, ਤਾਂ ਫਿਰ ਲੋਕਾਂ ਨੇ ਤੋੜਨ ਵਾਲੇ ਦੇ ਹੱਕ 'ਚ ਫਤਵਾ ਕਿਉਂ ਦਿੱਤਾ? ਮੈਂ ਹੀ ਤਾਂ ਕਹਿ ਰਹੀ ਹਾਂ, ਲੋਕਾਂ ਨੇ ਫਤਵਾ ਨਹੀਂ ਦਿੱਤਾ। ਠੀਕ ਹੈ, ਇੱਕ ਤਾਂ ਮੇਰੇ ਮੁਕਾਬਲੇ 'ਚ ਪੈਸਾ ਸੀ ਉਹਨਾਂ ਕੋਲੇ, ਬੜੀ ਦੁਨੀਆ ਗਰੀਬ ਹੈ, ਔਖੀ ਹੈ। ਹੁਣ ਵੀ ਬਾਹਰ ਕਹਿੰਦੇ ਆ ਮੈਨੂੰ, ਬਲਕਿ 60 ਵੱਜਦੀ ਹੈ, ਕਹਿੰਦੇ ਜੀ ਮੈਨੂੰ ਕਿਹੜਾ ਲਹਿਰੇ ਨੇ ਥਾਲੀ 'ਚ ਪਾ ਕੇ ਜਿਤਾਇਆ ਹੈ। ਲੋਕ ਕਹਿੰਦੇ ਆ ਢੀਂਡਸਾ ਜੀ ਦੇ ਕਿ ਸਾਨੂੰ ਤਾਂ ਮੋਟੇ ਪੈਸੇ ਦੇ ਕੇ ਖਰੀਦੀਆਂ, ਤਾਂ ਖਰੀਦੇ ਆ ਲਹਿਰੇ ਵਾਲੇ, ਉਹ ਖਰੀਦਿਆਂ ਦਾ ਇਲਜ਼ਾਮ ਲਾਉਂਦੇ ਆ ਸਾਡੇ ਤੇ। ਦੂਜੀ ਗੱਲ ਮੈਂ ਜਿਹੜੀ ਦੱਸੀ ਹੈ ਕਿ ਧਾਰਮਿਕ ਸੰਸਥਾ ਦਾ ਜਿਹੜੀ 26-27 ਹਜ਼ਾਰ ਵੋਟ ਰੱਖਦੀ ਹੈ, ਜੋ ਅੱਧ ਵੋਟ ਵੀ ਮੇਰੇ ਚੋਂ ਮਾਈਨਸ ਹੋ ਕੇ ਉਧਰ ਪੈ ਜੇ, ਜਿਹੜੀ ਹਮੇਸ਼ਾ ਸਾਡੇ ਨਾਲ ਹੁੰਦੀ ਸੀ, ਤਾਂ ਉਹ ਉਸ ਕਾਰਨ ਕਰਕੇ ਹਾਰੀਆਂ। ਤੇ ਇਹਨਾਂ ਦੀ ਕੋਈ ਬਸ ਦੀ ਗੱਲ ਨਹੀਂ ਸੀ ਮੇਰੇ ਹਲਕੇ ਦੇ ਲੋਕਾਂ ਨੂੰ ਇਹ ਇਸ ਤਰ੍ਹਾਂ ਕਰਕੇ ਹਰਾਸ ਦਿੰਦੇ। ਮੇਰੇ ਲੋਕ ਮੇਰੇ ਨਾਲ ਜੁੜੇ ਹੋਏ ਆ, ਮੈਨੂੰ ਲਗਾਤਾਰ ਸੁਣਾਇਆ ਜਿੱਥੋਂ ਕਾਂਗਰਸ ਪਾਰਟੀ ਦਾ ਕੋਈ ਕਦੇ ਐਮਐਲਏ ਜਿੱਤਿਆ ਨਹੀਂ, 5 ਵਾਰ ਜਿਤਾਇਆ ਲੋਕਾਂ ਨੇ, ਐਮਐਲਏ ਬਣੀਆਂ। ਇੱਕ ਤਾਂ ਮੈਂ ਤੁਹਾਨੂੰ ਦੱਸਿਆ ਸਰਕਾਰ ਦੇ ਵਿੱਚ ਰਹਿ ਕੇ ਕੰਮ ਮੈਂ ਜੋ ਕੀਤੇ, ਇੱਕ ਤਾਂ ਉਹ ਦੱਸਿਆ ਮੈਂ। ਇੱਕ ਮੈਂ ਜਦੋਂ ਸਰਕਾਰ 'ਚ ਨਹੀਂ ਐਮਐਲਏ ਬਣੀਆਂ, ਉਹਦੇ ਵਿੱਚ ਵੀ ਅੱਜ ਵਿਧਾਨ ਸਭਾ ਦਾ ਰਿਕਾਰਡ ਬੋਲਦਾ, ਕੱਢ ਲਓ। ਸਾਰਿਆਂ ਤੋਂ ਵੱਧ ਜਿਹੜੇ ਕੰਮ ਮੈਂ ਆਪਣੀਆਂ ਗੱਲਾਂ, ਆਪਣੇ ਸਵਾਲ, ਆਪਣੀਆਂ ਮੰਗਾਂ ਵਿਧਾਨ ਸਭਾ 'ਚ ਰੱਖੀਆਂ, ਉਹਦਾ 1% ਵੀ ਪਰਮਿੰਦਰ ਢੀਂਡਸਾ ਐਮਐਲਏ ਬਣ ਕੇ ਅਜੇ ਤੱਕ ਰੱਖਿਆ ਨਹੀਂ। ਆ ਪਾਣੀ ਹੈ ਸਾਡੇ ਲਹਿਰੇ ਦੇ 9 ਵਾਰਡਾਂ ਦੇ ਵਿੱਚ,
ਪਾਣੀ ਕਿਉਂਕਿ ਵਾਦੀ ਵੱਧ ਗਈ, ਆਹ ਵਾਟਰ ਬਾਕਸ ਜਿਹੜਾ ਮੈਂ ਲਵਾਇਆ ਸੀ ਉਹ ਛੋਟਾ ਰਹਿ ਗਿਆ, ਉਹਦੀ ਕਪੈਸਿਟੀ ਛੋਟੀ ਕਰਕੇ ਪਾਣੀ ਨਹੀਂ ਸੀ ਆਉਂਦਾ। ਉਹਦਾ ਇਹ ਖਜ਼ਾਨਾ ਮੰਤਰੀ ਸੀ, ਚਾਬੀਆਂ ਘਮਾਉਂਦੇ ਰਹੇ, ਇੱਥੇ ਪਾਣੀ ਦਾ ਇੰਤਜ਼ਾਮ ਨਹੀਂ ਕਰ ਸਕੇ। ਮੇਰੇ ਵਿਧਾਨ ਸਭਾ ਸਵਾਲ ਪਏ ਨੇ ਕਿ ਮੈਨੂੰ ਵਾਟਰ ਬਾਕਸ ਲਾ ਦਿਓ, ਵਾਟਰ ਬਾਕਸ ਲਾ ਦਿਓ। ਅੱਜ ਵੀ ਫਿਰ ਕੈਪਟਨ ਸਾਹਿਬ ਨੇ ਫਿਰ ਇਹਨਾਂ ਦੇ ਕਹਿਣ ਤੇ ਮੈਨੂੰ ਪੈਸਾ ਨਹੀਂ ਦਿੱਤਾ। 6 ਮਹੀਨੇ 4 ਮਹੀਨੇ ਪਹਿਲਾਂ ਜੋ ਚੰਨੀ ਜੀ ਬਣੇ ਹੈ, ਮੈਂ ਉਹ ਪੌਣੇ 2 ਕਰੋੜ ਰੁਪਇਆ ਮਨਜ਼ੂਰ ਕਰਾ ਕੇ, ਪਹਿਲੀ ਵਾਰ ਹੋਇਆ ਕਿ ਇਹ ਵਧੀ ਆਬਾਦੀ ਦੇ ਕਾਰਨ ਪਾਣੀ ਦੀ ਜਿਹੜੀ ਕਮੀ ਸੀ, ਸ਼ਾਰਟੇਜ ਸੀ, ਉਹ ਪੂਰੀ ਕਰਨ ਲਈ ਮੈਂ ਅੱਜ ਉੱਥੇ ਜਿਵੇਂ ਵੱਡੇ ਟਿਊਬਵੈਲ ਲਵਾਤੇ ਹੈ, ਸਾਡੇ ਆਪਣੇ ਜਿਹੜਾ ਉਹ ਕਾਲਜ ਆ ਉਹਦੀ ਵੱਡੀ ਟੈਂਕੀ ਦੇ ਵਿੱਚ ਸਾਰਾ ਪਾਣੀ ਪਊਗਾ, ਵੱਖਰੇ ਵੀ ਇੱਕ ਖੂਹ ਬਣਾ ਕੇ ਨਹਿਰ ਚੋਂ ਪਾਣੀ ਲੈ ਕੇ, ਪਾਣੀ ਦੀ ਕਮੀ ਹਮੇਸ਼ਾ ਵਾਸਤੇ ਸਾਨੂੰ ਇਹ ਜਿਹੜੀ ਖਤਮ ਹੋਈ ਹੈ, ਪੂਰਾ ਪਾਣੀ ਮਿਲੂਗਾ। ਇਹ ਕੰਮ ਜੇ ਮੈਂ ਕੀਤਾ ਤਾਂ ਇਹ ਲੋਕਾਂ ਨੂੰ ਯਾਦ ਹੈ। ਅੱਜ 6 ਕਰੋੜ ਦੇ ਲਗਭਗ ਅਸੀਂ ਜਿਹੜਾ ਪੈਸਾ ਹੈ ਉਹ ਲਹਿਰੇ ਦੇ ਵਿਕਾਸ ਤੇ, ਚਾਹੇ ਉਹ ਜਿਹੜਾ ਬ੍ਰਿਜ ਦੇ ਨਾਲ ਪਾਣੀ ਖੜਦਾ ਹੈ ਉਹਦੇ ਪਾਣੀ ਦੀ ਨਿਕਾਸੀ ਦਾ ਹੋਵੇ, ਚਾਹੇ ਪਾਰਕ ਹੋਣ, ਚਾਹੇ ਗਲੀਆਂ ਹੋਣ, ਚਾਹੇ ਕਿਸੇ ਕਿਸਮ ਦੀ ਜਿਹੜੀ ਡਿਮਾਂਡ ਕਿਸੇ ਪਾਸੋਂ ਆਈ ਹੋਵੇ, ਸਾਡੇ ਗਰੀਬ ਭਾਈਚਾਰੇ ਬਸਤੀਆਂ ਹੋਣ, ਸਾਰੀਆਂ ਉਹਨਾਂ ਦੇ ਵਿੱਚ ਅਸੀਂ ਇਹ ਪੈਸਾ ਲਾ ਕੇ ਜਿੱਥੇ ਜਿੱਥੇ ਮੰਗਿਆ, ਜਿਵੇਂ ਜਿਵੇਂ ਮੰਗਿਆ। ਆਹ ਹਸਪੀਟਲ ਹੈ, ਇਹ ਹਸਪੀਟਲ ਮੈਂ ਲੈ ਕੇ ਆਈ ਸੀ ਗੁਲਾਮ ਨਬੀ ਆਜ਼ਾਦ ਵੇਲੇ, ਉਸ ਵਕਤ 2006 ਦੇ ਵਿੱਚ। ਉਹ ਇੱਕ ਸਕੀਮ ਸੀ ਜਿਹੜੀ ਦੇ ਮੁਤਾਬਕ ਐਗਰੀਮੈਂਟ ਹੁੰਦਾ ਕਿ ਭਾਰਤ ਦੀ ਸਰਕਾਰ ਮਸ਼ੀਨਰੀ ਦੇਊ, ਬਿਲਡਿੰਗ ਦੇਊ, ਉਹ ਮੈਂ ਦਵਾਤੀ। ਐਗਰੀਮੈਂਟ ਮੁਤਾਬਕ ਸਟੇਟ ਗਵਰਨਮੈਂਟ ਨੇ ਡਾਕਟਰ ਤੇ ਦਵਾਈਆਂ ਦੇਣੀਆਂ ਹੁੰਦੀਆਂ, ਇਹਨਾਂ ਨੇ ਉਹਨੂੰ ਸਬ ਡਿਵੀਜ਼ਨ ਦਾ ਅੱਜ ਤੱਕ ਐਲਾਨ ਹੀ ਨਹੀਂ ਕੀਤਾ ਤਾਂ ਕਿ ਇਹਨਾਂ ਨੂੰ ਦਵਾਈਆਂ ਤੇ ਡਾਕਟਰ ਨਾ ਦੇਣੇ ਪੈਣ, ਜਿਹਦੇ ਕਰਕੇ ਬੁਰਾ ਹਾਲ ਸਾਡੇ ਲੋਕਾਂ ਦਾ ਸੀ। ਅੱਜ ਤੁਸੀਂ ਜਾ ਕੇ ਹਸਪੀਟਲ ਕਮੇਟੀ ਨੂੰ ਪੁੱਛਿਓ ਕਿ ਮੈਂ ਉਹ ਸਬ ਡਿਵੀਜ਼ਨ ਦਾ ਅੱਜ ਜਦੋਂ ਚੰਨੀ ਆਇਆ ਉਹ ਪਾਸ ਕਰਾ ਕੇ ਸਬ ਡਿਵੀਜ਼ਨ ਦਾ ਹਸਪਤਾਲ ਬਣਾਇਆ, ਮੇਰਾ ਧੰਨਵਾਦ ਕਰਕੇ ਗਏ ਨੇ ਉਹ ਸਾਰੇ ਲੋਕ, ਔਰ ਨਾਲ ਉੱਥੇ ਮੈਂ ਗ੍ਰਾਂਟ ਵੀ ਦਵਾਈ ਹੈਗੀ ਹੈ। ਇਸ ਕਰਕੇ ਜਿਹੜੀ ਮੈਂ ਦੱਸਿਆ ਕਿ ਇਹ ਤੋੜਦੇ ਰਹੇ ਹੈ, ਕਾਲਜ ਤੋੜਿਆ, ਬੱਸ ਅੱਡਾ ਤੋੜਿਆ, ਸਾਡਾ ਆ ਪਾਣੀ ਦਾ ਕੰਮ ਨਹੀਂ ਕੀਤਾ। ਮੈਂ ਆਪਣਾ ਕਾਲੀ ਫੂਲਾ ਸਿੰਘ ਦੇ ਨਾਂ ਤੇ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰ ਇੱਥੋਂ ਸੁਖਦੇਵ ਸਿੰਘ ਢੀਂਡਸਾ ਨੂੰ ਹਰ ਵਾਰ ਪਾਰਲੀਮੈਂਟ ਜਿਤਾਉਂਦਾ ਰਿਹਾ, ਲਹਿਰਾ ਗਾਗਾ। ਪਰਮਿੰਦਰ ਢੀਂਡਸਾ ਅੱਜ ਫਿਰ MLA ਹੈਗਾ, ਇਹਦੇ ਪਿਤਾ ਦੀਆਂ 5 ਕਰੋੜ ਗ੍ਰਾਂਟ ਇੱਕ ਸਾਲ ਦੀਆਂ ਆਉਂਦੀਆਂ, 5 ਸਾਲ ਇੱਕ ਟਰਮ ਦੀਆਂ 25 ਕਰੋੜ ਆਉਂਦੀਆਂ। ਉਹਨਾਂ ਥਾਵਾਂ ਤੇ ਹੁਣ ਨਿੱਕੇ ਨਿੱਕੇ ਪੈਸੇ ਚੱਕੀ ਫਿਰਦੇ ਆ। 4.5 ਸਾਲ ਤੱਕ ਇਹਨਾਂ ਨੇ ਬਾਤ ਨਹੀਂ ਪੁੱਛੀ। ਉਹ ਕਾਲੀ ਫੂਲਾ ਸਿੰਘ ਵਾਲਾ ਜ਼ਿਲ੍ਹੇ ਦੇ ਵਿੱਚ 1 ਕਰੋੜ 10 ਲੱਖ ਦਿੱਤਾ, ਮੈਂ ਰਿਕਾਰਡ ਦੀ ਗੱਲ ਕਰ ਰਹੀ ਹਾਂ ਸਾਰੀ। ਇਹਨਾਂ ਨੇ ਮੁੜ ਕੇ ਜਿਹੜੀ ਅਗਲੀ ਕਾਰਵਾਈ ਜੋ ਸਰਕਾਰ ਆ ਗਈ ਇਹਨਾਂ ਦੀ 2007 ਤੋਂ 17 ਤੱਕ 10 ਸਾਲ ਲਗਾਤਾਰ, ਉੱਥੇ ਜਾ ਕੇ ਅਗਲੀ ਕਾਰਵਾਈ ਨਾ ਕਤਾ ਕੀਤੀ ਇਹਨਾਂ ਨੇ, ਜਿੱਥੇ ਐਕਸਚੇਂਜ ਲੈਂਡ ਹੋਣੀ ਸੀ, ਹੋਰ ਪੈਸਾ ਜਾਣਾ ਸੀ, ਉਹ ਸਾਰਾ ਕੁਝ ਉੱਥੇ ਦੀ ਉੱਥੇ ਖੜਾ ਹੈ, ਜਿਹਦੇ ਚ ਹੁਣ ਮੁੜ ਕੇ ਆ ਕੇ ਫੇਰ ਮੈਂ ਲੱਗੀਆਂ ਮੋਢਾ ਲਾਉਣ ਵਾਸਤੇ। ਸੋ 10 ਸਾਲ ਤੱਕ ਮੇਰੇ ਕੰਮ ਤੋੜਦੇ ਰਹੇ। ਵੱਡੇ ਤੋਂ ਵੱਡੇ ਸ਼ਹੀਦਾਂ ਦਾ ਵੀ ਨਹੀਂ ਇਹਨਾਂ ਨੇ ਖਿਆਲ ਰੱਖਿਆ, ਦੇਸ਼ ਭਗਤਾਂ ਦਾ ਵੀ ਖਿਆਲ ਨਹੀਂ ਰੱਖਿਆ, ਹਲਕੇ ਦੇ ਪਿਆਸੇ ਲੋਕਾਂ ਦਾ ਵੀ ਖਿਆਲ ਨਹੀਂ ਰੱਖਿਆ। ਇਹ ਸਾਰਿਆਂ ਥਾਵਾਂ ਤੇ ਮੈਂ ਉਹ ਕੰਮਾਂ ਨੂੰ ਨਾ ਪਾਵਰ ਚ ਹੁੰਦੀ ਹੋਈ, ਅੱਜ ਮੈਂ ਨਾ ਮਿਨਿਸਟਰ ਆ ਨਾ ਮੈਂ MLA ਆ, ਪਰ ਫਿਰ ਵੀ ਮੈਂ ਇਸ ਹਲਕੇ ਵਾਸਤੇ 22 ਕਰੋੜ ਰੁਪਇਆ ਆ 4-3 ਮਹੀਨੇ ਜੋ ਚੰਨੀ ਸਰਕਾਰ ਆਈ ਹੈ ਉਹ ਚ ਲੈ ਕੇ ਆਈਆਂ। ਮੇਰੀ ਹੁਣ ਜਿਹੜਾ ਸਮਝਦੀਆਂ ਕਿ ਜਿੱਥੇ ਹੋਰ MLA ਸੀ ਉਹਨਾਂ ਨੂੰ 100-100 ਕਰੋੜ ਵੀ ਮਿਲਿਆ ਹੋਣਾ। ਸੀਐਮ ਚੰਨੀ ਨੇ ਤੁਹਾਡੀਆਂ ਸਾਰੀਆਂ ਗੱਲਾਂ, ਸਾਰੀਆਂ ਬੇਨਤੀਆਂ ਸੁਣੀਆਂ? ਬਿਲਕੁਲ, ਮੈਂ ਉਹਨਾਂ ਦੇ ਨਾਲ ਗੱਲ ਕੀਤੀ ਕਿਉਂਕਿ ਏਜੰਡਾ ਬਹੁਤ ਵੱਡਾ ਸੀ, ਬਹੁਤ ਚੰਗੇ ਕੰਮ ਕੀਤੇ ਨਵੀਂ ਸਰਕਾਰ ਨੇ। ਅੱਜ ਲੋਕਾਂ ਵਿੱਚ ਸਾਡੀ ਸ਼ਾਖ ਬਣੀ ਹੈ, ਤਾਂ ਹੀ ਦੂਜੀਆਂ ਪਾਰਟੀਆਂ ਦੇ ਲੋਕਾਂ ਦੇ ਵਿੱਚ ਆ ਤੁਹਾਡੇ ਸਾਹਮਣੇ ਜਿਹੜੀ ਆਮ ਆਦਮੀ ਪਾਰਟੀ ਦੀ ਲੋਕ ਚਰਚਾ ਕਰਦੇ ਆ, ਇਹ ਤਾਂ ਮੈਂ ਸੁਣਿਆ ਕਿਸੇ ਨੂੰ ਟਿਕਟ ਨਾ ਮਿਲੇ ਛੱਡ ਕੇ ਚਲਿਆ ਜਾਵੇ। ਇਹ ਪਹਿਲੀ ਵਾਰ ਦੇਖਿਆ ਹੋਣਾ ਕਿ ਟਿਕਟ ਮਿਲੀ ਵੀ ਵਾਲਾ ਆਮ ਆਦਮੀ ਪਾਰਟੀ ਦਾ ਬੰਦਾ ਟਿਕਟ ਛੱਡ ਕੇ ਕਾਂਗਰਸ। ਤਾਂ ਕਹਿੰਦੇ ਕਾਂਗਰਸ ਨੇ ਬਾਹ ਮਰੋੜੀ ਉਹਨਾਂ ਦੀ। ਨਹੀਂ, ਬਾਹਾਂ ਤਾਂ ਇਹ ਵੀ ਮਰੋੜਦੇ ਆ, ਇਹਨਾਂ ਦੀਆਂ ਬਾਹਾਂ ਮਰੋੜੀਆਂ ਤਾਕਤ ਨਹੀਂ ਇਹਨਾਂ ਦੇ ਚ। ਇਹ ਬਾਹ ਮਰੋੜ ਕੇ ਕਿਉਂ ਨਹੀਂ ਜਾਂਦੇ? ਬਾਹ ਮਰੋੜੀ ਨਾਲ ਨਹੀਂ ਕੋਈ ਆਉਂਦਾ ਹੁੰਦਾ। ਕਹਿੰਦੇ ਸੀ ਸੱਚੀ ਸੁੱਚੀ ਰਾਜਨੀਤੀ ਕਰਦੇ। ਨਹੀਂ ਨਹੀਂ, ਬਿਲਕੁਲ ਨਹੀਂ, ਝੂਠ। ਸਾਰਿਆਂ ਤੋਂ ਵੱਧ ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਕਹਿੰਦੇ ਆਮ ਆਦਮੀ ਦੀ ਪਾਰਟੀ, ਆਮ ਆਦਮੀ ਪਾਰਟੀ ਦੇ ਹੱਥ 'ਚ ਫੜਾਇਆ ਵਾ ਝਾੜੂ ਤੇ ਰਾਜ ਦਾ ਤਿਲਕੇ ਰੱਖਦੇ ਖਾਸ ਆਦਮੀ ਦੇ ਹੱਥ ਵਿੱਚ। ਸਾਡੀ ਪਾਰਟੀ ਦੇ ਕਿੰਨੇ ਮੈਂਬਰ ਨੇ ਸ਼ਾਮਲ ਕੀਤੇ? ਉਹ ਆਮ ਆਦਮੀ ਨੇ। ਮੇਰਾ ਆਪਣਾ ਭਰਾ ਹੈ ਜੋਗਿੰਦਰ ਸਿੰਘ ਮਾਨ, ਮਿਨਿਸਟਰ ਰਿਹਾ ਕਾਂਗਰਸ ਦੇ ਵਿੱਚ, ਉਹਨੂੰ ਇਹ ਕਿਹੜੇ ਤਰੀਕੇ ਨਾਲ ਉੱਥੇ ਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦੇ ਤੁਹਾਡੇ ਤੇ ਠੋਸਤਾ। ਜਲੰਧਰ 'ਚ ਕਿਵੇਂ ਇਹਨਾਂ ਟਿਕਟਾਂ ਦਾ ਰੌਲਾ ਪਿਆ, ਤੇ ਇਹ ਤਾਂ ਸਭ ਤੋਂ ਵੱਧ ਬਾਹਾਂ ਮਰੋੜਦੇ ਨੇ। ਤੁਹਾਡੇ ਭਰਾ ਨਾਲ ਗੱਲ ਨਹੀਂ ਕੀਤੀ ਕਿ ਕਾਂਗਰਸ ਛੱਡ ਕੇ ਕਿਉਂ? ਇਹਨਾਂ ਨੇ ਤਾਂ ਭਗਵੰਤ ਮਾਨ ਦੀ ਬਾਹ ਮਰੋੜ ਰੱਖੀ ਹੈ ਵਿਚਾਰੇ ਦੀ। ਇਸ ਕਰਕੇ ਜਿਹੜੇ ਝੂਠੇ ਇਲਜ਼ਾਮ ਕਿ ਡਿੱਗਿਆ ਖੋਤੇ ਤੋਂ ਗੁੱਸਾ ਘਮਿਆਰ ਤੇ, ਇਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾਉਂਦੇ ਨੇ। ਇਸ ਕਰਕੇ ਇਹਨਾਂ ਦੀ ਪਾਰਟੀ ਦੀਆਂ ਟਿਕਟਾਂ ਵੀ ਲੋਕ ਮੋੜ ਕੇ ਜਾ ਰਹੇ ਆ। ਇਹਨਾਂ ਦਾ ਜਨਾਜ਼ਾ ਨਿਕਲ ਗਿਆ। ਇੱਥੇ ਵੀ ਤੁਹਾਡੇ ਸਾਹਮਣੇ ਅਜੇ ਤੱਕ ਇੱਕ ਟਿਕਟ ਦਾ ਫੈਸਲਾ ਨਹੀਂ ਕਰ ਸਕੇ। ਫਿਰ ਤੁਹਾਡੇ ਭਰਾ ਜੋਗਿੰਦਰ ਸਿੰਘ ਮਾਨ ਕਾਂਗਰਸ ਛੱਡ ਕੇ ਕਿਉਂ ਚਲੇ ਗਏ? ਮੈਂ ਦੱਸਦੀ ਹਾਂ ਕਿ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਕਿਸੇ ਦੀਆਂ। ਉਹ ਤਾਂ ਇਸ ਕਰਕੇ ਵੀ ਜਾ ਸਕਦੀ, ਜਿਵੇਂ ਆਪਾਂ ਕਹਿੰਦੇ, ਮੈਂ ਕਿਹਾ ਮੈਨੂੰ ਨਹੀਂ ਪਤਾ ਇਸ ਕਾਰਨ ਕਰਕੇ ਕਿ ਟਿਕਟ ਨਾ ਮਿਲੇ ਛੱਡ ਕੇ ਜਾਣਾ ਹੋਰ ਗੱਲ ਹੈ, ਮਿਲੀ ਵੀ ਟਿਕਟ ਨੂੰ ਵਾਪਸ ਮੋੜ ਕੇ ਛੱਡਣਾ ਹੋਰ ਗੱਲ ਹੈ। ਕਿਵੇਂ ਕੰਪੈਰੀਜ਼ਨ ਕਰੋਗੇ ਤੁਸੀਂ? ਇਹਦਾ ਮਤਲਬ ਕਿ ਇਹਨਾਂ ਦੀ ਇੰਨੀ ਸ਼ਾਖ ਮਾੜੀ ਹੈ, ਟਿਕਟਾਂ ਦਿੱਤੀਆਂ ਵੀ ਮੋੜ ਕੇ ਇਹਨਾਂ ਦੇ ਮੂੰਹ ਤੇ ਮਾਰ ਕੇ ਗਏ ਨੇ ਲੋਕ। ਸਾਥੋਂ ਤਾਂ ਨਾਰਾਜ਼ਗੀ ਹੋ ਸਕਦੀ ਹੈ ਕਿ ਸਾਨੂੰ ਟਿਕਟ ਦਾ ਹੱਕਦਾਰ ਸੀ, ਮੈਨੂੰ ਨਹੀਂ ਮਿਲੀ, ਗੁੱਸਾ ਹੁੰਦਾ ਹੈ, ਟੈਂਪਰੇਰੀ ਹੁੰਦਾ, ਨਾਰਾਜ਼ਗੀ ਹੁੰਦੀ ਹੈ। ਇਹ ਗੱਲ ਮੈਂ ਇਹੀ ਕਹਿੰਦੀ ਹਾਂ ਕਿ ਟਿਕਟਾਂ ਨਾ ਮਿਲਣ ਕਰਕੇ ਛੱਡ ਕੇ ਜਾਣਾ ਤੇ ਮਿਲੀ ਵੀ ਟਿਕਟ ਵਾਪਸ ਆਪ ਦੀ ਕਰਕੇ ਜਾਣਾ,
ਇਹ ਬਹੁਤ ਵੱਡਾ ਇੱਕ ਇਹਨਾਂ ਪਰ ਫਤਿਹ ਜੰਗ ਬਾਜਵਾ ਕਾਦੀਆਂ ਤੋਂ ਉਹਨਾਂ ਨੂੰ ਤਾਂ ਸਿੱਧੂ ਨੇ ਭਰੋਸਾ ਦਿੱਤਾ ਸੀ ਕਿ ਉਹ ਚੋਣ ਲੜਨਗੇ, ਲੋਕਾਂ ਨੂੰ ਕਿਹਾ ਸੀ ਸਟੇਜ ਤੇ ਉਹਨਾਂ ਦੀ ਬਾਂਹ ਖੜੀ ਕਰਕੇ ਕਿ ਇਹਨਾਂ ਨੂੰ ਜਿਤਾਇਓ, ਪਰ ਉਹ ਟਿਕਟ ਮਿਲਣ ਤੋਂ ਪਹਿਲਾਂ ਹੀ ਛੱਡ ਕੇ ਬੀਜੇਪੀ ਚਲੇ ਗਏ। ਦੇਖੋ ਸਾਡੀ ਪਾਰਟੀ ਇਹ ਜੀਆਂ ਰੀਜਨਲ ਦਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵਰਗੀ ਪਾਰਟੀ ਹੈ ਨਾ, ਕੇਜਰੀਵਾਲ ਵਰਗੀ ਡਿਕਟੇਟਰ ਵਾਲੀ ਪਾਰਟੀ ਹੈ ਕਿ ਸਿੰਗਲ ਬੈਨ ਹੈ, ਜਿਹਨੂੰ ਕੇਜਰੀਵਾਲ ਨੇ ਕਹਤਾ ਟਿਕਟ ਮਿਲ ਗਈ, ਜਿਹਨੂੰ ਬਾਦਲ ਨੇ ਕਹਤਾ ਮਿਲ ਗਈ। ਸਾਡੀ ਪਾਰਟੀ ਦੇ ਪ੍ਰੋਸੈਸ ਨੇ, ਕਿੰਨੇ ਪ੍ਰੋਸੈਸ ਹੈ, ਡੈਮੋਕ੍ਰੈਟਿਕ ਤਰੀਕਾ ਹੈਗਾ, ਉਹਦੇ ਮੁਤਾਬਕ ਟਿਕਟਾਂ ਮਿਲਦੀਆਂ। ਜਿਹੜੇ ਸਾਡੇ ਚਲੇ ਗਏ ਕਿਸੇ ਨਾ ਕਿਸੇ ਰੀਜਨ ਕਰਕੇ ਗਏ ਹੋਣਗੇ, ਪਰ ਤੁਸੀਂ ਸਾਡੀ ਪਾਰਟੀ ਦਾ ਇੱਕ ਮੈਂਬਰ ਮੈਨੂੰ ਗਿਣਾ ਦਿਓ ਜਿਹਨੂੰ ਅਸੀਂ ਕਾਂਗਰਸ ਨੇ ਟਿਕਟ ਦਿੱਤੀ ਉਹ ਛੱਡ ਕੇ ਗਿਆ ਹੋਵੇ। ਇਸ ਕਾਰਨ ਕਰਕੇ ਇਹ ਸਾਡੀ ਪਾਰਟੀ ਵਿੱਚ ਟਿਕਟਾਂ ਦੀ ਬਹੁਤ ਵੱਡੀ ਲਿਸਟ ਹੈ, ਬਹੁਤ ਸਾਰੇ ਲੋਕ ਇਹਦੇ ਬੜੇ ਉਮੀਦਵਾਰ ਹੈ, ਕਈਆਂ 'ਚ ਮਾਯੂਸੀ ਹੋ ਜਾਂਦੀ ਹੈ, ਟੈਂਪਰੇਰੀ ਗੁੱਸਾ ਆ ਜਾਂਦਾ ਹੈ, ਪਰ ਕੋਈ ਗੱਲ ਨਹੀਂ। ਮੈਂ ਸਮਝਦੀ ਹਾਂ ਕਿ ਸਾਡੀ ਪਾਰਟੀ ਵੱਲ ਫਿਰ ਵੀ ਲੋਕਾਂ ਦੀ ਭਰਮਾਰ ਹੈ, ਲੋਕਾਂ ਨੇ ਸਾਡੇ ਚੰਨੀ ਸਰਕਾਰ ਦੇ ਕੀਤੇ ਫੈਸਲਿਆਂ ਨੂੰ ਅੱਛਾ ਸਮਝਿਆ ਹੈ, ਸਾਡੇ ਨਾਲ ਆ ਰਹੇ ਨੇ। ਇਹੀ ਕਾਰਨ ਹੈ ਕਿ ਅੱਜ ਕਾਂਗਰਸ ਪਾਰਟੀ ਦੇ ਮੁਕਾਬਲੇ 'ਚ ਨਹੀਂ ਕੋਈ ਪਾਰਟੀ ਆ ਰਹੀ। ਇਹ ਕੋਸ਼ਿਸ਼ਾਂ ਕਰ ਰਹੇ ਹੈ ਕਿ ਅਕਾਲੀ ਦਲ ਦੂਜੇ ਨੰਬਰ ਤੇ ਆਵੇ ਜਾਂ ਆਪ ਵਾਲਾ ਦੂਜੇ ਪਾਰਟੀ ਤੇ ਆਵੇ, ਦੂਜੇ ਨੰਬਰ ਤੇ ਆਵੇ, ਕਿਹੜਾ ਆਵੇ, ਇਸ ਕਾਰਨ ਕਰਕੇ ਹੋ ਰਹੇ ਨੇ। ਪਰ ਵਿਰੋਧੀ ਕਹਿੰਦੇ ਐਲਾਨ ਕਰਦੇ ਹੋ ਸਿਰਫ 36000 ਮੁਲਾਜ਼ਮ ਪੱਕਿਆਂ ਵਾਲੀ ਗੱਲ ਆ ਜਿਹੜੀ, ਭਗਵੰਤ ਮਾਨ ਕਹਿੰਦੇ 3 ਜ਼ੀਰੋਆਂ ਕੱਟ ਦੋ ਪਿਛਲੀਆਂ, ਮੈਨੂੰ 36 ਦਿਖਾ ਦਿਓ ਪੱਕੇ ਕੀਤੇ। ਦੇਖੋ ਸਿਆਸਤ ਵਿੱਚ ਬੋਲਣਾ ਕਹਿਣਾ ਤਾਂ ਇਹ ਤਾਂ ਇੱਕ ਹੁੰਦਾ ਹੈਗਾ, ਆਪਾਂ ਨੂੰ ਪਤਾ ਹੀ ਹੈ ਕਿ ਸਿਆਸੀ ਗੱਲ ਕਰਨੀ ਹੁੰਦੀ ਹੈ, ਕਿਸੇ ਨੇ ਕਰਦੇ ਹੈ। ਲੇਕਿਨ ਮੈਂ ਦੂਜੇ ਪਾਸੇ ਇਹ ਪੁੱਛਦੀ ਹਾਂ ਕਿ ਇਹ ਕਹਿੰਦੇ ਸੀ 20000 ਮੈਂ ਕੇਜਰੀਵਾਲ ਜੀ ਕਿ ਦਿੱਲੀ ਦੇ ਵਿੱਚ 20000 ਪੱਕਾ ਕਰੂੰ, ਤੇ ਮੈਂ ਕਹਿੰਦੀ ਆ ਵੀ 20000 ਦੀਆਂ ਸਾਰੀਆਂ ਬਿੰਦੀਆਂ ਕੱਟ ਦਿਓ, 2 ਵੀ ਨਹੀਂ ਕੀਤੇ ਉੱਥੇ। ਇਸ ਕਰਕੇ ਇਹ ਜਿਹੜੀ ਹੈਗੀ ਇਲਜ਼ਾਮਬਾਜ਼ੀ ਹੈ। ਲੇਕਿਨ ਸਾਡੇ ਵਾਲੇ ਪਾਸੇ ਜੇ ਕਿਹਾ ਇੰਨੇ ਹਜ਼ਾਰ ਪੱਕਾ ਕੀਤਾ, ਨੋਟੀਫਿਕੇਸ਼ਨ ਹੋਇਆ ਸਰਕਾਰ ਦੇ ਕਾਗਜ਼ਾਂ ਤੇ, ਘਰੇ ਇਕੱਲਾ ਐਲਾਨ ਨਹੀਂ ਕੀਤਾ, ਨੋਟੀਫਿਕੇਸ਼ਨ ਹੋਇਆ। ਜਿਹੜਾ ਨੋਟੀਫਿਕੇਸ਼ਨ ਬਣ ਜਾਂਦਾ ਹੈ ਉਹਦੇ ਤੇ ਮੋਹਰ ਲੱਗ ਜਾਂਦੀ ਹੈ ਸਰਕਾਰ ਦੀ। ਇਹ ਠੀਕ ਹੈ ਕਿ ਚੋਣ ਜ਼ਾਬਤਾ ਹੈ, ਅਸੀਂ ਜ਼ਾਬਤਾ ਅੱਗੇ ਨਹੀਂ ਕਰ ਸਕਦੇ, ਅਸੀਂ ਇਸ ਵਿੱਚ ਦਖਲ ਨਹੀਂ ਦੇ ਸਕਦੇ। ਹੁਣ ਰਵਿਦਾਸ ਜੀ ਕਰਕੇ ਅੱਗੇ 6 ਦਿਨ ਪਾਇਆ, ਸਾਡੀ ਸਾਰਿਆਂ ਦੀ ਮੰਗ, ਪਹਿਲੀ ਸਾਡੀ ਮੰਗ ਸੀਗੀ ਚੰਨੀ ਜੀ ਵੱਲੋਂ, ਅਸੀਂ ਧੰਨਵਾਦੀ ਹਾਂ ਚੋਣ ਕਮਿਸ਼ਨ ਦੇ, ਸਾਡੇ ਉਹਨਾਂ ਨੇ ਸਤਿਕਾਰ ਕੀਤਾ ਸਾਰਿਆਂ ਦੀ ਮੰਗ ਦਾ, ਸਾਡੇ ਭਾਈਚਾਰੇ ਦਾ। ਇਸ ਕਰਕੇ ਸਾਡੇ ਕੋਲੇ ਸਮਾਂ ਘੱਟ ਹੋਣ 'ਚ ਵੀ ਅੱਜ ਕੇਜਰੀਵਾਲ ਜੀ ਮੁਕਾਬਲਾ ਕਰ ਲੈਣ 4.5 ਮਹੀਨਿਆਂ ਦੀ ਸਾਡੀ ਆ ਕਾਂਗਰਸੀ ਸਰਕਾਰ ਦਾ ਤੇ ਆਪਦੀਆਂ 2 ਟਰਮਾਂ ਦੀਆਂ ਸਰਕਾਰਾਂ ਦਾ। ਇੱਥੇ ਕਹਿੰਦੇ ਫਿਰਦੇ ਸੀ ਅਸੀਂ ਦੇਵਾਂਗੇ 1000 ਔਰਤ ਦਾ ਸਨਮਾਨ ਕਰਨਾ ਹੈ। ਕਿਉਂ ਭੁੱਲ ਗਏ ਸੀ ਕੇਜਰੀਵਾਲ ਜੀ ਕਿ ਜਦੋਂ ਵਜ਼ਾਰਤਾਂ 2 ਵਾਰ ਬਣਾਈਆਂ, ਇੱਕ ਵੀ ਔਰਤ ਨੂੰ ਮਿਨਿਸਟਰੀ 'ਚ ਨਹੀਂ ਲਿਆਂਦਾ ਗਿਆ? ਕਰ ਦੇਗਾ ਉਸ ਵਕਤ ਖਜ਼ਾਨੇ ਦੀ ਚਾਬੀਆਂ ਫੜਾਉਂਦੇ ਇੱਕ ਔਰਤ ਨੂੰ ਖਜ਼ਾਨਾ ਮੰਤਰੀ ਕਿ ਇਹ ਆਪਣਾ ਮਾਣ ਵਧਾਊਗੀ ਔਰਤਾਂ ਦਾ। ਇਸ ਕਰਕੇ ਜਿਹੜੇ ਸਿਆਸੀ ਡਰਾਮੇ ਹੈ ਇਹ ਸਿਰਫ ਮਾਸਟਰ ਮਾਈਂਡ ਹੈ ਕੇਜਰੀਵਾਲ ਜੀ ਦਾ, ਉਹ ਇਹੋ ਜਿਹੇ ਕਰਦੇ ਰਹਿੰਦੇ ਆ। ਪਹਿਲਾਂ ਅੰਨਾ ਹਜ਼ਾਰੇ ਦੇ ਮੋਢੇ ਤੇ ਰੱਖ ਕੇ ਚਲਾਈ, ਹੁਣ ਆਮ ਆਦਮੀ ਦਾ ਨਾਂ ਦੇ ਕੇ ਆਮ ਵਰਕਰ ਜਿਹਦੇ ਪੁੱਛਿਆ ਨਹੀਂ ਜਾ ਰਿਹਾ ਵਿਚਾਰੇ ਨੂੰ, ਜਿਹਦੇ ਹੱਥਾਂ ਝਾੜੂ ਫੜਾਇਆ ਹੋਇਆ ਹੈ, ਤੇ ਜਿਹੜੇ ਰਾਜ ਭਾਗ ਵਾਲੇ ਆ ਉਹ ਕਦੇ ਤਾਂ ਦਿੱਲੀੋਂ ਲੈ ਆਉਂਦੇ, ਕਦੇ ਯੂਪੀੋਂ ਲੈ ਆਉਂਦੇ ਆ, ਉਸ ਤਰੀਕੇ ਦਾ ਰਾਜ ਭਾਗ ਕਰਦੇ ਆ। ਐਡਾ ਵੱਡਾ ਅਪਮਾਨ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਦਾ ਕੀਤਾ। ਇਹਨਾਂ ਦੇ ਕੋਲੇ ਅਗਲਾ ਵਗਲਾ ਸਾਰੇ ਪੰਜਾਬ ਦੇ ਲੀਡਰ ਬੈਠੇ ਆ, ਪਤਾ ਹੈ ਕਿ ਕਿਸ ਤਰੀਕੇ ਨਾਲ ਪਾਰਟੀ ਦੇ ਵਿੱਚ ਕਿਹਦਾ ਅਸਰ ਹੈ। ਵਰਕਰਾਂ ਦੀ ਮੰਗ ਵੀ ਆਈ ਹੈ। ਅਜੇ ਤੱਕ ਦੇਖੋ ਇੱਕ ਹੋਰ ਅਪਮਾਨ, ਮੈਂ ਲੋਕਾਂ ਦੀ ਰਾਏ ਲਊਂਗਾ। ਕੇਜਰੀਵਾਲ ਜੀ, ਜਦੋਂ ਤੁਸੀਂ ਸੀਐਮ ਬਣਨਾ ਸੀ ਲੋਕਾਂ ਦੀ ਰਾਏ ਲਈ ਸੀ? ਇਹ ਤੁਸੀਂ ਜਾਣਬੁੱਝ ਕੇ ਪ੍ਰਲੋਮ ਕਰਕੇ ਲੋਕਾਂ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਹੋ, ਜਿਵੇਂ ਅੰਨਾ ਹਜ਼ਾਰੇ ਦੇ ਮੋਢੇ ਤੇ ਰੱਖ ਕੇ ਚਲਾਇਆ ਸੀ। ਇਹੀ ਅਪਮਾਨ ਅਕਾਲੀ ਦਲ ਨੇ ਕੀਤਾ ਹੈ। ਐਸ ਲਹਿਰਾ ਗਾਗਾ ਹਲਕੇ 'ਚ ਜੇ ਮਾੜੀ ਜੀ ਅਣਖ ਹੋਵੇ ਇੱਥੋਂ ਦੇ ਅਕਾਲੀ ਲੀਡਰਾਂ 'ਚ, ਇੱਕ ਵੀ ਬੰਦਾ ਕਾਬਲ ਨਹੀਂ ਸਮਝਦੇ ਹੋ ਕਿ ਜਿਹੜਾ ਅਕਾਲੀ ਟਿਕਟ ਤੇ ਲੜ ਸਕੇ। ਹਰ ਵਾਰ ਬਾਹਰਲੇ ਪਹਾੜੇ ਦੇ ਟੱਟੂ ਲੈ ਕੇ ਆਉਂਦੇ ਆ, ਜਿਹੜੇ ਆਪਦੇ ਹਲਕਿਆਂ 'ਚ ਨਹੀਂ ਆਉਂਦੇ ਆ। ਅਹਿਮਦ ਸ਼ਾਹ ਅਬਦਾਲੀ ਵਾਂਗੂ ਆਓ ਪੰਜਾਬ 'ਚੋਂ ਵੋਟਾਂ ਲੁੱਟੋ ਤੇ ਬਾਹਰ ਵਗ ਜਾਓ। ਕਿੰਨੇ ਖੜੇ ਆ ਇੱਥੇ, ਕਦੇ ਚੰਦੂ ਮਾਜਰਾ, ਕਦੇ ਢੀਂਡਸਾ, ਕਦੇ ਅੱਜ ਲੌਂਗੋਵਾਲ ਆ ਗਿਆ, ਤੇ ਇੱਥੇ ਕਾਲ ਪੈ ਗਿਆ। ਔਰ ਇੱਥੇ ਦੇ ਲੋਕਾਂ ਨੂੰ ਮਾੜੀ ਮੋਟੀ ਦਾ ਆਪਦੀ ਸਮਝਣੀ ਚਾਹੀਦੀ ਹੈ, ਸੰਗ ਆਉਣੀ ਚਾਹੀਦੀ ਹੈ ਕਿ ਤੁਸੀਂ ਜੋੜੇ ਝਾੜਨ ਵਾਲਾ ਬਰਸ਼ ਚੱਕ ਕੇ ਖੜੇ ਹੋ ਜਾਂਦੇ ਹੋ, ਜਿਹੜਾ ਬਾਹਰੋਂ ਆਉਂਦਾ ਜੋੜੇ ਝਾੜੀ ਜਾਂਦੇ ਹੋ। ਇੰਨਾ ਨੀਵਾਂ ਸਾਡੀ ਇਸ ਹਲਕੇ ਨੂੰ ਦਿਖਾਇਆ ਹੈ ਸਾਰੀਆਂ ਪਾਰਟੀਆਂ, ਚਾਹੇ ਕੇਜਰੀਵਾਲ ਹੈ, ਚਾਹੇ ਇਹ ਦੂਜੇ ਹੈਗੇ ਬਾਦਲ ਵਾਲੇ ਹੈ, ਤੇ ਚਾਹੇ ਇਹ ਢੀਂਡਸਿਆਂ ਵਾਲੇ। ਇਹ ਢੀਂਡਸਿਆਂ ਨੂੰ ਪੁੱਛੋ ਤੁਸੀਂ ਅੱਜ ਕੀ ਸੋਚ ਕੇ ਤੁਸੀਂ ਆਏ ਹੋ ਪੰਜਾਬ ਦੇ ਵਿੱਚ ਵੋਟਾਂ ਮੰਗਣ? ਬੀਬੀ ਮੈਂ ਕੈਪਟਨ ਅੰਮ੍ਰਿਤਸਰ ਜਾਂਦੇ ਨੇ ਕਿ ਕੈਪਟਨ ਆਪਣਾ ਹਲਕਾ ਛੱਡ ਕੇ ਗਏ ਪਟਿਆਲਾ, ਤੇ ਕੈਪਟਨ ਲੰਬੀ ਜਾਂਦੇ ਨੇ 2-2 ਥਾਂ ਤੋਂ ਲੜੇ। ਪੰਜਾਬ ਤਾਂ ਪੂਰਾ ਹੀ ਹੈ ਨਾ, ਕੋਈ ਕਿਤੋਂ ਵੀ ਲੜ ਸਕਦਾ। ਕੈਪਟਨ ਵੀ ਤਾਂ ਤੁਹਾਡੀ ਪਾਰਟੀ ਸੀ, ਉਹ ਵੀ ਤਾਂ ਲੜੇ, ਲੰਬੀ ਤੋਂ ਵੀ ਲੜੇ, ਅੰਮ੍ਰਿਤਸਰ ਤੋਂ ਵੀ ਲੜੇ। ਕੈਪਟਨ ਦੇ ਨਾਲ ਰਲਾਓਗੇ ਉਹਨੂੰ? ਕੈਪਟਨ ਤਾਂ ਮੁੱਖ ਮੰਤਰੀ ਹੈ। ਮੁੱਖ ਮੰਤਰੀ ਇੱਕ ਪੂਰੀ ਸਟੇਟ ਦਾ ਹੁੰਦਾ ਹੈਗਾ, ਔਰ ਮੈਂ ਮੁੱਖ ਮੰਤਰੀ ਮੈਂ ਜਿੱਥੇ ਜਾ ਸਕਦੀ ਸੀ ਮੈਂ ਫੇਰ ਵੀ ਨਹੀਂ ਗਈ। ਜੇ ਕੈਪਟਨ ਵਗ ਗਿਆ, ਕੈਪਟਨ ਲੰਬੀ ਗਿਆ ਉਦੋਂ ਤਾਂ ਕੈਪਟਨ ਮੁੱਖ ਮੰਤਰੀ ਨਹੀਂ ਸੀ। ਕੈਪਟਨ ਤਾਂ ਅੱਜ ਕਾਂਗਰਸ ਪਾਰਟੀ ਵੀ ਛੱਡ ਕੇ ਵਗ ਗਿਆ ਹੈ। ਇਹ ਬੰਦੇ ਜਿਹੜੇ ਹੁੰਦੇ ਨੇ ਹਲਕੇ ਛੱਡਣੇ, ਪਾਰਟੀਆਂ ਛੱਡਣੀਆਂ, ਕਿ ਕਿਸਮ ਹੁੰਦੀ ਹੈ। ਇਹ ਕੈਪਟਨ ਉਸੇ ਕਿਸਮ ਦਾ, ਉਸੇ ਕਿਸਮ ਦੇ ਢੀਂਡਸੇ ਹੈ। ਇਹ ਕਿਸਮਾਂ ਨੇ ਕਿ ਜਦੋਂ ਤੁਹਾਨੂੰ ਠੀਕ ਲੱਗਦਾ ਹੈ ਉੱਥੇ ਰਹਿ ਜਾਓ, ਜਦੋਂ ਨਹੀਂ ਠੀਕ ਲੱਗਦਾ ਛੱਡ ਕੇ ਵਗ ਜਾਓ। ਦੂਜੇ ਪਾਸੇ ਕੈਪਟਨ ਦੇ ਨਾਲ ਮੇਰੀ ਮਿਸਾਲ ਦਿਓ, ਮੈਂ ਤਾਂ ਛੱਡ ਕੇ ਗਈ ਨਹੀਂ। ਸਾਰੇ ਪੰਜਾਬ ਦੇ ਵਿੱਚ ਬਾਕੀ ਹਲਕੇ ਮੰਡੀਕਦੇ ਸੀ, ਮੈਂ ਨਹੀਂ ਗਈ। ਇਸ ਕਾਰਨ ਕਰਕੇ ਉਦੋਂ ਉਸ ਵਕਤ ਦਿੱਤਾ ਗਿਆ। ਲੇਕਿਨ ਜਿਹੜਾ ਬਹਾਨਾ ਲਾ ਕੇ ਗਏ ਨੇ, ਕੈਪਟਨ ਨੇ ਤਾਂ ਇਹ ਕਿਹਾ ਸੀ ਕਿ ਮੈਨੂੰ ਪਾਰਟੀ ਹਾਈ ਕਮਾਂਡ ਨੇ ਹੁਕਮ ਕਰਤਾ, ਮੈਂ ਚਲਿਆ ਗਿਆ, ਮੈਂ ਸੀਐਮ ਸੀ ਪੰਜਾਬ ਦਾ।
ਇਹ ਕਹਿੰਦੇ ਸੀ ਅਸੀਂ ਤਾਂ ਛੱਡ ਕੇ ਗਏ ਆ, ਅਕਾਲੀ ਦਲ ਛੱਡਿਆ ਕਿ ਅਪਮਾਨ ਦਾ ਬਦਲਾ 1.5 ਸਾਲ ਚ ਲੈ ਨਹੀਂ ਸਕੇ। ਇਹਨਾਂ ਨੂੰ ਪੁੱਛੋ ਕਿ 1.5 ਸਾਲ ਤੁਸੀਂ ਸਰਕਾਰ ਚ ਨਹੀਂ ਬੈਠੇ ਰਹੇ, ਤੁਹਾਡੇ ਕੋਲ ਸਰਕਾਰ ਦੀਆਂ ਚਾਬੀਆਂ ਸੀਗੀਆਂ, ਤੁਸੀਂ ਆਨੰਦ ਨਹੀਂ ਮਾਣਦੇ ਰਹੇ, ਔਰ ਤੁਸੀਂ ਉਸ ਤੋਂ ਬਾਅਦ ਵੀ ਜਦੋਂ ਲੋਕਾਂ ਨੇ ਤੁਹਾਨੂੰ ਸ਼ੀਸ਼ਾ ਦਿਖਾਤਾ 3ਜੇ ਨੰਬਰ ਤੇ ਬੈਠੇ ਹੋ। ਤੁਸੀਂ ਉਸ ਵਕਤ ਕਿਹਾ ਕਿ ਹੁਣ ਛੱਡਦੇ ਆ ਅਪਮਾਨ ਕਰਕੇ, ਤੇ ਅੱਜ ਵੀ ਤੁਸੀਂ ਐਮਐਲਏ ਅਕਾਲੀ ਦਲ ਸੁਖਬੀਰ ਬਾਦਲ ਦੀ ਦਿੱਤੀ ਟਿਕਟ ਤੇ ਹੋ, ਅੱਜ ਵੀ ਐਮਪੀ ਤੁਹਾਡੇ ਫਾਦਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਸੁਖਬੀਰ ਬਾਦਲ ਦਿੱਤੀ ਟਿਕਟ ਤੇ ਹੈਗੇ ਆ। ਔਰ ਦੂਜੀ ਗੱਲ, ਤੁਹਾਡਾ ਤਾਂ ਪਰਦਾ ਫਾਸ਼ ਹੋ ਗਿਆ ਢੀਂਡਸਾ ਜੀ, ਤੁਸੀਂ ਕਹਿੰਦੇ ਹੋ ਅਪਮਾਨ ਕਰਕੇ ਗਏ ਹੋ। ਜਿਹੜੇ ਲੋਕ ਕਹਿੰਦੇ ਆ ਕਿ ਕੈਪਟਨ ਨੇ ਤਾਂ ਉਸ ਤੋਂ 10 ਗੁਣਾ ਜ਼ਿਆਦਾ ਅਪਮਾਨ ਕੀਤਾ। ਜੇ ਤੁਸੀਂ ਅਕਾਲੀ ਦਲ ਨੇ 1.5 ਸਾਲ ਚ ਨਹੀਂ ਸੀ ਫੈਸਲਾ ਇਨਸਾਫ ਕੀਤਾ, 4.5 ਸਾਲ ਚ ਕੈਪਟਨ ਨੇ ਇਨਸਾਫ ਨਹੀਂ ਕੀਤਾ, ਔਰ ਕੈਪਟਨ ਨੇ ਉਸ ਤੋਂ ਵੱਡਾ ਹੋਰ ਅਪਮਾਨ ਕਰਤਾ। 5ਵੇਂ ਤਖਤ ਤੇ ਗੁਟਕਾ ਸਾਹਿਬ ਚੱਕ ਕੇ ਉੱਥੇ ਸਹੁੰ ਖਾ ਕੇ ਮੁੱਕਰੇ, ਉਦੋਂ ਵੱਡਾ ਅਪਮਾਨ ਕੀਤਾ ਹੈ। ਪਰ ਗੁਟਕਾ ਸਾਹਿਬ ਦੀ ਸਹੁੰ ਦਾ ਹਿਸਾਬ ਤਾਂ ਕਾਂਗਰਸ ਨੂੰ ਇਸ ਵਾਰ ਦੇਣਾ ਪਊਗਾ ਨਾ ਇਲੈਕਸ਼ਨ। ਕਾਂਗਰਸ ਨੂੰ ਦੇਣਾ ਪਊ, ਕਾਂਗਰਸ ਨੇ ਦੇਤਾ ਹਿਸਾਬ ਕਿਤਾਬ, ਕੱਢ ਕੇ ਪਾਸੇ ਮਾਰਿਆ ਨਾ ਦੁੱਧ ਚ ਮੱਖੀ ਤਰ੍ਹਾਂ। ਇਸੇ ਕਰਕੇ ਕਿ ਤੂੰ ਆ ਸਾਰੀਆਂ ਗੱਲਾਂ ਕਹੀਆਂ ਕਿਉਂ ਨਹੀਂ ਕੀਤੀਆਂ ਸਾਨੂੰ। ਉਸਨੇ ਉਦੋਂ ਕਿਉਂ ਨਹੀਂ ਕੱਢਿਆ ਜਦੋਂ ਕਹਿੰਦੇ ਸੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ? ਇਸੇ ਕਰਕੇ ਅਚਾਨਕ ਬਿਮਾਰੀ ਆ ਗਈ। ਮੈਂ ਵੀ ਟੀਵੀ ਤੇ ਬੋਲਦੀ ਰਹੀ ਹਾਂ, ਅਚਾਨਕ ਦੇਸ਼ ਦੁਨੀਆ 'ਚ ਬਿਮਾਰੀ ਆ ਗਈ। ਅਸੀਂ ਵੀ ਸਮਝਦੇ ਸੀ ਕਿ ਬਾਅਦ ਡਿਵੈਲਪਮੈਂਟ ਦੇ ਜਾਂ ਹੋਰ ਕੰਮਾਂ ਦੇ ਕੀਤੇ ਪੂਰੇ ਕਰਨ ਤੋਂ ਪਹਿਲਾਂ ਜ਼ਿੰਦਗੀਆਂ ਬਚਾਉਣੀਆਂ ਪ੍ਰਾਇੋਰਟੀ ਹੈ। ਅਸੀਂ ਉਸ ਵਕਤ ਸਾਰਾ ਦੇਸ਼ ਦੁਨੀਆ ਬੰਦ ਸੀ, ਬਾਜ਼ਾਰ ਬੰਦ, ਸਕੂਲ ਬੰਦ, ਸਭ ਬੰਦ, ਜਾਨਾਂ ਬਚਾ ਰਹੇ ਸੀ ਕਿ ਸਾਡੇ ਵੀ ਬਾਹਰਲੇ ਮੁਲਕਾਂ 'ਚ ਲਾਸ਼ਾਂ ਨੂੰ ਦਫਨਾਉਣ ਜਾਂ ਉਹਨਾਂ ਨੂੰ ਉਹਦਾ ਸੰਸਕਾਰ ਕਰਨ ਲਈ ਥਾਂ ਨਹੀਂ ਸੀ ਮਿਲਦੀ। ਰੱਬ ਦੀ ਮਿਹਰ ਨਾਲ ਅਸੀਂ ਬਚਾਇਆ ਆਪਣਾ ਸਾਰਾ ਕੁਝ। ਅਸੀਂ ਇਸੇ ਕਰਕੇ ਉਹਨੂੰ ਮਾਫ ਕੀਤਾ ਕਿ ਚੱਲ ਆ ਤੂੰ ਬਿਮਾਰੀ ਲਈ ਹੈ। ਤੇ ਫਿਰ ਇਸ ਤੋਂ ਬਾਅਦ ਸਮਝਦੇ ਸੀ ਕਿ ਕਿਸਾਨ ਅੰਦੋਲਨ ਉਹ ਆਇਆ, ਚਲੋ ਇਹਦੇ ਕਰਕੇ ਸਮਝਦੇ ਆ ਕਿਸਾਨਾਂ ਨੇ ਕਿਹਾ ਕਿ ਤੁਸੀਂ ਅਜੇ ਜਾਣਾ ਨਹੀਂ, ਹਾਲਾਂਕਿ ਸਰਕਾਰੀ ਕੰਮਾਂ ਦੀ ਖੁੱਲ੍ਹ ਦਿੱਤੀ ਸੀ। ਇਹਦੇ ਵਿੱਚ ਬਾਰ-ਬਾਰ ਮੀਟਿੰਗਾਂ ਕਰਕੇ ਸਾਡੇ ਪ੍ਰਧਾਨ ਸੋਨੀਆ ਜੀ, ਸਾਡੇ ਐਮਐਲਏ, ਸਾਡੇ ਵਜ਼ੀਰ, ਸਾਡੇ ਸਾਰੇ ਕਹਿੰਦੇ ਰਹੇ ਕਿ ਕੈਪਟਨ ਸਾਹਿਬ ਕਰੋ ਕੁਛ, ਕੈਪਟਨ ਸਾਹਿਬ ਕਰੋ ਕੁਛ। ਜੋ ਨਹੀਂ ਮੰਨੀ ਤਾਂ ਸਾਰੀ ਕਾਂਗਰਸ ਪਾਰਟੀ ਐਡੀ ਵੱਡੀ ਗਿਣਤੀ 'ਚ ਇਸੇ ਕਰਕੇ ਉਹਨਾਂ ਦੇ ਖਿਲਾਫ ਹੋਈ। ਇਸੇ ਕਰਕੇ ਹਾਈ ਕਮਾਂਡ ਨੇ ਕੱਢ ਕੇ ਪਾਸੇ ਮਾਰਿਆ ਉਹਨਾਂ ਨੂੰ ਕਿ ਹੁਣ ਤਾਂ ਤੇਰੇ ਕੋਈ ਚਾਰਾ ਨਹੀਂ, ਪਹਿਲਾਂ ਤੂੰ ਆਹ ਬਹਾਨੇ ਲਾਉਂਦਾ ਸੀ, ਹੁਣ ਕਿਹੜਾ ਬਹਾਨਾ ਮਾਰਿਆ। ਤੁਹਾਨੂੰ ਕੀ ਲੱਗਦਾ ਕੈਪਟਨ ਦਾ ਕੀ ਇੰਟਰਸਟ ਸੀ ਇਹਨਾਂ ਬਹਾਨੇ ਲਾਉਣ ਦੇ ਵਿੱਚ? ਦੇਖੋ, ਜੋ ਲੋਕ ਕਹਿੰਦੇ ਆ ਮੈਨੂੰ ਨਹੀਂ ਪਤਾ। ਲੋਕ ਕਹਿੰਦੇ ਆ ਕਿ ਇਹ ਹੈਂਡਸ ਵਿਦ ਗਲਵ ਪਹਿਲਾਂ ਤੋਂ ਹੀ ਸੀ। ਮੋਦੀ ਜੀ ਨਾਲ ਕੈਪਟਨ ਸਾਹਿਬ ਕਾਹਤੋਂ ਮਿਲੇ ਆ? ਲੋਕ ਤਾਂ ਇੱਥੇ ਕਈ ਵਾਰੀ ਇਹਨਾਂ ਦੇ ਲਾਲ ਸਿੰਘ ਨੇ ਹੀ ਕਿਹਾ ਉੱਥੇ ਕਿ ਸਾਰਾ ਟੱਬਰ ਈਡੀ ਦੇ ਕੇਸਾਂ ਨਾਲ ਬਿੰਨਿਆ ਪਿਆ ਤੇ ਉੱਥੋਂ ਆਪਣੇ ਆਪਦੀ ਗਲ 'ਚ ਹੱਥ ਨਾ ਪੈ ਜੇ ਈਡੀ ਦਾ, ਈਡੀ ਵਾਲਾ ਛੰਟਾ ਕੈਪਟਨ ਸਾਹਿਬ ਨੂੰ ਦਵਾਇਆ। ਇਹੀ ਲੋਕ ਕਹਿੰਦੇ ਨੇ, ਮੈਂ ਨਹੀਂ ਇਹ ਕਹਿ ਰਹੀ ਕਿਸੇ ਤੇ, ਲੋਕ ਕਹਿੰਦੇ ਨੇ ਕਿ ਇਹੀ ਢੀਂਡਸਾ ਜੀ, ਇਹਦਾ ਪਰਮਿੰਦਰ ਢੀਂਡਸੇ ਦੇ ਜਿਹੜੇ ਸਹੁਰਾ ਸਾਹਿਬ ਹੈ ਉਹਨਾਂ ਦੇ ਕੋਈ ਕੇਸ ਫੜੀ ਬੈਠੇ ਆ। ਉਹ ਈਡੀ ਦੇ ਛਾਂਟੇ ਨਾਲ ਇਹ ਦੋਨੋਂ ਉਹਨਾਂ ਦੇ ਦੋ ਬੈਲਾਂ ਦੀ ਜੋੜੀ ਬਣ ਕੇ ਨਾਲ ਲੱਗੇ ਹੋਏ ਆ ਮੋਦੀ ਨਾਲ। ਕਿਹੜੇ ਮੋਦੀ ਨਾਲ? ਜਿਹੜੇ ਮੋਦੀ ਨੇ ਕੁੱਟ ਕੇ, ਲੁੱਟ ਕੇ, ਬਰਬਾਦ ਕਰਕੇ ਸਾਡੀਆਂ ਬੱਚੀਆਂ ਭੈਣਾਂ ਸੜਕਾਂ ਤੇ ਬਿਠਾ ਕੇ 1.5 ਸਾਲ ਤੱਕ ਤੂਫਾਨਾਂ 'ਚ, ਬਾਰਿਸ਼ਾਂ 'ਚ ਘਰੋਂ ਬੇਘਰ ਕਰਕੇ 750 ਦੇ ਲਗਭਗ ਸਾਡਾ ਵਿਚਾਰੇ ਕਿਸਾਨ ਸ਼ਹੀਦ ਹੋਏ, ਪਰਿਵਾਰ ਉਜੜ ਗਏ। ਅੱਜ ਉਹਦੇ ਨਾਲ ਹੱਥ ਮਿਲਾਇਆ ਇਹਨਾਂ ਨੇ। ਐਦੂ ਵੱਡਾ ਪਾਪ ਕੋਈ ਕਰ ਨਹੀਂ ਸਕਦਾ। ਔਰ ਮੈਂ ਨਹੀਂ ਸਮਝਦੀ ਜੇ ਕੋਈ ਸੱਚਾ ਰੱਬ ਨੂੰ ਮੰਨਣ ਵਾਲਾ ਹੈ, ਜੇ ਕੋਈ ਸੱਚਾ ਕਿਸਾਨੀ ਨੂੰ ਮੰਨਣ ਵਾਲਾ ਹੈ, ਜੇ ਕੋਈ ਸੱਚਾ ਪੰਜਾਬ ਦਾ ਹਿਤੈਸ਼ੀ ਹੈ, ਇਹਨਾਂ ਨੂੰ ਆਦੇ ਪਿੰਡ 'ਚ ਵੜਨ ਵੀ ਦੇਊਗਾ। ਔਰ ਜੇ ਕੋਈ ਕਿਸੇ ਨਾ ਕਿਸੇ ਪ੍ਰੈਸ਼ਰ ਥੱਲੇ ਆ ਕੇ ਇਹਨਾਂ ਨੂੰ ਵੈਲਕਮ ਕਰਦਾ ਹੈ, ਇਹਨਾਂ ਦੇ ਨਾਲ ਤੁਰਦਾ ਹੈ, ਤਾਂ ਲੋਕ ਉਹਨਾਂ ਦੇ ਬਾਈਕਾਟ ਕਰਨ ਤਾਈਂ ਜਾਣਗੇ ਅਗਲੇ ਸਮਾਗਮਾਂ ਦੇ ਵਿੱਚ। ਅੱਛਾ, ਜਿਸ ਤਰ੍ਹਾਂ ਕੈਪਟਨ ਦਾ ਮੰਨਿਆ ਗਿਆ ਕਿ ਕੈਪਟਨ ਨੇ ਤੁਹਾਡਾ, ਸ਼ਮਸ਼ੇਰ ਸਿੰਘ ਦੂਲੋ ਦਾ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਕਰੀਅਰ ਪ੍ਰਭਾਵਿਤ ਕੀਤਾ, ਜਦੋਂ ਕੈਪਟਨ ਨੂੰ ਲਾਹਿਆ ਗਿਆ ਤਾਂ ਤੁਹਾਡੀ ਗੱਲ ਹੋਈ ਕਦੇ ਉਸ ਤੋਂ ਬਾਅਦ ਸ਼ਮਸ਼ੇਰ ਸਿੰਘ ਦੂਲੋ ਨਾਲ ਤੇ ਪ੍ਰਤਾਪ ਸਿੰਘ ਬਾਜਵਾ ਨਾਲ? ਦੇਖੋ, ਅਸੀਂ ਸਾਰੇ ਜਿਹੜੇ ਕਾਂਗਰਸੀ ਕਲਚਰ ਦੇ ਬੰਦੇ ਹਮੇਸ਼ਾ ਹੀ ਮਿਲਦੇ ਆ, ਕਿਉਂਕਿ ਅਸੀਂ ਆਪਣੇ ਪਿੰਡੇ ਤੇ ਦੁੱਖ ਹੰਢਾਏ ਨੇ, ਕੁਰਬਾਨੀਆਂ ਹੰਢਾਈਆਂ ਨੇ ਸਾਰਿਆਂ ਨੇ। ਅਸੀਂ ਸਾਰੇ ਇਕੱਠੇ ਹੁੰਦੇ ਆ, ਲੇਕਿਨ ਸਾਡੇ ਮਨ 'ਚ ਇੱਕੋ ਹੀ ਸੀ ਕਿ ਕਾਂਗਰਸ ਸਾਡੇ ਅੰਦਰ ਵਸੀ ਵੀ ਹੈ ਕਿ ਕਾਂਗਰਸ ਨੂੰ ਨੁਕਸਾਨ ਨਾ ਹੋ ਜਾਵੇ। ਮੈਂ ਵੀ ਜਿਸ ਤਰ੍ਹਾਂ ਹੁਣ ਜੱਜ ਕਿਸੇ ਤੋਂ ਅਹੁਦਾ ਲੈ ਲੈਂਦੇ ਆ, ਕਿਸੇ ਤੋਂ ਆਪਣੀ ਚੀਫ ਮਿਨਿਸਟਰੀ ਲੈ ਲੈਂਦੇ ਆ, ਜਾਂ ਕਿਸੇ ਟਿਕਟ ਜਾਂ ਹੋਰ ਹੋ ਜਾਂਦਾ, ਤਾਂ ਉਸ ਵਕਤ ਬੰਦਾ ਭੱਜ ਕੇ ਉੱਠ ਖੜਾ ਹੋ ਕੇ ਮੈਥੋਂ ਲੈ ਲਿਆ, ਮੈਂ ਨਾਲ ਨਹੀਂ ਖੜਾ। ਮੈਂ ਹੋਵਾਂ ਚਾਹੇ ਦੂਲੋ ਹੋਵੇ, ਚਾਹੇ ਜਿਹਦਾ ਤੁਸੀਂ ਨਾਂ ਲਿਆ ਸਾਰੇ ਲੀਡਰਾਂ ਦੇ, ਅਸੀਂ ਸਾਰਿਆਂ ਤੋਂ ਮੈਥੋਂ 2012 ਦੇ ਵਿੱਚ ਇਹਨਾਂ ਨੂੰ ਸ਼ਨੀਲ ਜਾਖੜ ਨੂੰ ਬਣਾਉਣਾ ਸੀ। ਮੈਂ ਤਾਂ ਪਾਰਟੀ ਵੱਖਰੀ ਨਹੀਂ ਬਣਾਈ, ਮੈਂ ਤਾਂ ਛੱਡ ਕੇ ਗਈ ਨਹੀਂ। ਔਰ ਮੇਰੇ ਤੇ ਜਿੰਨਾ ਜ਼ੁਲਮ ਤੇ ਸਿਤਮ ਡਾਇਰੈਕਟ ਤੇ ਇਨਡਾਇਰੈਕਟ ਸ਼ਰੇਆਮ ਆਪਦੇ ਦਿਲ ਦੇ ਪਾਲੇ ਨਾਲ, ਡਰ ਦੇ ਨਾਲ ਕੈਪਟਨ ਸਾਹਿਬ ਨੂੰ ਹੁੰਦਾ ਸੀ ਕਿ ਪੱਠਲ ਨਾ ਮੇਰੀ ਕੁਰਸੀ ਖੋਹ ਲਵੇ। ਇਹ ਲੋਕ ਕੁਰਸੀ ਦੇ ਪੁਜਾਰੀ ਹੈ, ਇਹ ਕੁਝ ਵੀ ਕਰ ਸਕਦੇ ਆ, ਕਿਸੇ ਹੱਦ ਤੱਕ ਜਾ ਸਕਦੇ ਆ ਆਪਦੀ ਕੁਰਸੀ ਬਚਾਉਣ ਵਾਸਤੇ। ਪਾਰਟੀ ਛੱਡੋ, ਦੇਸ਼ ਛੱਡੋ, ਗਦਾਰੀ ਕਰੋ, ਦੇਸ਼ ਨਾ ਕਰੋ, ਹਲਕੇ ਨਾ ਕਰੋ, ਪਾਰਟੀ ਨਾ ਕਰੋ। ਤੇ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਬਾਰ-ਬਾਰ ਖਰਾਬ ਕਰਕੇ ਇਹਨਾਂ ਨੂੰ ਹਰਾ ਦਿਓ, ਇਹਨਾਂ ਨੂੰ ਕਮਜ਼ੋਰ ਕਰ ਦਿਓ, ਕੰਮ ਨਾ ਕਰੋ। ਇਹ ਬਗਾਨਿਆਂ ਦੇ ਇਸ਼ਾਰਿਆਂ ਤੇ ਖੇਡਦੇ ਰਹੇ ਆ। ਉਹਨਾਂ ਦੀਆਂ ਖੇਡਾਂ ਵਿੱਚ ਖੇਡ ਕੇ ਸਾਨੂੰ ਇਹਨਾਂ ਨੇ ਕਾਂਗਰਸ ਇੰਨੀ ਕਮਜ਼ੋਰ ਕੀਤੀ। ਇਹੀ ਵਾਅਦਾ ਇਹ ਕਰਕੇ ਆਏ ਸੀ ਮੋਦੀ ਜੀ ਨਾਲ ਕਿ ਮੈਂ ਕਾਂਗਰਸ ਨੂੰ ਇੰਨੀ ਕਮਜ਼ੋਰ ਕਰ ਦੂੰਗਾ ਜਿੰਨੀ ਮੈਂ ਕਾਂਗਰਸ ਤੋਂ ਬਾਹਰ ਆ ਕੇ ਨਹੀਂ ਕਰ ਸਕਦਾ। ਉਹ ਸਾਰਾ ਕੁਝ ਇਹਨਾਂ ਨੇ ਡਰਾਮਾ ਕੀਤਾ ਤੇ ਨਾਮ ਮਿਲ ਗਿਆ। ਇਹੀ ਢੀਂਡਸਾ ਜੀ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ
ਅਕਾਲੀ ਦਲ ਨੂੰ ਖਤਮ ਕਰ ਦਿਆਂਗੇ। ਇੱਕ ਤਾਂ ਅਕਾਲੀ ਦਲ ਦੇ ਨਾਲ ਪਿੱਠੇ ਛੁਰਾ ਮਾਰ ਕੇ ਅਕਾਲੀ ਦਲ ਨੂੰ ਖਤਮ ਕਰਨ ਦੀ ਜਾ ਕੇ ਲਿਆਇਆ, ਉੱਥੋਂ ਜਿਹੜੇ ਦਿੰਦੇ ਆ ਅਵਾਰਡ ਦਿੱਤੇ ਆ, ਪਦਮ ਸ਼੍ਰੀ ਦਿੱਤਾ ਸੀ ਢੀਂਡਸਾ ਜੀ ਨੂੰ, ਵਾਹ ਹੋਏ ਬਹਾਦਰਿਆ, ਤੂੰ ਅਕਾਲੀ ਦਲ ਨੂੰ ਖਤਮ ਕਰਕੇ ਆਏਗਾ, ਤੈਨੂੰ ਐਸਜੀਪੀਸੀ ਵੀ ਦੇਵਾਂਗੇ, ਤੈਨੂੰ ਨਾਲ ਮਿਨਿਸਟਰੀ ਵੀ ਦੇਵਾਂਗੇ। ਉਸ ਲਾਲਚ ਵਿੱਚ ਫਸ ਕੇ ਲੋਕ ਕਹਿੰਦੇ ਆ, ਹਾਲਾਤ ਕਹਿੰਦੇ ਆ। ਵਰਨਾ ਅੱਜ ਤੱਕ ਕਿਉਂ ਨਹੀਂ ਦੱਸਦੇ ਕਿ ਪਦਮ ਸ਼੍ਰੀ ਕਿਹੜੇ ਬਾਰਡਰ ਤੇ ਜੰਗ ਜਿੱਤ ਕੇ ਆਏ ਸੀ, ਕਿਉਂ ਦਿੱਤਾ ਗਿਆ? ਅੱਜ ਤੱਕ ਮੈਨੂੰ ਦਿਖਾ ਦਿਓ ਕਿਸੇ ਇਸ ਤਰ੍ਹਾਂ ਦੇ ਬੰਦੇ ਨੂੰ ਜਿਹਨੇ ਕੁਝ ਕੀਤਾ ਹੀ ਨਾ ਹੋਵੇ, ਉਹਨੂੰ ਪਦਮ ਸ਼੍ਰੀ ਮਿਲਿਆ ਹੋਵੇ। ਹੁਣ ਕੀ ਕਹਿੰਦੇ ਆ, ਅਸੀਂ ਤਾਂ ਜੀ ਪੰਜਾਬ ਦੇ ਭਲੇ ਲਈ ਆਏ ਆ, ਪੰਜਾਬ ਦੀਆਂ ਅਸੀਂ ਸਿੱਖ ਕੈਦੀ ਬਾਹਰ ਲਿਆਉਣੇ ਆ, ਬਹਾਨਾ। ਹੁਣ ਸਿੱਖ ਕੈਦੀਆਂ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ। ਇਹਨਾਂ ਨੂੰ ਪੁੱਛੋ, ਤੁਸੀਂ ਤਾਂ ਅੱਜ ਇਨਡਾਇਰੈਕਟ ਸੀ ਤੇ ਹੁਣ ਡਾਇਰੈਕਟ ਹੋ ਗਏ ਮੋਦੀ ਨਾਲ। ਤੁਹਾਡਾ ਅਕਾਲੀ ਦਲ ਦੇ ਵਿੱਚ ਤੁਸੀਂ ਸੀ ਐਮਪੀ ਬਣੇ ਹੋਏ, ਦਿੱਲੀ ਬਹਿੰਦੇ ਸੀ ਸੁਖਦੇਵ ਢੀਂਡਸਾ ਜੀ, ਅੱਜ ਤੱਕ ਕਿਉਂ ਨਾ ਪੂਰੀਆਂ ਕਰਾਈਆਂ ਸਿੱਖ ਕੈਦੀ? ਕਿਉਂ ਨਾ ਯਾਦ ਆਏ ਤੁਹਾਨੂੰ? ਅੱਜ ਕਿਉਂ ਯਾਦ ਆਏ ਨੇ? ਅੱਜ ਤੁਹਾਨੂੰ ਯਾਦ ਆਉਣਾ ਚਾਹੀਦਾ ਸੀ ਕਿ ਮੋਦੀ ਜੀ ਪੰਜਾਬ ਵੜਨ ਤੋਂ ਪਹਿਲਾਂ ਸਾਰੇ ਜੋ ਤੁਸੀਂ ਐਲਾਨ ਕੀਤੇ ਉਹ ਸਾਰੀਆਂ ਮੰਗਾਂ ਪੂਰੀਆਂ ਕਰਕੇ ਆਓ। ਐਮਐਸਪੀ ਦੀ ਗੱਲ ਪੂਰੀ ਕਰੋ, ਲਏ ਵੇ ਬਣਾਏ ਕਿਸਾਨਾਂ ਤੇ ਝੂਠੇ ਕੇਸ ਵਾਪਸ ਕਰੋ, ਜਿਨ੍ਹਾਂ ਨੇ ਲਖੀਮਪੁਰ ਕੀਤਾ ਉਹਨੂੰ ਸਜ਼ਾਵਾਂ ਦਿਓ। ਇਹ ਸਾਰੀਆਂ ਗੱਲਾਂ ਕਿਉਂ ਨਹੀਂ ਪੂਰੀਆਂ ਕਰਾ ਕੇ, ਜਿਨ੍ਹਾਂ ਦੀ ਇੰਨੀ ਚੱਲਦੀ ਹੈ ਪੰਜਾਬ ਦੀ? ਤੁਹਾਡੇ ਤੇ ਕੈਪਟਨ ਨੇ ਜ਼ੁਲਮ ਤੇ ਸਿਤਮ ਤੁਹਾਡੇ ਤੇ ਕੀਤਾ, ਕੈਪਟਨ ਨੇ? ਇਹ ਮੈਂ ਹੀ ਨਹੀਂ ਕਹਿੰਦੀ, ਹਾਲਾਤ ਦੱਸਦੇ ਨੇ ਕਿਸ ਤਰੀਕੇ ਨਾਲ। ਅੱਜ ਇਹਨਾਂ ਦਾ ਇੱਕ ਜਿਹੜਾ ਹੈਗਾ ਡਿਪਟੀ ਪ੍ਰਿੰਸੀਪਲ ਸੈਕਟਰੀ ਹੁੰਦਾ ਸੀ ਉਸ ਵਕਤ ਸੀਐਮ ਵੇਲੇ, ਰਾਕੇਸ਼ ਅਹੀਰ, ਆਈਐਸ ਅਫਸਰ ਸੀ, ਸਾਰੇ ਉਹ ਦੇਦਾ ਸੀ ਫੰਡਸ। ਉਹਨੇ ਅੱਜ ਕਈ ਚੈਨਲਾਂ ਤੇ ਬਿਆਨ ਕੀਤਾ ਹੈ, 8-10 ਦਿਨ ਤੋਂ ਕਰ ਰਿਹਾ ਹੈ, ਕਿ ਜੀ ਮੈਂ ਪੈਸਾ ਦਿੰਦਾ ਸੀ, ਮੈਥੋਂ 3 ਕਰੋੜ ਰੁਪਇਆ ਬਾਰੀ ਕਰਕੇ ਕਢਾਇਆ ਗਿਆ। ਉਹ ਪੈਸੇ ਦਾ ਵਿੱਚ ਲਿਖਿਆ ਤੇ ਕਿਹਾ ਇਹ ਗਿਆ, ਮੇਰੇ ਕੋਲ ਕਹਿੰਦੇ ਡਾਕੂਮੈਂਟਰੀ ਪ੍ਰੂਫ ਹੈ ਕਿ ਇਹ ਭੱਠਲ ਦੇ ਉੱਤੋਂ ਝੂਠੇ ਕੇਸ ਫਸਾਉਣ ਲਈ ਖਰਚਣੇ ਆ। ਉਹਨਾਂ ਨੇ ਇੱਥੋਂ ਤੱਕ ਨਾਂ ਲਿਆ ਕਿ ਜੱਜਾਂ ਨੂੰ ਵੀ ਦਿੱਤੇ ਗਏ, ਉਹਨਾਂ ਨੇ ਰਵਿੰਦਰ ਦਾ ਵੀ ਨਾਂ ਲਿਆ, ਉਹਨਾਂ ਨੇ ਇਹਦਾ ਭਰਤਿੰਦਰ ਚਾਹਲ ਦਾ ਵੀ ਨਾਂ ਲਿਆ, ਉਹਨਾਂ ਨੇ ਕਈ ਵਕੀਲਾਂ ਦਾ ਵੀ ਨਾਮ ਲਿਆ। ਜਿਹੜੀਆਂ ਗੱਲਾਂ ਇਹ ਕਹਿ ਰਹੇ ਆ ਕਿ ਇਸ ਚੀਜ਼ ਲਈ ਪੈਸੇ ਲਏ, ਉਹਦੀ ਦੂਜੀ ਮਿਸਾਲ ਇਹ ਮਿਲਦੀ ਹੈ, ਇੱਕ ਇੰਸਪੈਕਟਰ ਹੁੰਦਾ ਸੀ ਪਿੰਕੀ ਪੁਲਿਸ ਦੇ ਵਿੱਚ, ਉਹਨੇ ਵੀ ਇੱਕ ਵਾਰ ਜ਼ਿਕਰ ਕੀਤਾ ਸੀਗਾ ਕਿ ਮੇਰੀ ਕੋਠੀ ਮਹਾਲੀ ਲਿਆ ਕੇ ਕੈਪਟਨ ਸਾਹਿਬ ਤੇ ਜੱਜਾਂ ਦੀਆਂ ਮੀਟਿੰਗਾਂ ਕਰਾਉਂਦਾ ਸੀ ਮੈਂ, ਤਾਂ ਕਿ ਭੱਠਲ ਨੂੰ ਫਸਾਉਣਾ ਹੈ ਜਾਂ ਫਲਾਨਿਆਂ ਨੂੰ। ਕਿਹੜੇ ਕੇਸ 'ਚ ਫਸਾਉਣਾ ਚਾਹੁੰਦੇ ਸੀ ਤੁਹਾਨੂੰ ਕੈਪਟਨ? ਇਹਨਾਂ ਨੇ ਮੇਰੇ ਤੇ ਦੂਸ਼ਣ ਲਾਇਆ ਕਿ ਭੱਠਲ ਨੇ 20 ਲੱਖ ਦਾ ਹਿਸਾਬ ਨਹੀਂ ਦਿੱਤਾ। ਮੈਂ ਇਹਨਾਂ ਨੂੰ ਇਹ ਕਿਹਾ ਕਿ ਅੱਜ ਤੁਸੀਂ 7 ਸਾਲ ਬਾਅਦ ਮੈਥੋਂ ਪੁੱਛਦੇ ਹੋ ਕਿ ਹਿਸਾਬ ਨਹੀਂ ਕੀਤਾ। ਜੇ ਕਿਸੇ ਥਾਂ ਤੇ ਮੈਂ ਕੋਈ ਹਿਸਾਬ ਨਹੀਂ ਦਿੱਤਾ ਸੀ, ਤੁਸੀਂ ਅੱਜ ਤੱਕ ਮੈਨੂੰ ਪੁੱਛਿਆ? ਤੁਸੀਂ ਅੱਜ ਤੱਕ ਕੋਈ ਇੱਕ ਚਿੱਠੀ ਕੱਢੀ ਮੈਨੂੰ ਕਿ ਬੀਬੀ ਤੇਰਾ ਹਿਸਾਬ ਨਹੀਂ ਮਿਲ ਰਿਹਾ, ਲਿਆ ਕੇ ਦੱਸੋ ਮੈਨੂੰ? ਤੁਸੀਂ ਪੁੱਛਿਆ ਹੋਵੇ ਕਿਤੇ, ਕੋਈ ਡਾਕੂਮੈਂਟਰੀ ਪ੍ਰੂਫ ਦਿਓ। ਇਹ ਸਾਰੀਆਂ ਚੀਜ਼ਾਂ ਲੈ ਕੇ ਜਦੋਂ ਮੈਂ ਕੋਰਟ 'ਚ ਗਈ, ਸਟੇਟ ਕੋਰਟ ਦੇ ਵਿੱਚ ਗਈ, ਤਾਂ ਉੱਥੇ ਵੀ ਜਾ ਕੇ ਜਦੋਂ ਮੈਂ ਹਾਈ ਕੋਰਟ 'ਚ ਗਈ, ਹਾਈ ਕੋਰਟ ਦੇ ਵਿੱਚ ਮੂੰਗੀਆ ਸਾਹਿਬ ਹਾਈ ਕੋਰਟ ਦੇ ਜੱਜ ਨੇ ਡਿਸਮਿਸ ਕੀਤਾ ਇਹਨਾਂ ਦਾ ਕੇਸ। ਫਿਰ ਇਹਨਾਂ ਨੇ ਬਠਿੰਡੇ ਜਾ ਕੇ ਕੇਸ ਜਿਹਦੇ ਪਿੱਛੇ ਕਹਿੰਦੇ ਆ, ਉੱਥੇ ਰਾਜਪੂਤ ਜੱਜ ਸੀ, ਮੈਨੂੰ ਖੁਦ ਮੰਨ ਕੇ ਗਿਆ ਉਹ ਕਿ ਸਾਥੋਂ ਕਰਵਾਇਆ ਗਿਆ। ਬਲਵੰਤ ਸਿੰਘ ਸੀਗਾ ਵਕੀਲ, ਉਹ ਖੁਦ ਮੰਨ ਕੇ ਗਿਆ ਕਿ ਇੰਨੇ ਪੈਸੇ ਮੇਰੇ ਨਾਲ ਕਾਰਮੇ ਸੀਗੇ। ਇੱਕ ਆਪਣਾ ਚੰਡੀਗੜ੍ਹ ਦਾ ਜੱਜ ਸੀ, ਖੁਦ ਮੈਨੂੰ ਉਸ ਡਰਾਈਵਰ ਨੇ ਕਿਹਾ ਕਿ ਇੰਨੇ ਪੈਸੇ ਅਸੀਂ ਪਿੰਡ ਪਹੁੰਚਾ ਕੇ ਆਇਆ, ਚਾਰਜ ਫਰੇਮ ਕਰ ਦਿਓ, ਭੱਠਲ ਤੇ ਲਾਵਾਂਗੇ। ਜੇ ਉਹ ਕਿਸੇ ਵਕਤ ਹਿਸਾਬ ਨਹੀਂ ਮਿਲਿਆ, ਉਹਦੇ ਨਾਲ ਤੁਸੀਂ ਮੇਰੇ ਤੇ ਕੇਸ ਨਾ ਬਣਾਓ, ਮੈਥੋਂ ਹਿਸਾਬ ਪੁੱਛੋ, ਮੈਨੂੰ ਜਵਾਬ ਦਿਓ, ਮੈਨੂੰ ਆਨਸਰ ਪੁੱਛੋ, ਲਓ ਮੈਥੋਂ ਜਵਾਬ ਕਿੱਥੇ ਹੈ। ਲੇਕਿਨ ਜਦੋਂ ਇਹ ਸਾਰਾ ਕੁਝ ਇਹਨਾਂ ਨੇ ਕੀਤਾ, ਮੁੜ ਕੇ ਇਹੀ ਗੱਲ ਆਥਣ ਨੂੰ ਮੈਂ ਉੱਥੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਰਟਾਂ 'ਚ ਬਹਿੰਦੀ ਸੀ ਤਾਂ ਕਿ ਇਲੈਕਸ਼ਨਾਂ ਲੜ ਸਕਾਂ। ਸ਼ਾਮ ਨੂੰ ਆ ਕੇ ਜੇ ਮੇਰੇ 4 ਵਜੇ ਮੇਰੇ ਕੇਸ ਹੱਕ 'ਚ ਹੋ ਗਿਆ, ਤਾਂ ਇੱਥੇ ਚੰਡੀਗੜ੍ਹ ਦੇ ਵਿੱਚ 6 ਵਜੇ ਕੇਸ ਦੁਆਰਾ ਦਰਜ ਕੀਤਾ ਗਿਆ। ਕਦੇ ਸੁਣਿਆ ਇੰਨੀ ਸਰਕਾਰ ਤੇਜ਼ੀ ਵਾਲੀ ਕਿ ਆਪਣੀ ਪਾਰਟੀ ਦੇ ਰਹਿਣ ਵਾਲੇ ਇੱਕ ਔਰਤ, ਜਿਹੜੀ ਵਿਧਵਾ ਔਰਤ ਹੈ, ਜਿਹਦੇ ਮਾਂ-ਬਾਪ ਨੇ ਦੇਸ਼ ਲਈ ਸਾਰਾ ਕੁਝ ਲਾਤਾ ਹੋਵੇ, ਜਿਹਦੇ ਤੇ ਅੱਜ ਤੱਕ ਕਿਤੇ ਉਂਗਲ ਨਾ ਉੱਠੀ ਹੋਵੇ, ਜਿਹੜੀ ਅੱਜ ਵੀ ਸਰਕਾਰੀ ਘਰਾਂ ਤੇ ਕੋਠੀਆਂ 'ਚ ਬੈਠੀ ਹੈ, ਕੋਈ ਧੇਲਾ ਨਾ ਬਣਾਇਆ ਹੋਵੇ, ਉਹਦੇ ਤੇ ਇਹ ਇਲਜ਼ਾਮ ਉਹ ਲਾਉਣ ਆਦਮੀ ਜਿਨ੍ਹਾਂ ਦੇ ਘਰਾਂ ਦੀ ਨਿਲਾਮੀ ਹੋ ਰਹੀ ਸੀ, ਅੱਜ ਉਹ ਅਰਬਾਂਪਤੀ ਬਣ ਕੇ ਦੇਸ਼ਾਂ ਵਿਦੇਸ਼ਾਂ 'ਚ ਬਣਾਈ ਬੈਠੇ ਨੇ ਸਾਰਾ ਕੁਝ, ਉਹ ਲੋਕ ਮੇਰੇ ਤੇ ਇਲਜ਼ਾਮ ਲਾਉਣ। ਲੇਕਿਨ ਉਸ ਕੇਸ 'ਚ ਮੂੰਹ ਦੀ ਖਾਣੀ ਪਈ ਜਦੋਂ ਮੈਂ ਕਿਹਾ ਕਿ ਹੁਣ ਮੈਂ ਕੋਰਟ ਵਿੱਚ ਆਹੀ ਸਾਰਾ ਕੁਝ ਪੇਸ਼ ਕਰਦੀ ਹਾਂ, ਕਿਉਂ ਨਾ ਪੁੱਛਿਆ ਗਿਆ ਮੈਨੂੰ? ਇਹ 3 ਵਾਰੀ। 20 ਲੱਖ ਕਿਹੜਾ ਸੀ, ਕਾਹਦਾ ਪੈਸਾ ਸੀ ਉਹ? ਉਹਦੇ ਵਿੱਚ ਇਹ ਕਹਿੰਦੇ ਸੀ ਕਿ ਜਿਹੜਾ ਆਪਣਾ ਡਿਸਕ੍ਰਿਸ਼ਨ ਦਾ ਸੀਐਮ ਰਿਲੀਫ ਫੰਡ ਦਾ ਪੈਸਾ ਸੀ, ਉਹ ਬਠਿੰਡੇ ਦੇਣਾ ਸੀ, ਇੱਥੇ ਨਹੀਂ ਦਿੱਤਾ, ਇੱਥੇ ਦਿੱਤਾ ਗਿਆ। ਉਹ ਤਾਂ ਸਾਨੂੰ ਹਿਸਾਬ ਨਹੀਂ ਮਿਲ ਰਿਹਾ ਕਿ ਬਠਿੰਡੇ ਦਿੱਤਾ ਕਿੱਥੇ ਦਿੱਤਾ, ਤੇ ਮੁੜ ਕੇ ਹਿਸਾਬ ਕਿੱਥੋਂ ਮਿਲ ਗਿਆ? ਜਦੋਂ ਮੈਂ ਕਿਹਾ ਕਿ ਦੱਸੋ ਮੈਨੂੰ, ਕੋਈ ਚਿੱਠੀ ਨਹੀਂ ਪਾਈ ਤੁਸੀਂ ਮੈਨੂੰ ਪੁੱਛਦੇ, ਮੈਂ ਤੁਹਾਡੇ ਕੋਲ ਨਹੀਂ ਸੀ, ਮੈਂ ਕਾਪੀਆਂ ਦਿਖਾ ਦਿੰਦੀ। ਜਦੋਂ ਮੈਂ ਕਿਹਾ ਕਿ ਹੁਣ ਮੈਂ ਉਲਟਾ ਕੇਸ ਤੁਹਾਡੇ ਤੇ ਕਰੂੰਗੀ ਆ ਕੇ ਕਿ ਇਹ ਵਿਕਟਮਾਈਜੇਸ਼ਨ ਹੈ, ਫਿਰ ਇਹਨਾਂ ਨੇ ਫਟਾਫਟ ਕਿਹਾ ਜੀ ਨਹੀਂ, ਇਸ ਕੇਸ ਵਾਪਸ ਲੈਣਾ, ਸਾਨੂੰ ਫਾਈਲ ਮਿਲ ਗਈ ਜੀ। ਤੇ ਇਹ ਮੈਂ ਹੀ ਨਹੀਂ ਕਹਿ ਰਹੀ, ਮੇਰੀ ਗਈ ਤਾਂ ਹੁੰਦਾ ਕਿ ਮੈਂ ਕਹਿ ਰਹੀ ਹਾਂ ਸ਼ਾਇਦ ਦੀ ਪ੍ਰੋਟੈਕਸ਼ਨ 'ਚ ਕਹਿ ਰਹੀ ਹਾਂ। ਅੱਜ ਤਾਂ ਉਹਨਾਂ ਦਾ ਅਫਸਰ ਕਹਿ ਰਿਹਾ, ਇੱਕ ਉਹ ਕਹਿੰਦਾ ਕਿ ਮੇਰਾ ਡੋਪ ਟੈਸਟ ਕਰਾਓ, ਮੇਰਾ ਫਲਾਨਾ ਕਰਾਓ, ਮੈਂ ਸੱਚ ਬੋਲ ਰਿਹਾ ਕਿ ਇਹਨਾਂ ਨੇ ਆਹ ਸਾਰਾ ਕੁਝ ਕੀਤਾ। ਸੋ ਇਸ ਕਰਕੇ ਮੈਂ ਕਦੇ ਆਪਣੇ ਤੇ ਹੋਏ ਇਲਜ਼ਾਮਾਂ ਦੀ ਬਾਹਲਾ ਰੋਣਾ ਨਹੀਂ ਰੋਇਆ ਕਦੇ ਜਾ ਕੇ। ਮੈਂ ਰੱਬ ਤੋਂ ਇਨਸਾਫ ਮੰਗਿਆ, ਰੱਬ ਨੇ ਇਨਸਾਫ ਕੀਤਾ। ਅੱਜ ਜਿਹੜਾ ਕਹਿੰਦਾ ਸੀ ਮੇਰੇ ਰਾਜ ਭਾਗ ਮੈਂ ਐਡਾ ਉੱਚਾ ਸਾਰਾ, ਅੱਜ ਉਹਨੂੰ ਗਲੀਆਂ 'ਚ ਫਿਰਨ ਲਾਤਾ ਕੈਪਟਨ ਅਮਰਿੰਦਰ ਸਿੰਘ ਨੇ, ਰੱਬ ਨੇ ਇਨਸਾਫ ਕੀਤਾ ਹੈਗਾ। ਔਰ ਇਸ ਕਰਕੇ ਮੈਂ ਤਾਂ ਕਦੇ ਆਪਦੇ ਆ ਜਿਹੜੇ ਕੰਮ ਕਹਿੰਦੇ ਕੀਤਾ ਕੀ, ਇਹੀ ਮੇਰੇ 'ਚ ਕਸੂਰ ਹੈ ਕਿ ਮੈਂ ਕੀਤੇ ਕੰਮਾਂ ਦਾ ਪ੍ਰਚਾਰ ਨਹੀਂ ਕੀਤਾ ਉਹਦਿਆਂ ਦਾ। ਤੇ ਕੀ ਜਿਹੜੇ ਸਾਰੇ ਗੱਲ ਕਰਦੇ ਆ,
ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ, ਕਿਰਪਾ ਕਰਕੇ ਧਰਤੀ ਤੇ ਬਹੁਤ ਵੱਡਾ ਭਾਰ ਹੈ ਝੂਠਾਂ ਦਾ, ਝੂਠ ਨਾ ਬੋਲੋ। ਤੁਸੀਂ ਉੱਥੋਂ ਸ਼ੁਰੂ ਕਰ ਲਓ, ਆ ਕੇ ਕਾਲਜ ਤੋਂ ਲੈ ਕੇ, ਅੱਡੇ ਤੋਂ ਲੈ ਕੇ, ਦਾਣਾ ਮੰਡੀ ਤੱਕ ਆ ਕੇ, ਉਹ ਪੁਲਾਂ ਤੱਕ ਆ ਕੇ, ਅੰਡਰਗਰਾਊਂਡ ਤੱਕ, ਉਹ ਸਾਰੇ ਮੇਰੇ ਹੀ ਕੀਤੇ ਵੇ ਆ। ਮੈਨੂੰ ਕਿਸੇ ਹੋਰ ਦੇ ਕੀਤੇ ਦਾ ਤੁਸੀਂ ਇੱਕ ਤਾਂ ਦਿਖਾ ਦਿਓ, ਇੱਕ ਕਬੀਆ ਫਲਾਣੇ ਨੇ। ਮੈਂ ਤੁਹਾਡੇ ਹਲਕੇ ਦੀ ਛੱਡਦਾ, ਓਵਰਆਲ ਮੈਂ ਪੰਜਾਬ ਦੀ ਗੱਲ ਕਰਦਾ। ਜਦੋਂ ਹੁਣ ਕਿਸੇ ਵੀ ਕਾਂਗਰਸੀ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਸਿਰਫ ਆ ਤੁਸੀਂ ਸਾਡਾ 4 ਮਹੀਨੇ ਦਾ ਕੰਮ ਦੇਖੋ, ਕੈਪਟਨ ਨੂੰ ਐਕਸਕਲੂਡ ਕਿਉਂ ਕਰਦੇ ਹੋ? ਜਿਹੜਾ ਕੈਪਟਨ ਦਾ ਕਾਰਜਕਾਲ ਸੀ ਉਹਨੂੰ ਇਨਕਲੂਡ ਕਰਕੇ ਹੀ ਲੋਕਾਂ 'ਚ ਜਾਓਗੇ ਨਾ, ਤਾਂ ਉਹਨੂੰ ਕਿਉਂ ਨਹੀਂ ਪ੍ਰਚਾਰ ਹੈ ਕੈਪਟਨ ਦੇ ਕਾਰਜਕਾਲ ਨੂੰ, ਤੇ ਲੋਕਾਂ ਦਾ ਸਾਹਮਣਾ ਕਿਵੇਂ ਕਰੋਗੇ? ਕਿਉਂਕਿ ਇਮਾਨਦਾਰੀ ਨਾਲ ਦੱਸਿਓ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲਿਆ ਕਾਂਗਰਸ ਸਰਕਾਰ 'ਚ ਕੈਪਟਨ ਦੇ ਹੁੰਦਿਆਂ? ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਇਆ, ਜਾਂ ਹੋਰ ਜਿਹੜੇ ਸਾਰੇ ਤਮਾਮ ਵਾਅਦੇ ਕੈਪਟਨ ਨੇ ਕੀਤੇ ਸੀ ਉਹ ਪੂਰੇ ਹੋਏ? ਦੇਖੋ, ਕਈ ਵਾਰੀ ਜ਼ਿੰਦਗੀ 'ਚ ਭਰੋਸਾ ਵੀ ਆਪਾਂ ਕਰਦੇ ਆ, ਭਰੋਸੇ ਟੁੱਟਦੇ ਵੀ ਦੇਖੇ ਆ, ਕਈ ਵਾਰੀ ਗਲਤ ਫੈਸਲੇ ਹੋ ਜਾਂਦੇ ਆ। ਅਸੀਂ ਵੀ ਇਹਦੀਆਂ ਗੱਲਾਂ ਦੇ ਵਿੱਚ ਆ ਕੇ, ਸਾਡੀ ਪਾਰਟੀ ਨੇ, ਜਿਵੇਂ ਮੈਂ ਗੱਲਾਂ 'ਚ ਆਈ ਸੀ, ਮੈਨੂੰ ਉਹਨਾਂ ਨੇ ਕਿਹਾ ਸੀ ਮੈਂ ਧਰਮ ਭੈਣ ਬਣਾਉਣ ਆਇਆ ਤੇ ਰਿਸ਼ਤਾ ਨਿਭਾਉਂਗਾ, ਤੇ ਇੱਕ ਧਰਮ ਭੈਣ ਨੂੰ ਇਹਨੇ ਕਿਸ ਤਰ੍ਹਾਂ ਦੁੱਖਾਂ ਦੇ ਵਿੱਚ ਬੈਠੀ ਦੇ ਉੱਤੇ ਬਾਰ ਕੀਤੇ। ਮੈਨੂੰ ਵੀ ਤਾਂ ਭਰੋਸਾ ਤੋੜਿਆ ਨਾ ਕੈਪਟਨ ਨੇ। ਇਹੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਹਾਈ ਕਮਾਂਡ ਦਾ ਤੋੜਿਆ, ਜਿਨ੍ਹਾਂ ਨੂੰ ਕਹਿੰਦਾ ਸੀ ਮੈਂ ਪੰਜਾਬ ਦੇ ਵਿੱਚ ਆਹ ਕਰ ਦੂੰਗਾ, ਉਹ ਕਰ ਦੂੰਗਾ, ਆਹ ਕਰ ਦੂੰ। ਹਾਈ ਕਮਾਂਡ ਨੇ ਇਹਨੂੰ ਮੌਕਾ ਦਿੱਤਾ, ਸਾਤੋਂ ਗਲਤੀ ਹੋਈ, ਪਰ ਉਹ ਗਲਤੀ ਸੁਧਾਰ ਲਈ ਅਸੀਂ ਆਪਣੀ। ਪਰ ਲੋਕ ਤੁਹਾਨੂੰ ਵਾਰ-ਵਾਰ ਮੌਕਾ ਕਿਉਂ ਦੇਣ? ਵਾਰ-ਵਾਰ ਭਰੋਸਾ ਲੋਕਾਂ ਦਾ ਟੁੱਟ ਸਕਦਾ? ਨਹੀਂ, ਮੈਂ ਕਹਿੰਦਾ ਦੂਜਿਆਂ ਨੂੰ ਕਿਉਂ ਦੇਣ? ਜਿਹੜੇ ਕਹਿੰਦੇ ਸੀ ਕੈਲੀਫੋਰਨੀਆ ਬਣਾ ਦਿਆਂਗੇ, ਜਿਹੜੇ ਕਹਿੰਦੇ ਸੀ ਅਸੀਂ ਜੇ ਸਾਡੇ ਕੋਲ ਪੰਜਾਬ ਆ ਗਿਆ ਅਸੀਂ ਐਂ ਕਰ ਦਿਆਂਗੇ, ਕਾਰਖਾਨੇ ਲਿਆਵਾਂਗੇ। 10 ਸਾਲ ਦਾ ਅੱਜ ਤੱਕ ਪੰਜਾਬ ਦੀ ਸਿਆਸੀ ਰਿਕਾਰਡ ਵਿੱਚ, ਇਤਿਹਾਸ ਵਿੱਚ 10 ਸਾਲ ਦਾ ਲਗਾਤਾਰ ਸਮਾਂ ਕਿਸੇ ਇੱਕ ਪਾਰਟੀ ਨੂੰ ਨਹੀਂ ਮਿਲਿਆ। ਲਗਾਤਾਰ ਅਕਾਲੀ ਦਲ ਨੂੰ ਮਿਲਿਆ। ਇਹ ਅਕਾਲੀ ਦਲ ਦੱਸੇ ਵੀ 10 ਸਾਲ ਦੇ ਲਗਾਤਾਰ ਰਾਜ ਦੇ ਵਿੱਚ, ਔਰ ਖਾਸ ਤੌਰ ਤੇ ਮੈਂ ਤਾਂ ਇਹਨਾਂ ਦੀ ਢੀਂਡਸਿਆਂ ਦੀ ਗੱਲ ਬਾਰ-ਬਾਰ ਕਰਦੀ ਹਾਂ। ਰਾਜ ਕਹਿੰਦੇ ਨਹੀਂ, ਉਹ ਕਹਿੰਦੇ ਰਾਜ ਨਹੀਂ, ਸੇਵਾ ਕੀਤੀ ਸੀ ਲੋਕਾਂ ਨੇ। ਕਹਿੰਦੇ ਸੇਵਾ ਕਾਦੀ? ਸੇਵਾ ਕਿਸ ਤਰ੍ਹਾਂ ਦੀ ਸੇਵਾ? ਲੁੱਟਣ ਦੀ ਸੇਵਾ, ਰਿਸ਼ਤੇ ਵਿਕਾਉਣ ਦੀ ਸੇਵਾ, ਨਸ਼ੇ ਵਿਕਾਉਣ ਦੀ ਸੇਵਾ, ਜਿਹਦਾ ਸਾਨੂੰ ਅੱਜ ਕਹਿੰਦੇ ਹੋ ਕਿ ਅਸੀਂ ਦੂਰ ਕਿਉਂ ਨਹੀਂ ਕੀਤਾ। ਇਹ ਇਲਜ਼ਾਮ ਸਭ ਤੋਂ ਵੱਡੇ ਉਹ ਨਹੀਂ ਆ ਕਿ ਜਿਹੜੇ ਲੈ ਕੇ ਆਏ। ਕਿਹਦੇ ਸਮੇਂ 'ਚ ਨਸ਼ਾ ਆਇਆ? ਸਾਡੇ ਸਮੇਂ ਦੇ ਵਿੱਚ ਤਾਂ ਵੱਧ ਤੋਂ ਵੱਧ ਭੁੱਕੀ ਦਾ, ਸ਼ਰਾਬ ਦਾ, ਡੋਡਿਆਂ ਦਾ ਇਹ ਨਸ਼ਾ ਹੁੰਦਾ ਸੀ, ਜਿਹੜੇ ਸਾਡੇ ਆਮ ਪਿੰਡਾਂ ਦੇ ਕਿਸਾਨ। ਖਤਮ ਹੋ ਗਿਆ ਸੀ ਕਾਂਗਰਸ ਰਾਜ। ਅੱਜ ਇਹ ਚਿੱਟਿਆਂ ਦੇ ਨਾਂ ਕਦੇ ਸੁਣੇ ਸੀ? ਸਿੰਥੈਟਿਕ ਡਰੱਗ ਸੁਣਿਆ ਸੀ? ਇਹਨੇ ਕਿਹਨੇ ਲਿਆਂਦਾ? ਇਹ 10 ਸਾਲ ਨਾਲ ਅਕਾਲੀ ਦਲ ਦੇ ਰਾਜ ਵਿੱਚ, ਜਿਹਨੂੰ ਬਾਰ-ਬਾਰ ਮੈਂ ਕਹਿੰਦੀ ਆ ਮੇਰੇ ਜ਼ਿਲ੍ਹੇ ਦਾ ਹੋਣ ਕਰਕੇ ਕਿ ਢੀਂਡਸਾ ਜੀ ਤੁਸੀਂ ਤਾਂ ਬਾਦਲ ਸਾਹਿਬ ਦੀ ਸੱਜੀ ਬਾਂਹ ਬਣੇ ਹੋਏ ਸੀ, ਸਾਰਾ ਜ਼ਿਲ੍ਹਾ ਠੇਕੇ ਤੇ ਲੈ ਲਿਆ ਸੀ ਤੁਸੀਂ ਕਿ ਇੱਥੋਂ ਦਾ ਅਕਾਲੀ ਦਲ ਦਾ ਮੈਂ ਜੋ ਕਰਨ ਢੀਂਡਸਾ ਜੀ ਕਰਨ। ਤੁਸੀਂ ਐਡਵਾਈਸ ਕਰਦੇ ਸੀ, ਤੁਸੀਂ ਇਹ ਕੀ ਕੀਤਾ? ਕਿਉਂ ਨਾ ਲੈ ਕੇ ਆਏ? ਨਸ਼ਾ ਕਿਉਂ ਲੈ ਕੇ ਆਏ? ਅਸੀਂ ਦੂਰ ਕਰਨ ਲੱਗੇ ਆ। ਠੀਕ ਹੈ, ਇੱਕਦਮ ਇੱਕ ਦਿਨ 'ਚ ਦੂਰ ਨਹੀਂ ਹੁੰਦਾ। ਫੈਲੀ ਵੀ ਬਿਮਾਰੀ ਜਿਹੜੀ ਹੁੰਦੀ ਹੈ, ਡਾਕਟਰ ਕੋਲੇ ਜਾਓ, ਜੇ ਆਪਾਂ ਕਹਿੰਦੇ ਅੱਜ ਬਾਗਿਆ ਡਾਕਟਰ ਨਾਲ ਦੀ ਨਾਲ ਠੀਕ ਕਰ ਦੂਗਾ, ਟਾਈਮ ਤਾਂ ਲੱਗਦਾ ਇਹਦਾ ਉਹਦੇ ਵਿੱਚ। ਲੇਕਿਨ ਅਸੀਂ ਇਹਦੇ ਵਿੱਚ ਸਜ਼ਾਵਾਂ ਸਖਤ ਬਣਾਈਆਂ ਕਿ ਜਿਹੜਾ ਕੋਈ ਵੇਚੂਗਾ, ਜਿਹੜਾ ਕੋਈ ਖਰੀਦੂਗਾ, ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਐਫਰਟਸ ਕੀਤੀਆਂ, ਵਿੱਚ ਕੋਰਟਾਂ ਦੀ ਇਨਵੋਲਵਮੈਂਟ ਆ ਜਾਂਦੀ ਹੈ। ਔਰ ਵਿੱਚ ਇਹਨਾਂ ਨੇ ਇਹ ਕਹਿਤਾ, ਸਾਰੇ ਅਕਾਲੀ ਦਲ ਨੇ ਜੀ, ਖਾਸ ਤੌਰ ਤੇ ਕਿਉਂਕਿ MP ਸੀ ਇਹਨਾਂ ਨੇ, ਢੀਂਡਸੇ ਉਹਨਾਂ ਨੇ, ਕਿ ਜੀ ਇਹ ਤੁਸੀਂ ਦੇ ਦਿਓ ਸੈਂਟਰ ਦੀ ਏਜੰਸੀਆਂ ਨੂੰ, ਉਹਨਾਂ ਨੂੰ ਦੇ ਦਿਓ, ਉਹ ਕਰਨਗੇ ਫੈਸਲਾ। ਤੇ ਉਹਨਾਂ ਨੇ ਉੱਥੇ ਕੇਸ ਦਵਾਤਾ, ਸਾਡਾ ਫੇਰ ਕੇਸ ਲੰਮਕ ਗਿਆ। ਲੇਕਿਨ ਅੱਜ ਜਿਸ ਤਰੀਕੇ ਨਾਲ ਜਿੰਨਾ ਟਾਈਮ ਹੈ, ਤੁਸੀਂ ਆਪ ਦੇਖੋ ਸਾਨੂੰ ਕਿ ਤੁਸੀਂ ਪਿਛਲਾ ਹਿਸਾਬ, ਅਸੀਂ ਪਿਛਲਾ ਹਿਸਾਬ ਤਾਂ ਦੇਤਾ ਕਿ ਗਲਤ ਫੈਸਲਾ ਹੋ ਗਿਆ, ਗਲਤ ਆਦਮੀ ਆ ਗਿਆ, ਵਿੱਚੋਂ ਕਿਸੇ ਨਾਲ ਮੁੜੀ ਭੁਗਤ ਸੀ, ਕਿਉਂਕਿ ਇਹਨਾਂ ਦੇ ਖੂਨ ਦੀ ਗਦਾਰੀ ਹੈਗੀ ਹੈ। ਅੱਗੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਸੀ, ਅੰਗਰੇਜ਼ਾਂ ਨਾਲ ਸਾਥ ਦੇ ਕੇ ਹਿੰਦੁਸਤਾਨ ਗਦਾਰੀ ਕੀਤੀ ਸੀ। ਹੁਣ ਕਾਂਗਰਸ 'ਚ ਰਹਿ ਕੇ ਕਾਂਗਰਸ ਨਾਲ ਗਦਾਰੀ ਕਰ ਗਏ। ਹੁਣ ਇਹਨਾਂ ਦੀ ਦੋਸਤੀ ਪੈ ਗਈ ਢੀਂਡਸਿਆਂ ਨਾਲ, ਆਪਣੇ ਹਲਕੇ ਛੱਡ ਕੇ ਉੱਥੇ ਗਦਾਰੀ ਕਰਦੇ ਹਲਕੇ ਦੇ ਲੋਕਾਂ ਨਾਲ। ਕੀ ਕਸੂਰ ਹੈ? ਸੁਨਾਮ ਦੇ ਲੋਕਾਂ ਦਾ 3 ਵਾਰ ਜਿਤਾਤਾ, MLA ਬਣਾਇਆ ਹੈ, ਤੇ ਉੱਥੋਂ ਛੱਡ ਕੇ ਗਦਾਰੀ ਕਰਕੇ ਪਿੱਠ ਚੁਰਾ ਮਾਰ ਕੇ ਲਹਿਰੇ ਆ ਗਿਆ। ਔਰ ਸਾਡੇ ਲਹਿਰੇ ਵਾਲੇ ਇਸੇ ਕਰਕੇ ਸੋਚਦੇ ਆ ਕਿ ਜੇ ਇਹ ਸੁਨਾਮ ਵਾਲਿਆਂ ਦਾ ਨਹੀਂ ਬਣਿਆ, ਸਾਡਾ ਕਿਵੇਂ ਬਣ ਜਾਊਗਾ? ਕਿ ਇਸ ਲਈ ਮੈਂ ਸਮਝਦੀ ਹਾਂ ਕਿ ਕਿਤੇ ਗਦਾਰ ਵੀ ਹੈਗੇ ਨੇ, ਇੱਥੇ ਮੌਕਾ ਪ੍ਰਸਤ ਵੀ ਹੈਗੇ ਨੇ। ਗਲਤ ਤੇ ਡਿਸੀਜਨ ਹੋ ਜਾਂਦੇ ਆ ਕਈ ਵਾਰੀਆਂ, ਅਸੀਂ ਯਕੀਨ ਕਰ ਲੈਂਦੇ ਆ, ਉਹ ਯਕੀਨ ਤੋੜਦੇ ਆ, ਤੇ ਨਾਲ ਹੀ ਇਹ ਤੋੜਤਾ। ਲੋਕਾਂ ਸਾਡੇ ਤੇ ਇਸ ਕਰਕੇ ਭਰੋਸਾ ਕਰਨ ਕਿ ਅਸੀਂ 4.5 ਮਹੀਨਿਆਂ 'ਚ ਕਿਸੇ ਸਰਕਾਰ ਨਾਲ ਮੁਕਾਬਲਾ ਕਰ ਲਓ। ਇਹੋ ਜਿਹੇ ਫੈਸਲੇ ਯਾਦ ਹੀ ਨਹੀਂ ਆਏ ਹੋਣੇ ਕਿ ਲੈਣੇ ਆ ਅਸੀਂ ਲੋਕ ਹਿੱਤ ਦੇ, ਕਰਜ਼ੇ ਮਾਫੀਆਂ ਦੇ ਹੋਣ। ਆ ਬਿਜਲੀਆਂ ਦੇ ਐਡੇ ਐਡੇ ਬਿੱਲ ਦਿਖਾਉਂਦੀਆਂ ਹੁੰਦੀਆਂ ਕਿ ਸਾਡੀ ਬੀਬੀਆਂ, ਅੱਜ ਕੋਈ ਦਿਖਾਓ ਮੈਨੂੰ, ਆ ਬਿੱਲ ਦਿਖਾਵੇ, ਐਡਾ ਵੱਡਾ ਬਿੱਲ ਆ ਗਿਆ ਮੈਨੂੰ। ਸਭ ਤੋਂ ਸਸਤੀ ਬਿਜਲੀ, ਰੇਤੇ ਬਜਰੀ ਦੇ, ਕਿਸੇ ਵੀ ਤਰੀਕੇ ਨਾਲ ਨੌਕਰੀਆਂ ਇੰਨੀਆਂ ਨੂੰ ਦੇਣ ਵਾਸਤੇ ਟਾਈਮ ਤਾਂ ਹਰ ਚੀਜ਼ ਦਾ ਲੱਗਦਾ ਹੁੰਦਾ ਹੈਗਾ, ਲੱਗਣਾ ਹੀ ਹੈ ਟਾਈਮ। ਸਿੱਧੂ ਕਹਿੰਦੇ ਕਿਤੇ ਵੀ ਰੇਤਾ 5 ਰੁਪਏ ਨਹੀਂ ਮਿਲਦਾ। ਸਿੱਧੂ ਕਹਿ ਰਹੇ ਨੇ ਗੱਲ, ਕਹਿੰਦੇ ਸਿਰਫ ਐਲਾਨ ਹੋਏ ਨੇ, ਰੇਤਾ ਕਿਤੇ ਨਹੀਂ ਸਸਤਾ ਮਿਲ ਰਿਹਾ, ਬਿਜਲੀ ਦੇ ਬਿੱਲ ਨਹੀਂ ਸਸਤੇ ਘਟੇ। ਕੋਈ ਕੁਝ ਕੀ ਕਹਿ ਰਿਹਾ, ਮੈਂ ਉਸ ਦੇ ਵਿੱਚ ਨਹੀਂ ਜਵਾਬ ਦੇਣਾ ਚਾਹੁੰਦੀ, ਕਿਉਂਕਿ ਪ੍ਰਧਾਨ ਸਾਹਿਬ ਨੇ ਪਾਰਟੀ ਨੇ, ਬੇਸ਼ੱਕ ਸਾਡੇ ਪ੍ਰਧਾਨ ਹੋਣਗੇ, ਪ੍ਰਧਾਨ ਅੱਜ ਬਣੇ ਨੇ, ਮੈਂ ਤਾਂ ਸੀਨੀਅਰ ਪ੍ਰਧਾਨ ਰਹੀ ਹੈਗੀ ਆ। ਅੱਜ ਦੇ ਸਮੇਂ ਦੀ ਪੋਲਿਟਿਕਸ ਦੇ ਵਿੱਚ ਤੇ ਪੁਰਾਣੇ ਸਮੇਂ ਦੀ ਪੋਲਿਟਿਕਸ ਥੋੜਾ ਫਰਕ ਹੈਗਾ। ਜੋ ਸਿੱਧੂ ਸਾਹਿਬ ਕਹਿ ਰਹੇ ਨਾ ਮੈਂ ਸੁਣਿਆ, ਨਾ ਮੈਂ ਦੇਖਿਆ, ਨਾ ਮੈਨੂੰ ਮੇਰੇ ਸਾਹਮਣੇ ਗੱਲ ਹੋਈ ਹੈਗੀ ਹੈ। ਲੇਕਿਨ ਕਿਸੇ ਵੀ ਥਾਂ ਤੇ ਭਾਵ ਇਹ ਹੋ ਸਕਦਾ ਹੈਗਾ ਕਿ ਇੰਪਲੀਮੈਂਟ ਹੋਣਾ ਤੇ ਫੈਸਲਾ ਲੈਣਾ। ਅਸੀਂ ਫੈਸਲੇ ਲੈ ਲਏ, ਇੰਪਲੀਮੈਂਟ ਕਰਨ ਵਿੱਚ ਕਈ ਵਾਰੀ ਸਰਕਾਰੀ ਮਸ਼ੀਨਰੀ ਆ ਜੀ, ਕਈਆਂ ਪਾਸਿਆਂ ਦੇ ਲੋਕ ਬੈਠੇ ਹੁੰਦੇ ਆ ਖਿਆਲਾਂ ਦੇ, ਉਹਨੂੰ ਛੇਤੀ ਲਾਗੂ ਨਹੀਂ ਕਰਦੇ, ਉੱਤੇ ਕਮੀ ਰਹਿ ਸਕਦੀ ਹੈਗੀ ਹੈ। ਪਰ ਜੋ ਅਸੀਂ ਕਦਮ ਪੱਟਿਆ, ਹੁਣ ਜੇ ਸਾਡੀ ਲੋਕ ਜੋ ਲੱਗਦਾ ਹੈ
ਭਰੋਸਾ ਪ੍ਰਗਟਾਉਣਗੇ, ਸਰਕਾਰ ਲਿਆਉਣਗੇ, ਇੱਕ ਇੱਕ ਫੈਸਲਾ ਲਾਗੂ ਕਰਕੇ ਦਿਖਾਵਾਂਗੇ। ਔਰ ਮੈਂ ਆਪਣੇ ਹਲਕੇ ਵਾਸਤੇ ਜਿਹੜੀ ਮੇਰੀ ਤਮੰਨਾ ਤੇ ਸੁਪਨਾ ਸੀ ਕਿ ਮੈਂ ਲਹਿਰਾਗਾਗਾ ਨੂੰ ਜ਼ਿਲ੍ਹਾ ਬਣਾਉਣਾ ਹੈ, ਮੇਰਾ ਪਹਿਲਾ ਟੀਚਾ ਕਿਤੇ ਜ਼ਿਲ੍ਹਾ ਬਣਾਵਾਂ, ਮੇਰਾ ਪਹਿਲਾ ਟੀਚਾ ਕਿਤੇ ਚੰਗਾ ਰੁਜ਼ਗਾਰ ਲੈ ਕੇ ਆਵਾਂ, ਮੇਰਾ ਪਹਿਲਾ ਟੀਚਾ ਕਿ ਇਸ ਹਲਕੇ ਨੂੰ ਜਿਹੜੀਆਂ ਵੀ ਕਮੀਆਂ ਹੋਰ ਪੇਸ਼ ਆ ਰਹੀਆਂ ਨੇ, ਖਨੌਰੀ ਦੇ ਵਿੱਚ ਇੱਕ ਡਿਗਰੀ ਕਾਲਜ ਬਣਾਉਣਾ, ਕੁੜੀਆਂ ਤੇ ਮੁੰਡਿਆਂ ਦਾ ਏਡੀ ਦੂਰ ਪੈਂਦਾ ਹੈਗਾ, ਇਹ ਸਾਰੀਆਂ ਚੀਜ਼ਾਂ ਮੈਂ ਵਿਕਾਸ ਦੀਆਂ ਕੀਤੀਆਂ ਕਰਨੀਆਂ ਨੇ। ਇਹ ਮੇਰੇ ਹਲਕੇ ਦੀ ਹੈ। ਪੰਜਾਬ ਦਾ ਏਜੰਡਾ ਸਾਡੀ ਪਾਰਟੀ ਦੇ ਜਿਹੜੇ ਸੀਐਮ ਹੈ ਉਹਨਾਂ ਨੇ ਰੱਖਤਾ, ਏਜੰਡਾ ਪੇਜ ਖੋਲ ਕੇ ਲਿਖਤਾ, ਸਾਰਾ ਕੁਝ ਉਹਨੂੰ ਲਾਗੂ ਕਰਾਉਣਾ, ਪਹਿਰਾ ਦੇਣਾ, ਇਹ ਸਾਡਾ ਅਗਲਾ ਕੰਮ ਹੋਊਗਾ। ਘੱਗਰ ਦੀ ਗੱਲ ਕੀਤੀ ਸੀ, 25 ਸਾਲ ਤੁਸੀਂ ਐਮਐਲਏ ਰਹੇ, ਸਰਕਾਰਾਂ ਭਾਵੇਂ ਜਿਹੜੀਆਂ ਮਰਜ਼ੀ ਰਹੀਆਂ, ਹੁਣ 25 ਸਾਲ ਤੁਸੀਂ ਐਮਐਲਏ ਰਹੇ ਹੋ, ਪਰ ਘੱਗਰ ਦੀ ਮਾਰ ਅੱਜ ਵੀ ਆ, ਤਾਂ ਉਹ ਕਿਉਂ ਨਹੀਂ ਹੱਲ ਹੋ ਪਿਆ ਇੰਨੇ ਸਮੇਂ ਦੇ ਵਿੱਚ? ਇਹ 25 ਸਾਲਾਂ ਚੋਂ ਜਿਵੇਂ ਕਹਿੰਦੇ ਆ, ਮੇਰੇ ਜਿਵੇਂ 25 ਸਾਲ ਲਾਉਣ ਤੋਂ ਪਹਿਲਾਂ ਸਵਾਲ ਕਰਿਆ ਕਰੋ ਕਿ ਇੱਥੇ 10 ਸਾਲ ਜਿਹੜੇ ਸਰਕਾਰ ਦੇ ਖਜ਼ਾਨੇ ਦੇ ਮੰਤਰੀ ਰਹੇ ਉਹਨਾਂ ਨੇ ਕਿਉਂ ਦੂਰ ਨਹੀਂ ਕੀਤਾ। ਇਹ ਘੱਗਰ ਦਾ ਮਾਮਲਾ 25 ਸਾਲਾਂ ਦਾ ਨਹੀਂ ਹੈ, ਇਹ ਘੱਗਰ ਦਾ ਮਾਮਲਾ ਤਾਂ 100 ਸਾਲ ਤੋਂ ਚੱਲਦਾ ਆ ਰਿਹਾ ਹੈ। ਇੱਥੇ ਕੋਈ ਫਸਲ ਹੁੰਦੀ ਸੀ, ਇੱਥੇ ਤੁਸੀਂ ਕਿਉਂ ਨਹੀਂ ਇਸ ਗੱਲ ਦਾ ਕਈ ਵਾਰੀ ਸਾਨੂੰ ਡਿਸਕ੍ਰੈਡਿਟ ਵੀ ਦਿਓ, ਕਈ ਵਾਰੀ ਕ੍ਰੈਡਿਟ ਵੀ ਦਿਓ ਕਿ ਕਿਸੇ ਨੇ ਨਹੀਂ ਬੀਬੀ ਸ਼ੁਰੂ ਕੀਤਾ ਘੱਗਰ ਦੇ ਮਾਮਲੇ ਨੂੰ ਹੱਥ ਪਾਉਣ ਦਾ, ਤੁਸੀਂ ਕੀਤਾ, ਸ਼ੁਰੂ ਕੀਤਾ। ਮੈਂ ਇਹ ਘੱਗਰ ਦਾ ਮਾਮਲਾ 2005 ਦੇ ਵਿੱਚ ਇਹ ਕੀਤਾ ਕਿ ਮੈਂ ਇਹਦਾ ਇੱਥੇ ਹੱਲ ਕੱਢਾਂ। ਘੱਗਰ ਦੇ ਵਿੱਚ ਮੈਂ ਜ਼ਮੀਨ ਐਕਵਾਇਰ ਕਰਾ ਕੇ, ਨਵਾੜ ਤੋਂ ਪੈਸੇ ਮਨਜ਼ੂਰ ਕਰਾ ਕੇ 145 ਤੋਂ ਲੈ ਕੇ 170 ਕਰੋੜ ਤੱਕ ਦਾ ਰੁਪਇਆ, ਉੱਥੇ ਸਾਡਾ ਕੇਸ ਮੇਰਾ ਲਮਕਿਆ ਵੀ 6 ਮਹੀਨੇ, ਕਿਉਂਕਿ ਉੱਥੇ ਜੇ ਚੀਫ ਇੰਜੀਨੀਅਰ ਸੀ ਉਹ ਹਰਿਆਣੇ ਦਾ ਬੈਠਾ ਸੀ, ਉਹਦਾ ਉਹਦੀ ਸਟੇਟ ਦਾ ਇੰਟਰਸਟ ਸੀ, ਉਹ ਸਾਡੇ ਕੇਸ ਗਏ ਦੀਆਂ ਨਾਲੋਂ ਲਾ ਦਿੰਦਾ ਸੀ ਫਾਈਲਾਂ ਕਿ ਅਧੂਰਾ ਕੇਸ ਹੈ, ਅਧੂਰਾ ਕੇਸ ਹੈ। ਮੈਂ ਇੱਕ ਵਾਰ ਆਪ ਜਾ ਕੇ ਉੱਥੇ ਚੀਫ ਇੰਜੀਨੀਅਰ ਜਾ ਕੇ, ਸੈਕਟਰੀ ਜਾ ਕੇ, ਐਕਸੀਅਲ ਜਾ ਕੇ, ਐਸਡੀਓ ਤੱਕ ਜਾ ਕੇ ਤੇ ਕਾਗਜ਼ ਜਾ ਕੇ ਬੈਠੀ ਕਿ ਦੱਸੋ ਕੀ ਪੂਰਾ ਲਿਆਵਾਂ ਕਰਦੇ ਆ। ਪਹਿਲੀ ਵਾਰ ਇਹਦਾ ਕ੍ਰੈਡਿਟ ਮੈਨੂੰ ਕਿਉਂ ਨਹੀਂ ਦਿੰਦੇ, ਡਿਸਕ੍ਰੈਡਿਟ ਦੇਣ ਦੀ ਥਾਂ, ਕਿ ਮੈਂ ਹੀ ਸ਼ੁਰੂ ਕਰਾਇਆ, ਇਹ ਮੈਂ ਹੀ ਬਣਾਇਆ। 10 ਕਰੋੜ ਮੈਂ ਸਟੇਟ ਤੋਂ, ਉਦੋਂ ਸੁਰਿੰਦਰ ਸਿੰਗਲਾ ਸੀ ਖਜ਼ਾਨਾ ਮੰਤਰੀ, ਲਿਆ ਕੇ ਕੈਪਟਨ ਤੋਂ ਪੱਥਰ ਲਿਖਾ ਕੇ ਸ਼ੁਰੂ ਕੀਤਾ। ਸਾਡੇ ਸਮੇਂ 'ਚ ਸ਼ੁਰੂ ਹੋਇਆ ਪ੍ਰੋਸੈਸ ਜ਼ਮੀਨਾਂ ਅਕਵਾਇਰ ਹੋਣ ਦਾ। ਸਾਡੇ ਸਮੇਂ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਕਰਨਾ ਸੀ, ਲੇਕਿਨ ਇਹ ਸਵਾਲ ਕਿਉਂ ਨਹੀਂ ਕਰਦੇ ਕਿ ਮੈਂ ਹੀ ਕਰਾਇਆ, ਉੱਥੋਂ ਲੈ ਕੇ ਖਨੌਰੀ ਤੋਂ ਮਕੋੜ ਸਾਹਿਬ ਤੱਕ ਅਸੀਂ ਸਾਡੇ ਸਮੇਂ ਦੇ ਪੈਸੇ ਨਾਲ, ਮੇਰੇ ਲਿਆਂਦੇ ਪੈਸੇ ਨਾਲ ਹੋਇਆ, ਮੇਰੇ ਪਾਸ ਕੀਤੇ ਪ੍ਰੋਜੈਕਟ ਨਾਲ ਹੋਇਆ। ਇਹ ਠੀਕ ਹੈ, ਸੱਤ ਸਰਕਾਰ ਬਦਲ ਗਈ, ਠੇਕੇ ਇਹ ਦੇਣ। ਲੋਕ ਉਮੀਦ ਕਰਨ ਇਸ ਵਾਰ ਜੇ ਤੁਸੀਂ ਜਿੱਤਦੇ ਹੋ ਤਾਂ ਉਹ ਖਤਮ ਵੀ, ਕੰਪਲੀਟ ਵੀ ਤੁਸੀਂ ਇਸ ਟਰਮ ਦੇ ਵਿੱਚ ਕਰਵਾ ਦੋਗੇ? ਪੱਕਾ ਮੇਰਾ ਇਹੀ ਟੀਚਾ ਹੈ, ਕਿਉਂਕਿ ਇਹਦਾ ਕਹਿੰਦੇ ਜੀ ਗਾਹਾਂ ਕਿੱਥੇ ਜਾਊਗਾ, ਹੱਲ ਨਹੀਂ ਹੈਗਾ, ਕਹਿੰਦੇ ਹਾਂ ਕਿੱਥੇ ਜਾਊ ਪਾਣੀ, ਮੇਰੇ ਕੋਲ ਹੱਲ ਹੈ ਉਸਦਾ। ਅਸੀਂ ਸੋਚਿਆ ਕਿ ਦੋਏ ਹਰਿਆਣਾ ਤੇ ਪੰਜਾਬ ਦੇ ਬਾਰਡਰ 'ਚ, ਅਸੀਂ ਇਹ ਨਹੀਂ ਕਿ ਇੱਥੋਂ ਕੱਢ ਕੇ ਪਾਣੀ ਹਰਿਆਣਾ 'ਚ ਭੇਜ ਦਿਆਂਗੇ, ਹਰਿਆਣਾ ਬੰਨ ਲਾ ਕੇ ਪਿੱਛੇ ਮੁੜ ਦੂਗਾ, ਨੋ, ਇਹ ਨਹੀਂ, ਉਹ ਕੱਚਾ ਕੰਮ ਹੋਊਗਾ। ਮੇਰਾ ਪੱਕਾ ਕੰਮ ਹੈ ਕਿ ਅਸੀਂ ਉੱਥੇ ਵੱਡੇ ਖੂਹ ਦੋਏ ਸਟੇਟਾਂ ਸਹਿਮਤੀ ਦੇ ਨਾਲ ਬਣਾਵਾਂਗੇ ਉਸ ਬਾਰਡਰ ਤੇ। ਜਦੋਂ ਵੀ ਉਹ ਟੈਂਪਰੇਰੀ ਬਾਰਿਸ਼ ਦਾ ਪਾਣੀ ਆਉਂਦਾ ਉਹ ਉਹਨਾਂ ਵਿੱਚ ਅਸੀਂ ਸਟੋਰ ਕਰਾਂਗੇ ਤਾਂ ਕਿ ਸਾਨੂੰ ਔਖ ਦੇ ਵੇਲੇ ਪਾਣੀ ਵਰਤਿਆ ਜਾ ਸਕੇ। ਮੈਂ ਵਾਅਦਾ ਕਰਦੀ ਹਾਂ ਕਿ ਇਹ ਮਾਮਲਾ ਜਿਹੜਾ ਪ੍ਰੋਜੈਕਟ ਦਾ ਮੈਂ ਹੀ ਸ਼ੁਰੂ ਕੀਤਾ, ਕਿਸੇ ਨੇ ਨਹੀਂ ਕੀਤਾ, ਅਕਾਲੀ ਦਲ ਨੇ, ਮੈਂ ਹੀ ਇਹਨੂੰ ਸਿਰੇ ਲਾਉਂਗੀ ਆ ਕੇ। ਕਿਉਂਕਿ ਪੰਜਾਬ ਦੇ ਵਿੱਚ ਲੋਕ 3-3 4-4 ਫਸਲਾਂ ਲੈ ਲੈਂਦੇ ਨੇ, ਸਿਰਫ ਇੱਕ ਇਹ ਬੈਲਟ ਆ ਤੁਹਾਡੇ ਵਾਲੀ ਘੱਗਰ ਦੇ ਨੇੜੇ ਆ ਜਿਹੜੀ ਸਿਰਫ ਇੱਕ ਫਸਲ ਤੇ ਸਬਰ ਕਰਦੇ, ਕਿਸਾਨਾਂ ਦਾ ਨੁਕਸਾਨ ਬਹੁਤ ਵੱਡਾ ਆਰਥਿਕ ਤੌਰ ਤੇ। ਮੈਂ ਦੱਸਿਆ ਵੀ 100 ਸਾਲ ਤੋਂ ਇੱਕ ਫਸਲ ਤੇ ਜਿਉਂ ਰਹੇ ਸੀ, ਤੇ ਇਹ 100 ਸਾਲ ਤੋਂ ਜਿਉਣ ਵਾਲੀ ਫਸਲ 'ਚ ਅੱਜ ਸਾਡੇ ਖਨੌਰੀ ਦੇ ਦੇਖੋ ਦੋ ਫਸਲਾਂ ਹੁੰਦੀਆਂ, ਵਧੀਆ ਹੁੰਦੀਆਂ, ਘਰਾਂ ਚੰਗੀਆਂ ਕੋਠੀਆਂ ਪਈਆਂ ਹੋਈਆਂ। ਇਹਦੇ ਨਾਲ ਹੀ ਇੱਕ ਕੰਮ ਮੈਂ ਹੋਰ ਕੀਤਾ ਸੀਗਾ, ਸਾਡੇ 2 ਪਿੰਡ ਹੈ ਜਿੱਥੇ ਮੈਂ ਇਹ ਤਾਂ ਕਰਤਾ, ਘੱਗਰ ਦਾ ਬਣਾ ਲਿਆ, ਬਹੁਤ ਪਿੰਡਾਂ ਦੀ ਹੱਲ ਹੋਊਗੀ ਤੇ ਮਕੋੜ ਸਾਹਿਬ ਖੜ ਗਿਆ ਕਿਉਂਕਿ ਅਕਾਲੀ ਦਲ ਨੇ ਗਾਂ ਡੱਕਾ ਨਹੀਂ ਤੋੜ ਕੇ ਦੂਰਾ ਕੀਤਾ। 2 ਪਿੰਡ ਸੀ ਜਿੱਥੇ ਮੈਂ ਪਾਣੀ ਅੰਡਰਗਰਾਉਂਡ ਪਾਈਪਾਂ ਦਾ ਕੰਮ ਵੀ ਮੈਂ ਸ਼ੁਰੂ ਕੀਤਾ, ਖਾਲਾਂ ਵੱਟ ਵੱਢ ਲਈ, ਖਾਲ ਵੱਢ ਲਿਆ, ਪਾਣੀ ਮੁੱਕ ਗਿਆ, ਜ਼ਮੀਨ ਰੁਕ ਗਈ, ਇਹ ਝੰਜਟ ਮੁਕਾਉਣ ਲਈ ਮੈਂ ਅੰਡਰਗਰਾਉਂਡ ਪਾਈਪਾਂ ਦਾ ਕੰਮ ਪਹਿਲੀ ਵਾਰ ਮੈਂ ਸ਼ੁਰੂ ਕੀਤਾ ਹੈ। ਇੱਥੇ ਸੀਐਮ ਵੀ ਬਹੁਤ ਰਹੇ ਨੇ, ਕਿਸੇ ਨੂੰ ਨਹੀਂ ਔੜੀ ਇਹ ਗੱਲ, ਮੈਂ ਸ਼ੁਰੂ ਕੀਤਾ 35-40 ਪਿੰਡਾਂ 'ਚ ਮੈਂ ਕਰਵਾ ਵੀ ਦਿੱਤਾ। ਉਸ ਤੋਂ ਬਾਅਦ ਅਕਾਲੀ ਦਲ ਮਗਰੋਂ ਕਰਦਾ ਰਿਹਾ ਥੋੜਾ ਕਰਕੇ, ਲੇਕਿਨ 2 ਪਿੰਡ ਮੇਰੇ ਇਹੋ ਜਿਹੇ ਸੀ, ਮੈਂ ਹੱਲ ਕੱਢਦੀਆਂ ਹਮੇਸ਼ਾ, ਹਰ ਚੀਜ਼ ਦਾ ਔਕੜ ਦੇ ਮੂਹਰੇ ਮੈਂ ਸਰੈਂਡਰ ਨਹੀਂ ਕਰਦੀ, ਮੈਂ ਹੱਲ ਕੱਢਦੀਆਂ। ਸਾਡੇ 2 ਪਿੰਡ ਸੀ, ਮਹਾ ਸਿੰਘ ਵਾਲਾ ਤੇ ਗੇਲਾ। ਜੇ ਤੁਸੀਂ ਉੱਥੇ ਸਵਾਲ ਕਰਕੇ ਪੁੱਛੋਗੇ ਕਿ ਮਹਾ ਸਿੰਘ ਵਾਲਾ ਤੇ ਗੇਲੇ ਨੂੰ ਪਾਣੀ ਫੇਰ ਵੀ ਨਹੀਂ ਲੱਗਦਾ ਸੀ ਕਿਉਂਕਿ ਜ਼ਮੀਨ ਇੰਨੀ ਉੱਚੀ ਸੀ ਤੇ ਸਾਡਾ ਪਾਣੀ ਅੰਡਰਗਰਾਉਂਡ ਵਾਲਾ ਇੱਥੋਂ ਤੱਕ ਪਹੁੰਚਦਾ ਨਹੀਂ ਸੀਗਾ। ਉਹਦਾ ਹੱਲ ਜਦੋਂ ਮੈਂ ਜਾ ਕੇ ਕਿਹਾ ਮੈਂ ਕਰਾਊਂ, ਲੋਕਾਂ ਨੇ ਕਿਹਾ ਜੀ ਹੋਣਾ ਨਹੀਂ, ਸਾਡਾ ਬਹੁਤ ਉੱਚਾ ਰਕਬਾ, ਸਾਡਾ ਇਹ ਨਹੀਂ ਹੋ ਸਕਦਾ। ਮੈਂ ਕਿਹਾ ਮੈਂ ਕਰਾਉਂਗੀ। ਮੈਂ ਉੱਥੇ ਜਾ ਕੇ ਛਿੰਦੇ ਜੀ ਸਾਡੇ ਇਰੀਗੇਸ਼ਨ ਤੇ ਪਾਵਰ ਮਿਨਿਸਟਰ ਸੀ, ਉਹਨਾਂ ਨੂੰ ਮਿਲੀ, ਮੈਂ ਭਾਖੜਾ ਮੈਨੇਜਮੈਂਟ ਦੇ ਚੇਅਰਮੈਨ ਨੂੰ ਮਿਲੀ। ਮੈਂ ਉਹਨੂੰ ਕਿਹਾ ਕਿ ਇੱਕੋ ਹੀ ਹੱਲ ਹੈ, ਮੇਰੇ 2 ਪਿੰਡ ਜਿਹੜੇ ਵਿਚਾਰਿਆਂ ਨੂੰ ਪਾਣੀ ਜਾਂਦਾ ਹੀ ਨਹੀਂ, ਐਨ ਬਰਬਾਦ ਹੋ ਗਏ, ਭੁੱਖੇ ਹੋ ਗਏ, ਉਹਨਾਂ ਨੂੰ ਤੁਸੀਂ ਜੇ ਔਨ ਹਿਊਮਨ ਗਰਾਊਂਡ ਮੈਨੂੰ ਭਾਖੜੇ ਚੋਂ ਮੋਗਾ ਦੇ ਦਿਓ। ਉਹ ਮੇਰੇ ਤੇ ਹੱਸੇ ਤੇ ਮਜ਼ਾਕ ਕੀਤਾ, ਕਹਿੰਦੇ ਭਾਖੜੇ ਚੋਂ ਵੀ ਸੁਣਿਆ ਸਿੱਧਾ ਪਿੰਡਾਂ ਨੂੰ ਖੇਤਾਂ ਦੇ ਅਸੀਂ ਪਾਣੀ ਦੇ ਦਈਏ, ਮੋਗਾ ਦੇ ਦਈਏ। ਮੈਂ ਸਾਰੀ ਰਿਕੁਐਸਟ ਕਰਕੇ, ਫਾਲੋ ਅਪ ਕਰਕੇ, ਕੋਸ਼ਿਸ਼ ਕਰਕੇ ਉੱਥੋਂ ਭਾਖੜੇ ਚੋਂ ਮੋਗਾ ਮੈਂ ਲਵਾਇਆ ਪਹਿਲੀ ਵਾਰ। ਉਹ 2 ਪਿੰਡਾਂ ਨੂੰ ਪਾਣੀ ਹੁਣ ਜਾਣ ਲੱਗਿਆ ਗਾ ਕੇ। ਮੈਨੂੰ ਇਸ ਗੱਲ ਤੇ ਭਾਰੀ ਜ਼ਰੂਰ ਸ਼ਿਕਵਾ ਹੈ ਕਿ ਸਾਡੇ ਲੋਕ ਮੇਰੇ ਕੀਤੇ ਹੋਏ ਕੰਮਾਂ ਦਾ ਪ੍ਰਸ਼ੰਸਾ ਤਾਂ ਕੀ ਕਰਨੀ ਹੈ, ਕ੍ਰੈਡਿਟ ਤਾਂ ਕੀ ਦੇਣਾ ਹੈ, ਉਹਦੇ ਤੇ ਉਲਟਾ ਨੁਕਤਾਚੀਨੀ ਕਰਦੇ ਹੋ
ਕਿ ਜੇ 90% ਕੰਮ ਹੋਇਆ ਕਿਸੇ ਕਾਰਨਾਂ ਕਰਕੇ, ਬਾਬਾ ਨਾਨਕ ਵੀ ਨਹੀਂ ਸਾਰੀ ਕੰਮ ਤਾਂ ਪੂਰੀ ਕਰ ਸਕਦਾ, ਰੱਬ ਵੀ ਨਹੀਂ ਕਰ ਸਕਦਾ, ਕਿ ਜਿੱਥੇ ਆਹ ਕਮੀ ਰਹਿ ਗਈ ਉਹਦੇ ਤੇ ਛੋਟੀ ਸਿਆਸਤ ਕਰਨ ਦੇ ਬਾਰੇ ਮੇਰੇ ਪੋਲੀਟੀਕਲ ਆਪੋਨੈਂਟ ਆਪਦੇ ਪੇਡ ਬੰਦਿਆਂ ਰਾਹੀਂ ਨੁਕਤਾਚੀਨੀ ਕਰਾ ਕੇ ਆਹ ਗੱਲਾਂ ਕਰਦੇ ਆ, ਜਿਹਦਾ ਮੈਂ ਹਮੇਸ਼ਾ ਪਰਮਾਤਮਾ ਦੇ ਛੱਡਿਆ, ਮੈਂ ਤਾਂ ਗਰਾਊਂਡ ਤੇ ਛੱਡਿਆ, ਰਿਕਾਰਡ ਤੇ ਛੱਡਿਆ ਕਿ ਮੇਰੇ ਕੰਮ। ਤੁਸੀਂ ਗੱਲ ਕੀਤੀ ਕਿ ਹੁਣ ਦੀ ਸਿਆਸਤ ਤੇ ਪਹਿਲਾਂ ਦੀ ਸਿਆਸਤ 'ਚ ਬੜਾ ਫਰਕ ਤੁਸੀਂ ਦੇਖਿਆ, ਪਰ ਜਦੋਂ ਅੱਜ ਕੱਲ ਇੱਕੋ ਪਾਰਟੀਆਂ ਦੇ ਦੋ ਲੀਡਰ, ਵੱਡੇ ਚਿਹਰੇ ਇੱਕ ਦੂਜੇ ਖਿਲਾਫ ਬੋਲਦੇ ਨੇ, ਜਾਂ ਜਿਵੇਂ ਲੀਡਰ ਅੱਜ ਕੱਲ ਬੋਲੀ ਜਾਂਦੇ ਨੇ, ਐਲਾਨ ਕਰੀ ਜਾਂਦੇ ਨੇ, ਜਾਂ ਹੋਰ ਵਾਅਦੇ ਕਰੀ ਜਾਂਦੇ ਨੇ, ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ? ਕਦੇ ਹਾਸੀ ਆਉਂਦੀ ਹੈ ਇਹਨਾਂ ਲੀਡਰਾਂ ਦੀ ਇਹਨਾਂ ਗੱਲਾਂ ਤੇ? ਦੇਖੋ, ਇਹ ਸਾਰਾ ਰਾਜਸੀ ਕਿਰਦਾਰ ਤਾਂ ਗਿਰਿਆ, ਇਹ 'ਚ ਮੈਂ ਮੰਨਦੀ ਹੈਗੀ ਆ ਕਿ ਪੁਰਾਣੇ ਸਮੇਂ ਦੀ ਸਿਆਸਤ ਵਿੱਚ ਸਾਰਿਆਂ ਪਾਸੇ ਇਕੱਲੀ ਸਿਆਸਤ ਨਹੀਂ, ਇੱਕ ਪੁਰਾਣੀ ਸੋਚ ਸਮਾਜਿਕ ਸਾਰੇ ਲੋਕਾਂ ਦਾ ਜਿਹੜਾ ਹੁੰਦਾ ਸੀ, ਅੱਗੇ ਇਨਸਾਨੀਅਤ ਦੇ ਤੌਰ ਤੇ ਸਾਰੇ ਸੋਚਦੇ ਸੀ ਕਿ ਜੋ ਕਮਿਟਮੈਂਟ ਉਹ ਵੱਡੀ ਹੈ, ਲੋਕਾਂ ਲਈ ਕੁਝ ਕਰਨਾ ਵੱਡਾ ਹੈ, ਪਿੰਡ ਦੀ ਧੀ ਤੇ ਭੈਣ ਉਹ ਸਾਡੀ ਸਭ ਦੀ ਹੈਗੀ ਹੈ। ਲੇਕਿਨ ਅੱਜ ਆਪਾਂ ਦੇਖਿਆ ਕਿ ਸਮਾਜਿਕ ਕ੍ਰਿਤੀਆਂ ਇੰਨੀਆਂ ਆ ਗਈਆਂ, ਸਮਾਜਿਕ ਸੌੜੀਆਂ ਲਾਲਚੀ ਸੋਚਾਂ ਇੰਨੀਆਂ ਆ ਗਈਆਂ, ਸਾਡਾ ਸਾਰਾ ਪਾਸਾ ਗਿਰਾਵਟ ਵਾਲੇ ਪਾਸੇ ਨੂੰ ਆਇਆ ਹੈ। ਇਹ ਸਾਡੇ ਸਾਰਿਆਂ ਨੂੰ ਇੱਕ ਚੈਲੰਜ ਕਰਨਾ ਚਾਹੀਦਾ ਹੈ। ਛੱਡ ਦਿਓ ਕੁਰਸੀਆਂ ਦੇ ਲਾਲਚ, ਛੱਡ ਦਿਓ ਰਾਜਾਂ ਭਾਗਾਂ ਦੇ ਲਾਲਚ। ਮੈਂ ਕਹਿੰਦਾ ਸਮਾਜਿਕ ਜਥੇਬੰਦੀਆਂ ਅੱਗੇ ਆਉਣ, ਹੋਰ ਸਿਆਣੇ ਜਿਨ੍ਹਾਂ ਦੇ ਮਨ 'ਚ ਹਿਰਦਾ ਅੱਗੇ ਆਉਣ ਕਿ ਅਸੀਂ ਉਸੇ ਤਰ੍ਹਾਂ ਦੀ ਪਿਓਰਿਟੀ, ਅੱਜ ਫੂਡ 'ਚ ਤੁਹਾਨੂੰ ਪਿਓਰ ਫੂਡ ਨਹੀਂ ਮਿਲਦਾ, ਅੱਜ ਉਸ ਤਰ੍ਹਾਂ ਤੁਸੀਂ ਸਿੰਥੈਟਿਕ ਖਾ ਰਹੇ ਹੋ, ਸਿੰਥੈਟਿਕ ਡਰੱਗਾਂ, ਸਿੰਥੈਟਿਕ ਫੂਡ ਸਾਰਾ ਖਾ ਰਹੇ ਹੈਗੇ ਹੋ। ਅੱਜ ਅਸੀਂ ਨਿੱਜੀ ਲਾਲਚਾਂ ਵਿੱਚ ਕੰਪੀਟੀਸ਼ਨ ਕਿ ਮੇਰੀ ਜੇਬ ਅੱਜ ਨੂੰ ਕੱਲ ਵੱਡੀ ਕਿਵੇਂ ਭਰਨੀ ਹੈ। ਤੁਸੀਂ ਇਹ ਸਾਰੀਆਂ ਚੀਜ਼ਾਂ ਛੱਡ ਕੇ, ਰੱਬ ਨੇ ਰੋਟੀ ਹਰ ਇੱਕ ਜਾਨਵਰਾਂ ਨੂੰ ਦਿੱਤੀ ਹੈ, ਮਿਲਣੀ ਹੈ, ਤੁਹਾਨੂੰ ਮਿਲ ਜਾਣੀ ਹੈ। ਤੁਸੀਂ ਇਹ ਕਰਕੇ ਜੇ ਸਮਾਜਿਕ ਗੱਲ ਦੇ ਸੁਧਾਰ ਦੇ ਵਿੱਚ ਪਾਓਗੇ ਤਾਂ ਸਾਡਾ ਆਪਣਾ ਜਿਹੜਾ ਅਕਸ਼ ਹੈ ਪੰਜਾਬ ਦਾ, ਕਿ ਇਹ ਆਪਣਾ ਪੰਜਾਂ ਪਾਣੀਆਂ ਦਾ ਪਿਓਰ ਪਾਣੀ, ਪਿਓਰ ਸਾਡਾ, ਇਸ ਪੰਜਾਬ ਦੀ ਆਬਰੂ, ਇਸ ਪੰਜਾਬ ਦੀ ਸ਼ਾਨ ਤੇ ਸ਼ੌਕਤ, ਇਸ ਪੰਜਾਬ ਦਾ ਇੱਕ ਇਖਲਾਕ, ਉਹਨੂੰ ਅਸੀਂ ਪੈਦਾ ਕਰੀਏ। ਨੌਜਵਾਨ ਸਾਡਾ ਸਾਥ ਦੇਣ, ਨੌਜਵਾਨ ਅੱਗੇ ਆਉਣ ਬੱਚੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਫਿਊਚਰ ਡਗਮਗਾਉਂਦਾ ਹੈ, ਔਰ ਡਗਮਗਾਉਂਦਾ ਵਾਕਈ। ਇਹੋ ਜਿਹੀਆਂ ਨਿੱਜੀ ਸੋਚਾਂ ਦੇ ਪਿੱਛੇ ਲੋਕ, ਪ੍ਰਾਪਤੀਆਂ ਪਿੱਛੇ ਭੱਜ ਕੇ ਅੱਜ ਭੁੱਲਦੇ ਆ ਕਿ ਸਾਡਾ ਕੱਲ ਦਾ ਵਿਰਸਾ ਕੀ ਹੈ। ਇਸ ਲਈ ਬੱਚੇ ਜਿਹੜੇ ਉੱਤੇ ਨਸ਼ਿਆਂ ਵਾਲੇ ਪਾਸੇ ਜਾ ਰਹੇ ਆ। ਸਾਨੂੰ ਰੁਜ਼ਗਾਰ ਤੇ ਖੇਡਾਂ ਤੇ ਸਿਹਤ, ਇਹ ਤਿੰਨ ਚੀਜ਼ਾਂ ਤੇ ਐਜੂਕੇਸ਼ਨ ਸਾਨੂੰ ਦੇਣ ਦਾ ਸਾਡਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ, ਤਾਂ ਅਸੀਂ ਆਪਣਾ ਪੰਜਾਬ ਬਚਾ ਸਕਦੇ ਹਾਂ। ਦੇਸ਼ ਵਿੱਚ ਗੱਲ ਕੀਤੀ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਤਾਂ ਸੁਨੀਲ ਜਾਖੜ ਨੇ ਆਪਣੇ ਭਤੀਜੇ ਨੂੰ ਅੱਗੇ ਕਰਤਾ ਇਸ ਵਾਰ। ਆ ਪਿੱਛੇ ਹਟ ਕੇ ਇਲੈਕਸ਼ਨ ਲਾਲ ਸਿੰਘ ਨੇ ਪਿਛਲੀ ਵਾਰ, ਹੈ ਨਾ, ਤੇ ਦੂਜੇ ਤੁਹਾਡੇ ਬ੍ਰਹਮਿੰਦਰਾ ਸੀਗੇ, ਉਹਨਾਂ ਦੇ ਬੇਟੇ ਚੋਣ ਲੜ ਰਹੇ ਨੇ। ਤਾਂ ਤੁਹਾਨੂੰ ਨਹੀਂ ਲੱਗਾ ਕਿ ਹੁਣ ਤੁਸੀਂ ਰੈਸਟ ਕਰੋ ਤੇ ਪਰਿਵਾਰ ਦੇ ਵਿੱਚੋਂ ਤੁਹਾਡੇ ਔਲਾਦ ਤੋਂ ਅੱਗੇ ਆਉਣ? ਬਿਲਕੁਲ, ਮੈਂ ਰਿਕੁਐਸਟ ਕੀਤੀ ਸੀਗੀ, ਮੈਂ ਆਪ ਹੀ, ਬਲਕਿ ਮੇਰੀ ਇੱਕ ਗੱਲ ਇਹ ਰਹੀ ਹੈ, ਜਦੋਂ ਮੈਂ ਅੱਗੇ ਆਈ ਹਾਂ, ਮੇਰੇ ਮਾਪੇ ਤੋਂ ਬਾਅਦ ਮੈਨੂੰ ਲਿਆਂਦਾ, ਮੈਂ ਉਦੋਂ ਇੱਕੋ ਗੱਲ ਕਹੀ ਸੀ ਕਿ ਠੀਕ ਹੈ ਯੰਗਸਟਰ ਨੂੰ ਅੱਗੇ ਲੈ ਕੇ ਆਓ, ਲੇਕਿਨ ਮੈਨੂੰ ਇਸ ਕਰਕੇ ਨਾ ਲਿਆਇਓ ਕਿ ਮੈਂ ਇੱਕ ਦੇਸ਼ ਭਗਤ ਦੀ ਧੀ ਹਾਂ ਜਾਂ ਮੈਂ ਇੱਕ ਔਰਤ ਹਾਂ। ਮੈਨੂੰ ਮੇਰੀ ਔਨ ਮੈਰਿਟ ਲਿਆਇਓ। ਜੇ ਮੈਂ ਮੇਰੇ ਉਸ ਵਕਤ ਦੇ ਮੁਕਾਬਲੇ ਦੇ ਸਾਰੇ ਲੀਡਰਾਂ ਦੇ ਨਾਲੋਂ ਕੰਪੈਰੀਟਿਵਲੀ ਜ਼ਿਆਦਾ ਕੰਮ ਕੀਤਾ, ਮੈਨੂੰ ਹੱਕ ਦਿਓ। ਇਹੀ ਮੈਂ ਉਹਦੇ ਬੇਟੇ ਤੇ ਰੱਖੀ ਸੀ ਗੱਲ। ਮੈਂ ਚਾਹੁੰਦੀ ਸੀ, ਮੈਂ ਕਿਹਾ ਵੀ ਸੀ ਕਿ ਯੰਗਸਟਰ ਤੁਸੀਂ ਪ੍ਰਧਾਨ ਤੇ ਸੀਐਮ ਬਣਾਇਆ, ਯੰਗਸਟਰ ਅੱਗੇ ਲਿਆਉਣਾ, ਲਿਆਓ। ਮੇਰੇ ਬੇਟੇ ਨੂੰ ਇਸ ਕਰਕੇ ਨਾ, ਰਜਿੰਦਰ ਕੌਰ ਭੱਠਲ ਦਾ ਬੇਟਾ ਹੈ, ਮੇਰੇ ਬੇਟੇ ਨੂੰ ਮੈਂ ਇਹੀ ਸਿਖਾਇਆ ਕਿ ਬੇਟਾ ਆਪਣੀ ਮੈਰਿਟ ਤੇ ਜਾਓ। ਅੱਜ ਤੱਕ ਮੈਂ ਉਹਦੇ ਬੇਟੇ ਨੂੰ ਕੋਈ ਨੋਮੀਨੇਟਡ ਪੋਸਟ ਨਹੀਂ ਦਵਾਈ, ਜਿਹੜੀ ਮੈਂ ਦਵਾ ਸਕਦੀ ਸੀ, ਬੜੀ ਮੈਂ ਲੋਕਾਂ ਨੂੰ ਦਵਾਈ, ਆਦੇ ਬੇਟੇ ਨੂੰ ਦਵਾ ਸਕਦੀ ਸੀਗੀ, ਨਾ ਉਹਨੇ ਐਕਸੈਪਟ ਕੀਤੀ ਹੈ ਕਦੇ। ਮੇਰੇ ਬੇਟੇ ਨੇ ਅੱਜ ਇੱਥੇ ਜਦੋਂ ਆਪੋਜੀਸ਼ਨ ਚ ਰਹੇ ਜ਼ਿਆਦਾ ਸਾਲ, 10 ਸਾਲ ਕਾਲੀਆਂ ਦੇ ਵਿੱਚ, ਮੇਰਾ ਬੇਟਾ ਸਭ ਤੋਂ ਪਹਿਲੀ ਕਤਾਰ ਚ ਹੋ ਕੇ ਲੋਕਾਂ ਦੀਆਂ ਮੰਗਾਂ ਲਈ, ਹੱਕਾਂ ਲਈ ਧਰਨੇ ਦਿੰਦਾ ਰਿਹਾ। ਮੇਰਾ ਬੇਟਾ ਪੁਲਿਸ ਦੀਆਂ ਲਾਠੀਆਂ ਖਾਂਦਾ ਰਿਹਾ, ਮੇਰਾ ਬੇਟਾ ਪੁਲਿਸ ਅਰੈਸਟ ਹੁੰਦਾ ਰਿਹਾਗਾ, ਮੇਰੇ ਬੇਟੇ ਨੇ ਪਾਣੀ ਦੇ ਵਿਛਾੜਾਂ ਲਈਆਂ ਨੇ, ਮੇਰੇ ਬੇਟੇ ਨੇ ਜੇ ਕੋਈ ਇਲੈਕਸ਼ਨ ਲੜੀ, ਮੈਂ ਨਹੀਂ ਆਈ ਇੱਥੇ, ਇੱਕ ਵਾਰ ਉਹ ਜੂਸ ਦੀਆਂ ਇਲੈਕਸ਼ਨਾਂ, ਬਲਾਕ ਦੀ, ਜ਼ਿਲ੍ਹੇ ਦੀ ਤੇ ਲੋਕ ਸਭਾ ਦੀ ਇਲੈਕਸ਼ਨ ਉਹਨੇ ਲੜੀ ਇੱਥੇ। ਇੱਕ ਵਾਰ ਵੀ ਮੈਨੂੰ ਕੋਈ ਦੱਸ ਦੇਵੇ ਮੈਂ ਆ ਕੇ ਪੰਜਾਬ ਦੇ ਵਿੱਚ ਜਾਂ ਜ਼ਿਲ੍ਹੇ ਸੰਗਰੂਰ ਚ ਉਹਦੀ ਸਪੋਰਟ ਕੀਤੀ ਹੋਵੇ। ਹਾਲਾਂਕਿ ਦੂਜੇ ਪਾਸੇ ਇਹਦੇ ਮੁਕਾਬਲੇ ਸਰਜੀਤ ਸਿੰਘ ਧਮਾਨ ਦਾ ਬੇਟਾ ਖੜਾ ਸੀ, ਉਹਦੀ ਕੰਪੇਨ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸੀ ਕਿ ਇਹਨਾਂ ਦਾ ਬੇਟਾ ਨਹੀਂ, ਮੇਰਾ ਬੇਟਾ ਹੈ। ਮੈਂ ਨਹੀਂ ਆਈ ਸੀ ਆਪਦੇ ਬੇਟੇ ਵਾਸਤੇ, ਬਾਪ ਤਾਂ ਪਹਿਲਾਂ ਹੀ ਰੱਬ ਲੈ ਗਿਆ ਸੀ, ਉਹ ਤਾਂ ਮੈਂ ਆਈ ਨਹੀਂ, ਕਿ ਆਪ ਲੜੇ ਇਹ। ਔਰ ਇਹ ਮੈਂ ਲੋਕਾਂ ਦਾ ਧੰਨਵਾਦ ਕਰਦੀ ਹਾਂ ਕਿ ਮੇਰੇ ਬੇਟੇ ਰਾਹੁਲ ਸਿੱਧੂ ਨੇ ਆਪਣੇ ਤੇ ਆਪਣੇ ਦੋਸਤਾਂ ਤੇ ਸਾਥੀਆਂ ਦੇ ਨਾਲ ਇੰਨੀ ਉੱਥੇ ਲੜਾਈ ਖੁਦ ਲੜੀ ਕਿ ਉਹ ਡਬਲ ਟਰਬਲਡ ਵੋਟਾਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਕੇ ਲੋਕ ਸਭਾ ਦਾ ਬਣਿਆ। ਜੀ ਅੱਜ ਇਹ ਸਾਰੀਆਂ ਗੱਲਾਂ ਕੀਤੀਆਂ ਤੇ ਜੇ ਵਾਕਈ ਮੇਰਾ ਬੇਟਾ, ਉਹਦਾ ਬਚਪਨ ਵੀ ਜੇ ਕੰਪੈਰੀਜ਼ਨ ਕਰ ਲਓ, ਜੇ ਪੰਜਾਬ 'ਚ ਇੱਕ ਵੀ ਬੱਚਾ ਤੁਹਾਨੂੰ ਇਹੋ ਜਿਹਾ ਮਿਲੇ ਜਿਹੜਾ ਜਦੋਂ ਦੇਖਦਾ ਕਿ ਉਹਦੀ ਮਾਂ ਤਬਾਦਲੇ ਚੱਲੀ ਹੈ, ਉਹ ਰੋਂਦਾ ਭੱਜ ਕੇ ਕੱਪੜੇ ਪਾ ਕੇ ਉਂਗਲ ਫੜ ਕੇ ਨਾਲ ਜਾਂਦਾ ਕਿ ਉੱਥੇ ਲੋਕਾਂ ਦੇ ਮਾਰੇ ਜਾਂਦੇ ਆ, ਮੰਮਾ ਹੋਰ ਬੱਚੇ ਤੁਸੀਂ ਜਾਣਦੇ ਹੋ, ਮੈਂ ਰਹਿ ਕੇ ਵੀ ਕੀ ਕਰਨਾ, ਮੈਂ ਵੀ ਚਲੋ ਜੇ ਮਰ ਜੂੰਗਾ, ਹੋਰਾਂ ਬੱਚਿਆਂ ਤਾਂ ਮੈਨੂੰ ਨਾਲ ਲੈ ਕੇ ਜਾਓ। ਜੇ ਮੇਰੇ ਬੇਟੇ ਨੇ ਇਹ ਕੰਪੈਰੀਟਿਵਲੀ ਸਾਰਿਆਂ ਨਾਲੋਂ ਵੱਧ ਕੰਮ ਕੀਤਾ ਤਾਂ ਮੈਂ ਕਿਹਾ ਸੀ ਕਿ ਤੁਸੀਂ ਵੀ ਨੌਜਵਾਨ ਲਿਆਉਣਾ ਤਾਂ ਉਹਨੂੰ ਵੀ ਅੱਗੇ ਲਾਓ। ਲੇਕਿਨ ਮੈਂ ਅੱਜ ਤੱਕ ਇੱਕੋ ਗੱਲ ਰਹੀ ਹੈ ਕਿ ਮੈਂ ਆਪਣੀ ਪਾਰਟੀ ਦਾ ਹਰ ਹੁਕਮ ਮੰਨਿਆ। ਮੇਰੀ ਪਾਰਟੀ ਨੇ ਮੇਰੇ ਤੇ ਫੈਸਲਾ ਕਰ ਲਿਆ, ਮੈਨੂੰ ਕਨਵੇ ਕੀਤਾ ਗਿਆ ਕਿ ਤੈਨੂੰ ਲੜਾਉਣਾ, ਮੈਂ ਉਹਨਾਂ ਦਾ ਹੁਕਮ ਮੰਨਿਆ। ਇਸੇ ਤਰ੍ਹਾਂ ਨਾਲ ਜਦੋਂ ਮੈਨੂੰ ਇੱਕ ਵਾਰ, ਮੈਨੂੰ ਕੋਈ ਇੱਕ ਮਿਸਾਲ ਦੱਸ ਦਿਓ, ਹਰ ਬੰਦਾ ਚਾਹੁੰਦਾ ਮੈਂ ਡਿਪਟੀ ਸੀਐਮ, ਡਿਪਟੀ ਮਿਨਿਸਟਰ ਹਾਂ, ਮਿਨਿਸਟਰ ਬਣਾ, ਕੈਬਨਿਟ ਮਿਨਿਸਟਰ ਬਣਾ, ਸੀਐਮ ਬਣਾ। ਰਜਿੰਦਰ ਕੌਰ ਭੱਠਲ ਜਿਹੜੀ ਸੀਐਮ ਬਣ ਚੁੱਕੀ ਸੀ,
2002 ਦੇ ਵਿੱਚ ਇੱਥੇ ਸੀਐਮ ਕੈਪਟਨ ਅਮਰਿੰਦਰ ਸਿੰਘ ਬਣਾਉਣ ਦਾ ਫੈਸਲਾ ਕੀਤਾ, ਮੈਂ ਸਿਰ ਮੱਥੇ ਮੰਨ ਕੇ ਆ ਗਈ। ਲੇਕਿਨ ਨਾਲ ਮੈਨੂੰ ਇਹ ਕਿਹਾ ਗਿਆ ਕਿ ਮੈਂ ਡਿਪਟੀ ਸੀਐਮ ਬਣਨਾ, ਇਹਦੇ ਚ ਮਿਨਿਸਟਰ ਬਣਨਾ, ਡਿਪਟੀ ਸੀਐਮ ਬਣਨਾ। ਮੈਂ ਕਿਹਾ ਸੀ ਜੀ ਮੇਰੀ ਡਿਮੋਸ਼ਨ ਨਾ ਕਰੋ, ਮੈਨੂੰ ਨਾ ਬਣਾਓ ਵਜ਼ੀਰ, ਮੈਂ ਨਹੀਂ ਬਣਨਾ ਚਾਹੁੰਦੀ, ਮੈਂ ਡਟ ਕੇ ਮਦਦ ਕਰੂੰ, ਮੈਂ ਤੁਹਾਨੂੰ ਲਿਖ ਕੇ ਵਚਨ ਕਰਕੇ ਜਾਂਦੀ ਹਾਂ। ਮੇਰੀ ਪਾਰਟੀ ਦੀ ਲੀਡਰ ਨੇ ਕਿਹਾ ਕਿ ਨਹੀਂ, ਸਰਕਾਰ ਦੇ ਵਿੱਚ ਤੋਂ ਬਾਹਰ ਨਹੀਂ ਰੱਖਣਾ, ਤੁਹਾਨੂੰ ਅੰਦਰ ਰੱਖਣਾ ਹੈ। ਮੈਂ ਕਿਹਾ ਜੇ ਬਣਾਉਣਾ ਹੀ ਹੈ ਤਾਂ ਮੈਨੂੰ ਸਪੀਕਰ ਬਣਾ ਦਿਓ। ਅੱਜ ਵੀ ਸੋਨੀਆ ਜੀ ਗਵਾਹ ਹੈ ਇਸ ਗੱਲ ਦੀ, ਅੰਬਿਕਾ ਜੀ ਗਵਾਹ ਹੈ ਇਸ ਗੱਲ ਦੇ, ਮੈਨੂੰ ਸਪੀਕਰ ਬਣਾ ਦਿਓ। ਉਹਨਾਂ ਨੇ ਕਿਹਾ ਬਿਲਕੁਲ ਨਹੀਂ, ਮੈਂ ਕੈਬਨਿਟ ਵਿੱਚ ਰੱਖਣਾ ਤੈਨੂੰ। ਤੇ ਮੈਨੂੰ ਉਹਨਾਂ ਨੇ ਮਿਸਾਲ ਵੀ ਦਿੱਤੀ ਕਿ ਫਲਾਣੇ ਵਕਤ ਫਲਾਨਾ ਪੀਐਮ ਰਹਿਣ ਤੋਂ ਬਾਅਦ ਮਿਨਿਸਟਰ ਬਣਿਆ ਸੀ। ਮੇਰੇ ਲਈ, ਪਾਰਟੀ ਕੇ ਲਈ ਮੈਨੂੰ ਇੱਕ ਕੇਸ ਗਿਣਾ ਦਿਓ, ਇਹ ਤਾਂ ਹੈਗਾ ਕਿ ਪਾਰਟੀ ਨੇ ਮੈਨੂੰ ਨਹੀਂ ਦਿੱਤਾ, ਮੈਂ ਛੱਡ ਕੇ ਚੱਲਿਆ। ਇਹ ਮੈਨੂੰ ਗਿਣਾ ਦਿਓ ਕਿ ਮੈਨੂੰ ਪਾਰਟੀ ਨੇ ਨੀਵਾਂ ਹੋਣ ਵਾਸਤੇ ਕਹਿਤਾ, ਮੈਨੂੰ ਆਪਦੀ ਡਿਮੋਸ਼ਨ ਲੈਣ ਵਾਸਤੇ ਕਹਿਤਾ। ਮੈਂ ਪਾਰਟੀ ਤੇ ਲੀਡਰ ਵਾਸਤੇ ਡਿਮੋਸ਼ਨ ਵੀ ਪ੍ਰਵਾਨ ਕੀਤੀ, ਮੈਂ ਉਤੋਂ ਡਿਪਟੀ ਸੀਐਮ ਦਾ ਐਕਸੈਪਟ ਕੀਤਾ ਮੈਡਮ ਦੇ ਕਹਿਣ ਦੇ ਉੱਤੇ। ਤੁਸੀਂ ਇੱਕ ਗੱਲ ਕੀਤੀ ਸੀ ਕਿ ਕੈਪਟਨ ਢੀਂਡਸਾ ਦੇ ਨਾਲ ਰਲ ਕੇ ਪਹਿਲਾਂ ਤੁਹਾਡੇ ਕਾਲਜ ਦੀ ਗ੍ਰਾਂਟ ਰੋਕੀ, ਹੋਰ ਤੁਹਾਡੇ ਵੱਖ-ਵੱਖ ਕੰਮ ਰੋਕਦੇ ਰਹੇ, ਤਾਂ ਫਿਰ ਤੁਸੀਂ ਉਸ ਦੌਰ ਦੇ ਵਿੱਚ ਜਾ ਕੇ ਹਾਈ ਕਮਾਂਡ ਨੂੰ, ਸੋਨੀਆ ਗਾਂਧੀ ਨੂੰ, ਰਾਹੁਲ ਗਾਂਧੀ ਨੂੰ ਮਿਲਦੇ ਰਹੇ ਹੋ ਤੇ ਕੈਪਟਨ ਦੀ ਗੱਲਬਾਤ ਉਹਨਾਂ ਅੱਗੇ ਰੱਖਦੇ ਰਹੇ ਹੋ? ਦੇਖੋ, ਨਿੱਜੀ ਸ਼ਿਕਾਇਤਾਂ ਮੈਂ ਉੱਥੇ ਨਹੀਂ ਕੀਤੀਆਂ ਕਿਉਂਕਿ ਉਹਨਾਂ ਦਿਨਾਂ 'ਚ ਸੋਨੀਆ ਜੀ ਬਹੁਤ ਬਿਮਾਰ ਸੀ, ਕਰੋਨਾ ਸੀ, ਕੋਈ ਮੁਲਾਕਾਤਾਂ ਸਾਡੀ ਸਾਰੀਆਂ ਬੰਦ ਹੋਈਆਂ ਸੀ, ਕਰਦੇ ਸੀ। ਲੇਕਿਨ ਕੈਪਟਨ ਨੂੰ ਬਾਰ-ਬਾਰ ਚਿੱਠੀਆਂ ਲਿਖ ਕੇ, ਅੱਜ ਵੀ ਚਿੱਠੀਆਂ ਪਈਆਂ ਕਿ ਮੇਰਾ ਜ਼ਿਲ੍ਹਾ ਤੁਸੀਂ ਅਨਾਉਂਸ ਕੀਤਾ ਸੀ, ਬਣਾ ਦਿਓ। ਤੇ ਮੈਨੂੰ ਉਹਨਾਂ ਨੇ ਜਵਾਬ ਦਿੱਤਾ, ਕਿਹੜੇ ਲਹਿਰੇ ਲਈ ਜ਼ਿਲ੍ਹਾ ਮੰਗਦੀ ਹੈ, ਜਿਹਨੇ ਤੈਨੂੰ ਹਰਾਇਆ? ਉੱਥੇ ਇਹ ਮੇਰੇ ਚੁਭਦਾ ਸੀ ਇਹ ਜਵਾਬ, ਜਦੋਂ ਮੇਰੀ ਲਹਿਰੇ ਤੇ ਮਿਹਣਾ ਮਾਰਦੇ ਸੀਗੇ। ਮੈਂ ਕਿਹਾ ਸਾਰਿਆਂ ਨੂੰ ਤੁਸੀਂ ਗ੍ਰਾਂਟਾਂ ਦਿੱਤੀਆਂ, 5-5, 4-400 ਕਰੋੜ ਦੀਆਂ ਦਿੱਤੀਆਂ, ਮੇਰੇ ਹਲਕੇ ਨੂੰ ਕੁਛ ਤਾਂ ਗ੍ਰਾਂਟ ਦੇ ਦਿਓ, ਤੁਹਾਡੇ ਨਾਨਕੇ ਪੈਂਦੇ ਆ, ਬਾਰਡਰ ਤੇ ਪੈਂਦਾ। ਮੈਨੂੰ ਉਸ ਥਾਂ ਤੇ ਕਿ ਇੰਨੇ ਵੋਟਾਂ ਤੇ ਰਾ ਕੇ ਭੇਰਿਆ, ਉਹਨਾਂ ਨੂੰ ਨਹੀਂ ਸੀ ਗ੍ਰਾਂਟ ਦੇਣੀ। ਇਹ ਸਾਰਾ ਕੁਝ ਮੈਨੂੰ ਉਹ ਬਾਰ-ਬਾਰ ਕਹਿੰਦੇ ਰਹੇ, ਮੇਰੇ ਮਰਜ਼ੀ ਦੇ ਖਿਲਾਫ ਅਫਸਰ। ਮੈਂ ਕਾਂਗਰਸ ਦੀ ਸੀ, ਲੇਕਿਨ ਅਫਸਰ ਸਾਰੇ ਉਸ ਵਕਤ ਮੇਰੇ ਵਿਰੋਧੀਆਂ ਦੇ ਕਹਿਣ ਤੇ ਲੱਗੇ, ਜਿਹੜੇ ਮੈਨੂੰ ਤੰਗ ਕਰਨ, ਪਰੇਸ਼ਾਨ ਕਰਨ, ਮੇਰੇ ਕੰਮਾਂ 'ਚ ਰੋੜਾ ਅਟਕਾਉਣ। ਇਸ ਤਰ੍ਹਾਂ ਮੇਰੇ ਨਾਲ ਜਿਵੇਂ ਕਹਿੰਦਾ ਟ੍ਰੀਟਮੈਂਟ ਕੀਤਾ ਗਿਆ, ਜਿਵੇਂ ਕਿਸੇ ਗੁਨਾਹਗਾਰ ਦੇ ਨਾਲ ਟ੍ਰੀਟਮੈਂਟ ਕੀਤਾ ਜਾਂਦਾ। ਮੈਂ ਸਿਰਫ ਤੇ ਸਿਰਫ ਕੈਪਟਨ ਨੂੰ ਹੀ ਕਹਿੰਦੀ ਸੀ, 2 ਵਾਰੀ ਮੁਲਾਕਾਤ, 3 ਵਾਰੀ ਮੁਲਾਕਾਤ ਕਰਕੇ ਕਿ ਮੇਰੇ ਨਾਲ ਵਰਤਾਓ ਕਿਉਂ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ, ਮੈਨੂੰ ਕਿਉਂ, ਮੇਰੇ ਨਾਲ ਕਰ ਲਓ, ਮੇਰੇ ਹਲਕੇ ਦਾ ਤਾਂ ਨੁਕਸਾਨ ਨਾ ਕਰੋ। ਠੀਕ ਹੈ, ਤੁਸੀਂ ਕਹਿੰਦੇ ਹੋ ਤੈਨੂੰ ਤਾਂ ਹਲਕੇ ਨੇ ਐਮਐਲਏ ਵੀ ਨਹੀਂ ਬਣਾਇਆ, ਮੈਂ ਤਾਂ ਕੈਬਨਿਟ ਦੇ ਸਟੇਟਸ ਦਿੱਤਾ, ਤੈਨੂੰ ਬਣਾਤਾ। ਮੈਂ ਉੱਥੇ ਆਪਣਾ ਸਾਨ ਨਾ ਜਤਾਓ, ਤੁਹਾਡਾ ਦਿੱਤਾ ਇਹ ਸਟੇਟਸ ਵੀ ਮੈਨੂੰ ਨਹੀਂ, ਮੇਰੇ ਹਲਕੇ ਦੀ ਦਿੱਤੀ ਹਾਰ ਮੈਨੂੰ ਮਨਜ਼ੂਰ ਹੈਗੀ ਹੈ। ਇਸ ਕਰਕੇ ਤੁਸੀਂ ਕੈਪਟਨ ਸਾਹਿਬ ਮੈਨੂੰ ਨਾ ਮੇਰੇ ਹਲਕੇ ਨੂੰ ਦਿਓ। ਮੰਗਦੀ ਰਹੀਆਂ, ਲਿਖ ਕੇ ਵੀ ਰਿਕਾਰਡ ਪਿਆ ਉਹਨਾਂ ਦੀ ਰਿਕਾਰਡ ਦੇ ਵਿੱਚ, ਹਰ ਥਾਵਾਂ ਤੇ ਮੰਗਾਂ ਮੰਗੀਆਂ, ਹਰ ਥਾਵਾਂ ਤੇ ਆਪਣੇ ਵਰਕਰਾਂ ਲਈ ਜਾ ਕੇ ਮੈਂ ਬਾਰ-ਬਾਰ ਲੜੀਆਂ, ਚਿੱਠੀਆਂ ਲਿਖੀਆਂ। ਤੁਸੀਂ ਫਿਰ ਐ ਨਹੀਂ ਕਿਹਾ ਵੀ ਫਿਰ ਕੀ ਹੋ ਗਿਆ ਜੇ ਇੱਕ ਹਲਕਾ ਹਾਰ ਗਏ, ਬਹੁਤ ਸਾਰੀਆਂ ਸੀਟਾਂ ਤੁਸੀਂ ਹਾਰ ਗਏ ਸੀ। ਤੁਸੀਂ ਕਹਿੰਦੇ ਹੋ ਜਿਵੇਂ ਅਕਸਰ ਲੀਡਰ ਕਹਿੰਦੇ ਨੇ ਕਿ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਤਾਂ ਜਿਵੇਂ ਪੂਰੇ ਦੇਸ਼ ਦਾ, ਮੁੱਖ ਮੰਤਰੀ ਪੂਰੇ ਸੂਬੇ ਦਾ, ਫਿਰ ਤੁਸੀਂ ਕਦੇ ਕੈਪਟਨ ਨੂੰ ਕਿਹਾ ਨਹੀਂ? ਤੇ ਮੁੱਖ ਮੰਤਰੀ ਤੁਸੀਂ ਲਹਿਰੇ ਲਈ ਵੀ ਹੋ। ਮੈਂ ਕਿਹਾ, ਉਹ ਉਹਨਾਂ ਨੂੰ ਸਮਝ ਸੀ, ਉਹ ਨਹੀਂ ਸੀ ਮੰਨਦੇ ਮੂੰਹੋਂ ਆ ਕੇ, ਲੇਕਿਨ ਉਹਨਾਂ ਨੂੰ ਇੱਕੋ ਸੀ ਕਿ ਹਰੇਕ ਹਲਕੇ 'ਚ ਹਾਰਨ ਵਾਲਾ ਬੰਦਾ ਮੇਰੀ ਸੀਐਮ ਲਈ ਮੇਰਾ ਖਤਰਾ ਨਹੀਂ ਹੋ ਸਕਦਾ। ਮੈਨੂੰ ਉਹ ਆਪਣਾ ਖਤਰਾ ਸਮਝਦੇ ਰਹੇ ਕਿ ਤੁਹਾਨੂੰ ਲੱਗਦਾ ਫਿਰ ਤਾਂ ਹਰਾਉਂਦੇ ਰਹੇ ਤੁਹਾਨੂੰ, ਕਰਕੇ ਮੈਨੂੰ ਹਰਾਉਂਦੇ ਰਹੇ। ਮੈਂ ਆ ਕਿੰਨਿਆਂ ਬੰਦਿਆਂ ਤੇ, ਆ ਸਾਡੇ ਜਿਵੇਂ ਇੱਥੇ ਗੁਰਲਾਲ ਸਿੰਘ ਹੈ, ਸਾਡਾ ਵਿਚਾਰਾ ਅੱਛਾ ਕੰਮ ਕਰਨ ਵਾਲਾ ਮੁੰਡਾ ਹੈਗਾ, ਗਰੀਬ ਪਰਿਵਾਰ 'ਚੋਂ ਆਇਆ, ਮੈਂ ਉਹਦੇ ਵਾਸਤੇ ਵੀ ਲਿਖ ਕੇ ਚਿੱਠੀ ਲੈ ਕੇ ਆਪਦੇ ਬੰਦੇ ਨਾਲ ਭੇਜੇ ਕਿ ਇਹਨੂੰ ਲਾ ਦਿਓ, ਅਥਾਰਟੀ ਦੇ ਵਿੱਚ ਲਾ ਦਿਓ। ਵਿਜੇਂਦਰ ਸਿੰਘਲੇ ਤੋਂ ਮੈਂ ਸਾਈਨ ਕਰਾਇਆ ਉਹ ਚਿੱਠੀ ਦੇ ਉੱਤੇ, ਨਹੀਂ ਲਾਇਆ। ਮੈਂ ਆਪਣੇ ਸਾਡੇ ਚੂਲੜ ਵਾਲੇ ਕੁਲਦੀਪ ਹੋਣੀ, ਹੋਰ ਹੈ ਜਿੰਨੇ ਸਾਡੇ ਇੱਥੇ ਵਰਕਰ ਹੈ, ਮਹਾਂਤ ਨੇ ਸਾਡੇ ਇੱਥੇ ਅੜਕ ਵਾਸਤੇ ਮੁੰਡੇ ਹੋਰ, ਇਹਨਾਂ ਸਾਰਿਆਂ ਨੂੰ ਮੇਰੀਆਂ ਚਿੱਠੀਆਂ ਪਈਆਂ ਕਿ ਇਹਨਾਂ ਬੰਦਿਆਂ ਨੂੰ ਮੇਰਿਆਂ ਨੂੰ ਕਿਤੇ ਐਡਜਸਟ ਕਰੋ, ਸਟੇਟ ਬੋਡੀ 'ਚ ਪਾ ਲਓ। ਇੱਕ ਵੀ ਬੰਦਾ ਜਿੱਥੇ ਕਿਤੇ ਆ ਜਾਂਦਾ ਨਹੀਂ ਸੀ ਪਾਇਆ ਜਾਂਦਾ। ਇੱਥੋਂ ਤੱਕ ਕਿ ਮੈਂ ਪਲੈਨਿੰਗ ਦੀ ਵਾਈਸ ਚੇਅਰਮੈਨ, ਮੈਨੂੰ ਉਹਨਾਂ ਨੇ ਕਹਿ ਕੇ ਬਣਾਇਆ ਸੀ ਕਿ ਮੈਂ ਸੀਐਮ ਸੀ, ਤੂੰ ਡਿਪਟੀ ਸੀਐਮ ਸੀ, ਹੁਣ ਮੈਂ ਚੇਅਰਮੈਨ ਆ ਇਸ ਬੋਰਡ ਦਾ ਤੇ ਤੂੰ ਆਪਣਾ ਵਾਈਸ ਚੇਅਰਮੈਨ ਬਣ ਕੇ, ਓਕੇ ਤੂੰ ਇੱਥੇ ਤੇਰੇ ਕੋਲ ਘਰ-ਦਰ ਹੈ ਨਹੀਂਗਾ ਤੇ ਖਾਲੀ ਹੈ। ਤੇ ਸਾਰਿਆਂ ਪਾਸਿਆਂ ਤੋਂ ਸੋਨੀਆ ਜੀ ਨੇ ਪ੍ਰੈਸ਼ਰ ਪਾਇਆ ਸੀ ਕਿ ਵਿਚਾਰੀ ਕਿੱਥੇ ਚੱਕ ਕੇ ਜਾਊ ਸਮਾਨ, ਵਿਡੋ ਔਰਤ ਹੈ, ਕਾਂਗਰਸ ਲਈ ਸਾਰੀ ਉਮਰ ਲਾਤੀ, ਉਹਨੇ ਕਿੱਥੇ ਜਾਊ। ਉਹ ਮੈਨੂੰ ਉਹਨਾਂ ਨੇ ਵਾਈਸ ਪ੍ਰਧਾਨ ਬਣਾ ਕੇ, ਲੇਕਿਨ ਅੱਜ ਤੱਕ ਇੱਕ ਪੈਸਾ ਮੈਨੂੰ ਪੈਸਾ ਨਹੀਂ ਦਿੱਤਾ। ਔਰ ਮੈਂ ਆਪਣੇ ਜ਼ਿਲ੍ਹੇ ਦੇ ਕਿਹਾ ਕਿ ਪੰਜਾਬ ਜੋ ਮਰਜ਼ੀ ਬਣਾ ਲਓ, ਮੇਰੇ ਜ਼ਿਲ੍ਹੇ ਦੇ ਵਿੱਚ ਇੱਕ ਪਲੈਨਿੰਗ ਦਾ ਮੇਰੀ ਮਰਜ਼ੀ ਦਾ ਬਣਾ ਦਿਓ। ਉਹ ਜਿਵੇਂ ਨਾ ਭੇਜੇ, ਸਾਰਿਆਂ ਤੇ ਕਾਟਾ ਮਾਰਤਾ, ਕੋਈ ਨਹੀਂ ਬਣਾਇਆ ਗਿਆ। ਜਿਵੇਂ ਕਿ ਦੜਬਾ ਸੀਟ ਨੂੰ ਲੈ ਕੇ ਬੜਾ ਰੇੜਕਾ, ਜਿਵੇਂ ਬਾਕੀ ਜਿਹੜੀਆਂ ਕਹਿੰਦੇ ਸੀਟਾਂ ਕਾਂਗਰਸ ਨੇ ਨਹੀਂ ਹਾਲੇ ਤੱਕ ਅਨਾਉਂਸ ਕੀਤੀਆਂ, ਜਿਸ ਤਰ੍ਹਾਂ ਅਮਰਗੜ੍ਹ ਹੋ ਗਈ, ਦੜਬਾ ਹੋ ਗਈ। ਦੜਬਾ ਸੀਟ ਤੇ ਇਹ ਕਿਹਾ ਜਾ ਰਿਹਾ ਕਿ ਪਿਛਲੀ ਵਾਰ ਜਿਹੜਾ ਉਮੀਦਵਾਰ ਹਾਰਿਆ ਉਹ ਭੱਠਲ ਧੜੇ ਤੋਂ ਸੀ, 2 ਵਾਰ ਹਾਰਿਆ ਤੇ ਤੀਜੀ ਵਾਰ ਉਸ ਤੇ ਜ਼ੋਰ ਲਗਾਇਆ ਜਾ ਰਿਹਾ, ਪਰ ਪਾਰਟੀ ਇਸ ਵਾਰ ਚਾਹੁੰਦੇ ਕਿ ਕਿਸੇ ਯੰਗਸਟਰ ਨੂੰ ਟਿਕਟ ਦਿੱਤੀ ਜਾਵੇ। ਦੇਖੋ, ਮੇਰੇ ਤਾਂ ਸਾਰੇ ਧੜੇ ਨੇ, ਹਰ ਸੱਚਾ ਕਾਂਗਰਸੀ ਮੇਰਾ ਧੜਾ ਹੈ, ਮੈਂ ਕਦੇ ਪੱਖਪਾਤ ਕੀਤਾ ਨਹੀਂ। ਤੁਹਾਨੂੰ ਕੀ ਲੱਗਦਾ ਦੜਬਾ ਟਿਕਟ ਇਸ ਵਾਰ ਕਿਹਨੂੰ ਦਿੱਤੀ ਜਾ ਸਕਦੀ? ਵਿਚਾਰ ਵਾਸਤੇ ਮੈਂ ਪ੍ਰੈਫਰੈਂਸ ਆਪਦੇ ਹਲਕੇ 'ਚ ਵੀ ਦਿੱਤੀ ਹੈ, ਬਾਹਰ ਵੀ ਦਿੱਤੀ ਹੈ। ਮੈਂ 2 ਵਰਗਾਂ ਲਈ, ਇੱਕ ਯੰਗਸਟਰ ਨੂੰ ਪਹਿਲ ਤੇ ਇੱਕ ਲੇਡੀਜ਼ ਨੂੰ। ਮੈਂ ਇਹ ਸਮਝਿਆ ਕਿ ਲੇਡੀਜ਼ ਸਾਡੀਆਂ, ਜਿੱਥੇ ਪ੍ਰਿਯੰਕਾ ਜੀ ਨੇ 40% ਯੂਪੀ 'ਚ ਕੀਤਾ, ਘੱਟੋ ਘੱਟ ਇੱਥੇ 30% ਕੋਟਾ ਪੂਰਾ ਹੋਵੇ। ਮੰਨਿਆ ਕਿ ਦੂਜੀਆਂ ਪਾਰਟੀਆਂ ਦੇ ਕੰਪੈਰੀਟਿਵਲੀ ਸਾਡੀ ਪਾਰਟੀ ਨੇ ਜ਼ਿਆਦਾ ਕੰਸੀਡਰ ਕੀਤਾ ਹੈ। ਅਜੇ ਵੀ ਮੈਂ ਦੋਨਾਂ ਤੇ ਪਹਿਰੇ ਦੇ ਰਹੀ ਹਾਂ, ਲੇਕਿਨ ਮੈਂ ਕਦੇ ਇੰਟਰਫੀਅਰੈਂਸ ਨਹੀਂ ਕੀਤੀ ਕਿ ਮੈਂ ਐਸੇ ਨੂੰ ਦਬਾਉਣਾ ਚਾਹੁੰਦੀ ਹਾਂ, ਮੈਂ ਇਸ ਨੂੰ। ਮੈਂ ਕਹਿੰਦੀ ਕਿ ਤੁਸੀਂ ਮੈਰਿਟ ਤੇ ਉਸਦੇ ਜਿੱਦੇ ਹਿਸਾਬ ਤੇ ਦੇਖੋ, ਪਰ ਲੇਕਿਨ ਜਿਹੜਾ ਬੰਦਾ ਆਪਣਾ ਹੱਕ ਰੱਖਦਾ ਹੈ, ਜਿੱਤਦਾ ਹੈ, ਕੰਮ ਕੀਤਾ, ਉਹਦੀ ਮਦਦ ਉਸ ਥਾਂ ਤੇ ਹੋਣੀ ਚਾਹੀਦੀ ਹੈ। ਮੈਂ ਅੱਜ ਸਿੱਧੇ ਤੌਰ ਤੇ ਨਾ ਮੈਂ ਪ੍ਰਧਾਨ, ਨਾ ਮੈਂ ਸੀਐਮ, ਨਾ ਮੈਂ ਉਸ ਕਮੇਟੀ ਵਿੱਚ ਪਈ ਵੀ ਹਾਂ। ਮੈਂ ਸਿਫਾਰਿਸ਼ ਕਰਦੀ ਹਾਂ, ਉਹਦੇ 'ਚ ਮੈਂ ਕੀਤੀ ਹੈ। ਮੈਂ ਤਾਂ ਜਦੋਂ ਮੇਰੇ ਕੈਪਟਨ ਮਿਲਣ ਆਇਆ ਘਰੇ,
ਉਦੋਂ ਵੀ ਮੈਂ ਇਹਨੂੰ ਰਾਏ ਦਿੱਤੀ ਸੀ। ਇਹ ਆਪਣੀ ਬੇਟੀ ਨੂੰ, ਆਪਣੀ ਦੋਤੇ ਨੂੰ ਲੈ ਕੇ ਆਇਆ, ਇਹਨੂੰ ਜਦੋਂ ਉਤਾਰਿਆ ਗਿਆ ਉਦੋਂ ਹਫ਼ਤਾ ਕੁ ਪਹਿਲਾਂ ਮੇਰੇ ਘਰੇ, ਤੇ ਹਾਲਾਂਕਿ ਮੈਂ ਨਹੀਂ ਸੱਦਿਆ ਸੀਗਾ, ਬਿਨਾਂ ਸੱਦੇ ਜਦੋਂ ਲੋੜ ਹੁੰਦੀ ਆਪੇ ਪਹੁੰਚ ਜਾਂਦਾ ਕਿ ਦੱਸੋ ਜੀ ਮੈਂ ਹੁਣ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ, ਮੈਂ ਹਾਲਤ ਕੀ ਹੈ। ਕਹਿੰਦਾ ਆਪਾਂ ਮੈਂ ਰਹਿਣਾ, ਮੈਨੂੰ ਕੋਈ ਨਹੀਂ ਹਟਾ ਸਕਦਾ। ਮੈਂ ਕਿਹਾ ਕੈਪਟਨ ਸਾਹਿਬ ਮੇਰੀ ਤੁਹਾਨੂੰ ਰਾਏ ਹੈਗੀ ਇੱਕ, ਕਿ ਜੇ ਸਾਰੇ ਆਪਣੇ ਐਮਐਲਏ ਔਖੇ ਆ, ਜੇ ਆਪਾਂ ਸਾਰਿਆਂ ਲਈ ਗੁਨਾਹਗਾਰ ਆ, ਜੇ ਪੰਜਾਬ ਆਪਣੇ ਤੇ ਨਾਰਾਜ਼ ਹੈ, ਆਪਾਂ ਵਾਅਦੇ ਨਹੀਂ ਪੂਰੇ ਕਰ ਸਕੇ, ਚਲੋ ਬੰਨਿਆ ਪਹਿਲਾਂ 1.5-2 ਸਾਲ ਗੁਜ਼ਰ ਗਿਆ, ਉਹਦੇ ਵਿੱਚ ਆ ਗਿਆ, ਕਿਸਾਨੀ ਚ ਆ ਗਿਆ, ਲੇਕਿਨ 1.5 ਸਾਲ ਤਾਂ ਫਿਰ ਬਚਿਆ ਸੀ, ਆਪਾਂ ਨਹੀਂ ਪੂਰਾ ਕਰ ਸਕੇ। ਤੁਹਾਡੀ ਸ਼ਾਨ ਇਸੇ ਚ ਹੀ ਹੈ ਕਿ ਤੁਸੀਂ ਸੋਨੀਆ ਜੀ ਕੋਲ ਜਾਓ, ਉਹਨਾਂ ਨੂੰ ਕਹੋ ਕਿ ਮੈਡਮ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਮੇਰੇ ਤੇ ਭਰੋਸਾ ਕੀਤਾ ਹੈ, ਸਾਰੇ ਕਾਂਗਰਸੀ ਲੀਡਰਾਂ ਨਾਲੋਂ ਵੱਧ ਸਮਾਂ ਮੈਨੂੰ ਦਿੱਤਾ, ਪਾਰਟੀ 'ਚ ਵੀ ਸਰਕਾਰ 'ਚ ਵੀ, ਮੈਂ ਰਿਜ਼ਾਈਨ ਲੈ ਕੇ ਆਇਆ, ਤੁਹਾਡੀ ਇਮਾਨਤ ਹੈ, ਜਿਹਨੂੰ ਬਣਾਉਣਾ ਚਾਹੁੰਦੇ ਹੋ ਦੱਸੋ, ਤੇ ਮੈਂ ਪਾਰਟੀ ਦਾ ਹੁਕਮ ਮੰਨੂਗਾ ਜੇ ਮੈਂ ਕਿਹਾ ਸੀ। ਤੁਸੀਂ ਜਦੋਂ ਪਾਰਟੀ ਨੇ ਵੱਖ-ਵੱਖ ਐਮਐਲਏਜ਼ ਨੂੰ ਵੀ ਬੁਲਾਇਆ, ਤੁਸੀਂ ਸੀਨੀਅਰ ਲੀਡਰੋਂ ਤੁਹਾਡੀ ਵੀ ਰਾਏ ਲਈ ਹੋਣੀ, ਤਾਂ ਤੁਸੀਂ ਫਿਰ ਕੀ ਜਾ ਕੇ ਫੀਡਬੈਕ ਦਿੱਤੀ ਕੈਪਟਨ ਦੀ, ਕਿ ਰੱਖਿਆ ਜਾਵੇ ਜਾਂ ਉਤਾਰਿਆ ਜਾਵੇ? ਨਹੀਂ, ਮੈਂ ਜਿਹੜੀ ਆਪਣਾ ਉਸ ਵਕਤ ਮੈਨੂੰ ਵੀ ਬੁਲਾਇਆ ਸੀ, ਲੇਕਿਨ ਆਪਣੀ ਪਾਰਟੀ ਦੀਆਂ ਅੰਦਰੂਨੀ ਮਾਮਲੇ ਹਮੇਸ਼ਾ ਬਾਹਰ ਨਹੀਂ ਕੀਤੇ ਜਾ ਸਕਦੇ। ਮੈਂ ਉੱਥੇ ਜਿਹੜੀ ਰਾਏ ਦਿੱਤੀ ਸੀ, ਉਹ ਅੱਜ ਵੀ ਮੈਂ ਹੁਣ ਜਦੋਂ ਬਾਅਦ ਚ ਮਿਲ ਕੇ ਗਏ ਸੋਨੀਆ ਜੀ ਨੂੰ, ਉਹਨਾਂ ਨੇ ਮੈਨੂੰ ਐਗਰੀ ਕੀਤਾ ਕਿ ਅਗਰ ਇਹ ਸਾਰੀ ਤੇਰੀ ਵਾਲੀ ਰਾਏ, ਉਸ ਵਕਤ ਮੈਜੋਰਟੀ ਰਾਏ ਦੂਜੇ ਪਾਸਿਓਂ ਕਈ ਤਰ੍ਹਾਂ ਦੀ ਆ ਗਈ ਸੀ, ਮੈਜੋਰਟੀ ਦੀ ਗੱਲ ਮੰਨੀ ਜਾਂਦੀ ਹੈ, ਕਿ ਅੱਜ ਮੈਂ ਸੋਚ ਰਹੀ ਹੈਗੀ ਆ ਕਿ ਤੇਰੀ ਜੇ ਉਸ ਵਕਤ ਦੀ ਉਹ ਰਾਏ ਮੰਨੀ ਜਾਂਦੀ ਸਾਨੂੰ ਠੀਕ ਰਹਿਣੀ ਸੀਗੀ ਆ ਕੇ। ਮਤਲਬ ਜੇ ਕੈਪਟਨ ਪਹਿਲਾਂ ਲਾ ਦਿੱਤੇ ਜਾਂਦੇ ਇਹ ਸਮਝੀਏ। ਦੇਖੋ ਇਹ ਤਾਂ ਸਮਝਦੇ ਹੀ ਸੀ ਕਿ 1.5 ਸਾਲ ਪਹਿਲਾਂ ਲੈ ਜਾਂਦੇ ਤਾਂ ਕਿ ਸਾਨੂੰ ਵੀ ਕੰਮ ਕਰਨ ਦਾ ਮੌਕਾ ਮਿਲਦਾ, ਤੇ ਇਸ ਲਈ ਜਿਹੜੀਆਂ ਉਹਨਾਂ ਨੇ ਕੀਤੇ ਪਾਰਟੀ ਦੇ ਫੈਸਲੇ, ਉੱਥੇ ਆਪਾਂ ਸਿਰਫ ਓਪੀਨੀਅਨ ਰੱਖਦੇ ਹਾਂ, ਲੇਕਿਨ ਫੈਸਲਾ ਅਸੀਂ ਹਮੇਸ਼ਾ ਸਿਰ ਮੱਥੇ ਬੰਨ੍ਹੇ ਆ। ਮੇਰਾ ਆਖਰੀ ਸਵਾਲ ਕਿ ਹੁਣ ਜਿਸ ਤਰ੍ਹਾਂ ਮੈਂ ਦੇਖਿਆ ਤੁਹਾਡਾ, ਚਲੋ 1992 ਦੇ ਵਿੱਚ ਤਾਂ VOTING ਬਹੁਤ ਥੋੜੀ ਹੋਈ, ਤੇ 97 ਤੁਸੀਂ 50,000 ਪਲੱਸ ਵੋਟ ਲਈ, ਉਸ ਤੋਂ ਬਾਅਦ 43, 45, 47 ਇੰਨੀ ਤੁਹਾਡੀ ਵੋਟ ਰਹੀ ਆ। ਕੀ ਅਸੈਸਮੈਂਟ ਆ ਇਸ ਵਾਰ, ਕਿਉਂਕਿ ਪਾਰਟੀਆਂ ਵੀ ਬਹੁਤ ਹੋ ਗਈਆਂ ਤੇ ਇਸ ਵਾਰ ਤੁਹਾਡਾ ਜਿੱਤ ਦਾ ਦਾਅਵਾ ਵੀ ਹੈ, ਕੀ ਲੱਗਦਾ ਕਿੰਨੀ ਵੋਟ ਜਿਹੜੀ ਆ ਤੁਸੀਂ ਇਸ ਵਾਰ ਅਸੈਸਮੈਂਟ ਤੁਹਾਨੂੰ? ਦੇਖੋ ਜਿਸ ਤਰ੍ਹਾਂ ਕਿਹਾ ਕਿ ਪਹਿਲੀ ਵਾਰ ਜਿਤਾ ਕੇ ਇੱਕ ਬਾਹਰਲੇ ਆਦਮੀ ਨੂੰ, ਜਿਹਦਾ ਖਜ਼ਾਨੇ ਦਾ ਮੰਤਰੀ 200-300 ਕਰੋੜ ਕਹਿੰਦਾ ਸੀ ਮੈਂ ਖਰਚੂੰਗਾ, ਹਲਕੇ 'ਚ ਕੀਤਾ ਨਹੀਂ ਕੀਤਾ ਮੈਨੂੰ ਨਹੀਂ ਪਤਾ, ਉਹਨੂੰ ਜਿਤਾ ਕੇ ਇੱਕ ਮੌਕਾ ਦੇ ਕੇ ਦੇਖ ਲਿਆ। ਅੱਜ 5 ਸਾਲਾਂ ਵਿੱਚ ਉਹ ਸਾਡਾ, ਹਾਲਾਂਕਿ ਇਹ ਨਹੀਂ ਕਿ ਉਹ ਜੋ ਸਰਕਾਰ 'ਚ ਨਹੀਂ ਤਾਂ ਉਹਦੇ ਪਿਤਾ ਜੀ ਤਾਂ ਹੈਗੇ ਆ ਨਾ, 5 ਕਰੋੜ ਮਿਲਦਾ ਸਾਲ ਦਾ। ਅੱਜ ਕਿਸੇ ਥਾਂ ਤੇ 3 ਮਹੀਨੇ ਤੋਂ ਪਹਿਲਾਂ ਕੋਈ ਧੇਲਾ ਪੈਸਾ ਨਹੀਂ ਦਿੱਤਾ, ਬਲਕਿ ਤੁਸੀਂ ਦਿੱਤੇ ਦੀ ਗੱਲ ਕਰਦੇ ਹੋ। ਕਦੇ ਤੁਸੀਂ ਇਹੋ ਜਿਹਾ ਲੀਡਰ ਨਹੀਂ ਸੁਣਿਆ ਹੋਣਾ ਜਿਹਨੇ ਦਿੱਤੇ ਪੈਸੇ ਵਾਪਸ ਕਰਾਏ ਹੋਣ। ਪਟਾਲ ਕਲਾਂ ਪਿੰਡ ਦੇ ਵਿੱਚ ਜਾ ਕੇ ਪੁੱਛਿਓ, ਇੱਥੇ ਬਤੌਰ MP ਫੰਡ 'ਚ ਉਹਨਾਂ ਨੇ ਦਿੱਤਾ ਸੀ ਸ਼ਾਇਦ 17 ਲੱਖ ਜਾਂ ਕੁਛ ਪੈਸਾ, 19 ਲੱਖ ਦਿੱਤਾ ਸੀ। ਉਹ ਪੈਸਾ ਜਦੋਂ ਸਰਕਾਰ ਹਾਰ ਗਿਆ ਪਾਰਲੀਮੈਂਟ, ਉਹ ਪੈਸਾ ਵਾਪਸ ਕਰਾਇਆ ਗਿਆ, ਰਿਕਾਰਡ ਤੇ ਹੈ ਇਹ। ਕੋਈ ਤੁਸੀਂ MP MLA ਦੇਖਿਆ ਹੋਣਾ ਦਿੱਤਾ ਪੈਸਾ ਵਾਪਸ ਕਰਾਵੇ, ਲੋਕਾਂ ਦੇ ਖਾਤੇ 'ਚ ਪਹੁੰਚਿਆ ਵਾਪਸ ਕਰਾਵੇ। ਇਸੇ ਤਰ੍ਹਾਂ ਆਲਮਪੁਰ ਪਿੰਡ ਹੈ, ਉੱਥੇ ਦਿੱਤਾ ਵਾ ਪੈਸਾ ਵਾਪਸ ਕਰਾਇਆ ਇਹਨਾਂ ਨੇ। ਸੋ ਇਸ ਕਰਕੇ ਜਿਹੜੀ ਮੈਂ ਕਹਿ ਰਹੀ ਹੈਗੀ ਆ ਕਿ ਇਹਨਾਂ ਦਾ ਮੁਕਾਬਲਾ, ਅੱਜ ਦੂਜਾ ਫੈਸਲਾ ਇਹਨਾਂ ਨੇ ਇਹ ਕਰ ਲਿਆ ਕਿ BJP ਨਾਲ ਹੱਥ ਮਿਲਾ ਲਿਆ, ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾ ਲਿਆ। ਇਹਨਾਂ ਨੇ ਜਿਹੜਾ ਕਹਿੰਦੇ ਸੀ ਅਸੀਂ ਬੇਅਦਬੀ ਕਰਕੇ ਗਏ, ਉਹ ਬਹਾਨਾ ਝੂਠਾ ਨਿਕਲ ਗਿਆ। ਜਿਹੜੇ ਕਹਿੰਦੇ ਸੀ ਪੰਜਾਬ ਦੇ ਲੋਕਾਂ ਦੇ, ਕਿਸਾਨਾਂ ਦੇ ਹਿਤੈਸ਼ੀਆਂ, ਉਹ ਝੂਠਾ ਨਿਕਲ ਗਿਆ ਕਿ ਆਪਣੀ ਕੁਰਸੀ ਲਈ ਇੰਨੇ ਲੈਵਲ ਤੇ ਗਿਰ ਸਕਦੇ ਆ ਲੋਕ ਲੀਡਰ ਕਿ ਇਹ ਜਾ ਕੇ ਦੁਸ਼ਮਣਾਂ ਨਾਲ ਹੱਥ ਮਿਲਾ ਸਕਦੇ ਨੇ। ਇਸ ਲਈ ਇਹਨਾਂ ਨੂੰ ਹੁਣ ਅੱਜ ਕੋਈ ਮੂੰਹ ਨਹੀਂ ਲਾਉਂਦਾ, ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹਨਾਂ ਨੂੰ। ਇਹੀ ਹਾਲਤ ਤੁਹਾਡੇ ਸਾਹਮਣੇ, ਤੁਸੀਂ ਕਹਿੰਦੇ ਟਿਕਟਾਂ ਦਾ ਫੈਸਲਾ ਦੜਬੇ ਦਾ, ਅਸੀਂ ਤਾਂ ਦੜਬੇ ਦਾ ਨਹੀਂ ਕੀਤਾ ਤੇ ਆਪਣੇ ਲਹਿਰੇ ਦਾ ਵੀ ਨਹੀਂ ਕੀਤਾ। ਸਾਡੀ ਨੈਸ਼ਨਲ ਪਾਰਟੀ ਜਿਨ੍ਹਾਂ ਨੇ 5 ਸੂਬਿਆਂ 'ਚ ਵੀ ਹੋਰ ਟਿਕਟਾਂ ਦੇਣੀਆਂ, ਇਹਨਾਂ ਤਾਂ ਇੱਕ ਸੂਬੇ 'ਚ ਹੀ ਦੇਣੀਆਂ। ਪੰਜਾਬ 'ਚ ਇਕੱਲੇ ਅਕਾਲੀ ਦਲ ਨੇ ਦੇਣੀ ਹੈ, ਪੰਜਾਬ 'ਚ ਇਕੱਲੀ ਆਪ ਨੇ ਦੇਣੀ ਹੈ। ਅਜੇ ਪੂਰੇ ਫੈਸਲੇ ਤਾਂ ਇਹ ਵੀ ਨਹੀਂ ਕਰ ਸਕੇ। ਇਸ ਕਰਕੇ ਜਿਹੜੀ ਹੈਗੀ ਹੈ ਸਾਡੀ ਪਾਰਟੀ ਦੇ ਨਾਲ ਇਹਨਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਹ ਸਾਰੇ ਸੈਕੰਡ ਲਾਈਨਰ ਨੇ, ਆਪਸ ਵਿੱਚ ਕਿਹੜੇ ਸੈਕੰਡ ਨੰਬਰ ਤੇ ਆਊਗਾ ਉਹਦੇ ਲਈ ਲੜਾਈ ਲੜ ਰਹੇ ਆ। ਪੰਜਾਬ ਦੇ ਲੋਕਾਂ ਨੇ ਜੇ ਸ਼ਾਇਦ ਮੇਰੇ ਸਾਰੇ ਕੀਤੇ ਕੰਮਾਂ ਨੂੰ ਸਾਹਮਣੇ ਅੰਦਰ ਝਾਤੀ ਮਾਰ ਕੇ, ਮੈਂ ਨਹੀਂ ਕਹਿੰਦੀ ਮੇਰੇ ਕਹੇ ਤੇ ਵਿਸ਼ਵਾਸ ਕਰੋ, ਅੰਦਰ ਝਾਤੀ ਮਾਰ ਕੇ ਰਿਕਾਰਡ ਤੇ ਦੇਖੋ ਤੇ ਸਾਰਿਆਂ ਨੂੰ 90% ਕੰਮ ਇਸ ਹਲਕੇ ਦੇ ਮੈਂ ਕੀਤੇ, ਜਿਹੜਾ ਨਾ ਕੋਈ ਪਹਿਲਾਂ ਕਰ ਸਕਿਆ ਨਾ ਕੀਤੇ ਆ ਕਿਸੇ ਨੇ, ਨਾ ਅੱਜ ਕਰੂਗਾ ਕੋਈ ਵੀ। ਮੈਂ ਆਪਦਾ ਹਲਕਾ ਨਹੀਂ ਛੱਡ ਕੇ ਭੱਜੀ, ਮੈਂ ਹਲਕਾ ਦੇ ਲੋਕਾਂ ਨੂੰ ਪਿਆਰ ਕੀਤਾ ਹੈ। ਬਾਹਰ ਜਾ ਕੇ ਜਿੱਤ ਕੇ MLA ਵਜ਼ੀਰ ਬਣ ਕੇ ਮੈਂ ਵੀ ਸਰਕਾਰ 'ਚ ਬਹਿ ਸਕਦੀ ਸੀ, ਮੈਂ ਨਹੀਂ ਬੈਠੀ। ਇਸ ਲਈ ਮੈਨੂੰ ਲੱਗਦਾ ਹੈ ਕਿ ਮੇਰੇ ਸਾਰੇ ਲੋਕ ਇਸ ਤਰ੍ਹਾਂ ਕਰਕੇ ਪਿਆਰ ਕਰਦੇ ਹੋਏ ਇਸ ਦਾ ਮਾਣ ਕਰਨਗੇ ਤੇ ਸਭ ਤੋਂ ਵੱਧ ਵੋਟਾਂ ਸਾਨੂੰ ਪਾ ਕੇ ਇੱਕ ਰਿਕਾਰਡ ਕਾਇਮ ਕਰਨਗੇ ਕਿ ਜੋ ਕਮੀ ਸਭ ਤੋਂ ਪਹਿਲਾਂ ਹੋਈ ਸਰਕਾਰ 'ਚ ਨਾ ਹੋਣ ਕਰਕੇ, ਸਰਕਾਰ ਹੁੰਦੇ ਹੋਏ ਵੀ ਜੇ ਪੱਠਲ ਸਰਕਾਰ 'ਚ ਨਹੀਂ ਸੀ ਸਾਡਾ ਨੁਕਸਾਨ ਹੋਇਆ, ਜ਼ਿਲ੍ਹੇ ਰਹਿ ਗਏ, ਹੋਰ ਰਹਿ ਗਏ, ਇਸ ਗੱਲ ਨੂੰ ਰੱਖਦੇ ਹੋਏ ਸਾਡਾ ਮਾਣ ਸਤਿਕਾਰ ਕਰਨਗੇ। ਇਹ ਪਾਰਟੀਆਂ ਕੋਈ ਦੂਜੇ ਨੰਬਰ ਤੇ ਆਉਂਦੀ ਹੈ, ਕੋਈ ਤੀਜੇ ਨੰਬਰ ਤੇ ਆਉਂਦੀ ਹੈ, ਇਹ ਰੇੜਕਾ ਹੈ, ਕਿਉਂਕਿ ਕੋਈ ਪਾਰਟੀ ਹੈ ਹੀ ਨਹੀਂ। ਆਮ ਆਦਮੀ ਪਾਰਟੀ ਜਿੱਥੇ ਕਦੇ ਰੌਲਾ ਪੈਂਦਾ ਹੀ ਨਹੀਂ ਸੀ, ਇੱਥੇ ਬੈਠ ਕੇ ਵਰਕਰਾਨਾ ਫੈਸਲਾ ਕਰ ਦਿੰਦੇ। ਸਟੇਟ ਦੀ ਆਪ ਦੀ ਲੀਡਰਸ਼ਿਪ ਨੂੰ ਪੁੱਛਿਆ ਨਹੀਂ ਜਾ ਰਿਹਾ, ਕੀ ਕ੍ਰਾਈਟੇਰੀਆ ਰੱਖਿਆ ਪਤਾ ਹੀ ਕੋਈ ਨਹੀਂ ਹੈਗਾ ਇਹਨਾਂ ਦਾ। ਇਹਨਾਂ ਦਾ ਰਿਮੋਟ ਕੰਟਰੋਲ ਦਿੱਲੀ ਤੋਂ ਚੱਲਦਾ ਹੈਗਾ। ਇਸ ਕਰਕੇ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ, ਤੁਹਾਡੀ ਪਾਰਟੀ ਵੀ ਤਾਂ ਦਿੱਲੀ ਤੋਂ ਹੀ ਚੱਲਦੀ ਹੈ, ਉੱਥੋਂ ਹੀ ਫੈਸਲੇ ਆਉਂਦੇ। ਨੈਸ਼ਨਲ ਪਾਰਟੀ ਹੈ, ਸਾਡਾ ਚੱਲਣਾ ਚਾਹੀਦਾ, ਸਾਡੀ ਰੀਜਨਲ ਪਾਰਟੀ ਨਹੀਂ ਹੈ, ਸਾਡਾ ਉੱਥੇ ਚੱਲਣਾ ਚਾਹੀਦਾ ਆ ਕੇ। ਕੇਜਰੀਵਾਲ ਤਾਂ ਸਿੰਗਲ ਪਾਰਟੀ, ਸਿੰਗਲ ਹੈਡਡ ਹੈਗਾ।
ਸਿੰਗਲ ਹੈਂਡਡ ਹੈ, ਇੱਕੋ ਸਟੇਟ 'ਚ ਲੜ ਰਿਹਾ ਹੈ। ਇਸ ਕਰਕੇ ਇੱਕੋ ਸਟੇਟ 'ਚ ਲੜਨ ਵਾਲਾ ਕਰਨਾ ਚਾਹੀਦਾ। ਜੀ ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ। ਸੋ ਸਨ ਬੀਬੀ ਰਜਿੰਦਰ ਕੌਰ ਭੱਠਲ, ਜਿਨ੍ਹਾਂ ਨੇ ਕਿਹਾ ਕਿ ਇਸ ਵਾਰ ਉਹਨਾਂ ਦਾ ਜਿੱਤ ਦਾ ਦਾਵਾ, ਤੇ ਇਸ ਵਾਰ ਜਿੱਤ ਕੇ ਉਹ ਲਹਿਰੇ ਹਲਕੇ ਦੇ ਉਹ ਕੰਮ ਪੂਰੇ ਕਰਨਗੇ ਜਿਹੜੇ ਉਹਨਾਂ ਦੇ ਸੁਪਨੇ ਨੇ, ਜਿਹੜੇ ਉਹਨਾਂ ਦੇ ਸੁਪਨੇ ਹਾਲੇ ਅਧੂਰੇ ਨੇ। ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਪਟੌਲ, ਅੱਖਰ ਦੇ ਲਈ ਲਹਿਰਾ ਗਾਗਾ ਤੋਂ।